ਕਰਦੇ ਪਿਆਰੇ ਸਿਖਿਆਰਥੀਓ, ਜਿਵੇਂ ਕਿ ਤੁਹਾਨੂੰ ਪਤਾ ਕੋਵਿਡ ਪੂਰੀ ਦੁਨੀਆ ਦੇ ਵਿੱਚ ਪ੍ਰਭਾਵ ਪਾ ਰਿਹਾ। ਇਸ ਦੇ ਨਾਲ ਜਿੱਥੇ ਪੂਰੀ ਦੁਨੀਆ ਦੇ ਵਿੱਚ ਪ੍ਰਭਾਵ ਪਿਆ, ਉੱਥੇ ਐਜੂਕੇਸ਼ਨ ਦੇ ਉੱਪਰ ਵੀ ਬਹੁਤ ਬੁਰਾ ਪ੍ਰਭਾਵ ਪਿਆ। ਪਰੰਤੂ ਮਾਨਯੋਗ ਤਕਨੀਕੀ ਸਿੱਖਿਆ ਮੰਤਰੀ ਜੀ ਅਤੇ ਤਕਨੀਕੀ ਸਿੱਖਿਆ ਸੈਕਟਰੀ ਸਾਹਿਬ, ਡਾਇਰੈਕਟਰ ਸਾਹਿਬ, ਡਿਪਾਰਟਮੈਂਟ ਦੇ ਆਫੀਸਰ ਸਾਹਿਬਾਨ ਦੀ ਯੋਗ ਅਗਵਾਈ ਸਦਕਾ ਟੈਕਨੀਕਲ ਐਜੂਕੇਸ਼ਨ ਭਾਵ ITI ਦੇ ਸਿਖਿਆਰਥੀਆਂ ਨੂੰ ਉਸ ਨੁਕਸਾਨ ਤੋਂ ਬਚਾਉਣ ਲਈ ਸਾਡੇ ਡਿਪਾਰਟਮੈਂਟ ਦੁਆਰਾ ਜ਼ੂਮ ਐਪ ਦੇ ਦੁਆਰਾ ਵਿਦਿਆਰਥੀਆਂ ਦਾ ਨੁਕਸਾਨ ਹੋਣ ਤੋਂ ਕਾਫੀ ਹੱਦ ਤੱਕ ਕੰਟਰੋਲ ਕੀਤਾ। ਇਸ ਦੇ ਵਿੱਚ ਮੈਂ ਵਿਸ਼ੇਸ਼ ਧੰਨਵਾਦ ਕਰੂੰਗਾ iTaught ਲਾਲੜੂ ਦੇ ਆਫੀਸਰ ਸਾਹਿਬਾਨ, ਡਿਪਾਰਟਮੈਂਟ ਦੇ ਆਫੀਸਰ ਸਾਹਿਬਾਨ ਇਸ ਕੋਵਿਡ ਦੇ ਦੌਰਾਨ ਵੀ ਸਾਡੇ ਸਿਖਿਆਰਥੀਆਂ ਦੇ ਪੜ੍ਹਾਈ ਦੇ ਵਿੱਚ ਕੋਈ ਨੁਕਸਾਨ ਨਹੀਂ ਹੋਣ ਦਿੱਤਾ। ਪਿਆਰੇ ਸਿਖਿਆਰਥੀਓ ਤੇ ਪਿਆਰੇ ਸਟਾਫ ਮੈਂਬਰ, ਮੇਰੇ ਨਾਲ ਜੁੜੇ ਹੋਏ ਆਫੀਸਰ ਸਾਹਿਬਾਨ, ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦਾ ਆਪਣਾ ਟੌਪਿਕ ਜਿਹੜਾ ਹੈਗਾ ਡਾਇਰੈਕਟ ਕੂਲ ਰੈਫਰੀਜਰੇਟਰ, ਬਹੁਤ ਹੀ ਇੰਪੋਰਟੈਂਟ ਚੈਪਟਰ ਆ ਡਾਇਰੈਕਟ ਕੂਲ ਰੈਫਰੀਜਰੇਟਰ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਡਾਇਰੈਕਟ ਕੂਲ ਦੇ ਵਿੱਚ ਸਾਡੇ ਰੈਫ੍ਰਿਜਰੇਸ਼ਨ ਸਿਸਟਮ ਦੇ ਵਿੱਚ ਦੋ ਪ੍ਰਕਾਰ ਦੇ ਨਾਲ ਕੂਲਿੰਗ ਕੀਤੀ ਜਾਂਦੀ ਹੈ। ਨੰਬਰ 1 ਡਾਇਰੈਕਟ ਕੂਲ ਜਾਂ ਡਾਇਰੈਕਟ ਟਾਈਪ, ਤੇ ਦੂਸਰਾ ਹੈਗਾ ਇਨਡਾਇਰੈਕਟ। ਜਿਹੜਾ ਡਾਇਰੈਕਟ ਕੂਲਿੰਗ ਆ ਜਾਂ ਡਾਇਰੈਕਟ ਐਕਸਪੈਂਸ਼ਨ ਆ, ਇਹ ਡੋਮੈਸਟਿਕ ਮਸ਼ੀਨਾਂ ਦੇ ਵਿੱਚ ਸਿੱਧਿਆਂ ਕੂਲਿੰਗ ਕੀਤੀ ਜਾਂਦੀ ਆ। ਇਨਡਾਇਰੈਕਟ ਟਾਈਪ ਦੀ ਵਰਤੋਂ ਜਿਹੜਾ ਹੈਗਾ ਕਮਰਸ਼ੀਅਲ ਟਾਈਪ ਮਸ਼ੀਨਾਂ ਦੇ ਵਿੱਚ ਕੀਤੀ ਜਾਂਦੀ ਹੈ। ਇਨਡਾਇਰੈਕਟ ਟਾਈਪ ਦੇ ਵਿੱਚ ਜਿਵੇਂ ਕਿ ਪਹਿਲਾਂ ਅਸੀਂ ਕਿਸੇ ਚਿੱਲਰ ਜਾਂ ਬਰਾਈਨ ਨੂੰ ਤਿਆਰ ਕਰਦੇ ਹਾਂ, ਉਹਨੂੰ ਠੰਡਾ ਕਰਦੇ ਹਾਂ, ਉਸ ਚਿੱਲਰ ਜਾਂ ਬਰਾਈਨ ਤੋਂ ਅੱਗੇ ਅਸੀਂ ਕੂਲਿੰਗ ਲੈਂਦੇ ਹਾਂ, ਜਿਸ ਦੀ ਵਰਤੋਂ ਕਮਰਸ਼ੀਅਲ ਪਲਾਂਟਾਂ ਦੇ ਵਿੱਚ ਕੀਤੀ ਜਾਂਦੀ ਹੈ। ਅੱਜ ਆਪਾਂ ਡਾਇਰੈਕਟ ਕੂਲ ਰੈਫ੍ਰਿਜਰੇਟਰ ਦੇ ਬਾਰੇ ਡਿਸਕਸ ਕਰਾਂਗੇ। ਬਹੁਤ ਇੰਪੋਰਟੈਂਟ ਚੈਪਟਰ ਹੈ। ਕਿਉਂਕਿ ਤੁਸੀਂ ਅੱਜ ITI ਕਰਨ ਤੋਂ ਬਾਅਦ ਚ ਜਿਹੜਾ ਹੈਗਾ ਜਾ ਕੇ ਸਭ ਤੋਂ ਪਹਿਲਾਂ ਰੈਫ੍ਰਿਜਰੇਸ਼ਨ ਲਾਈਨ ਦੇ ਵਿੱਚ ਡੋਮੈਸਟਿਕ ਮਸ਼ੀਨ ਜਾਂ ਛੋਟੀ ਮਸ਼ੀਨ ਜਿਹਦੇ ਉੱਪਰ ਆਪਾਂ ਜਾ ਕੇ ਕੰਮ ਕਰਨਾ, ਉਹ ਹੈਗਾ ਡਾਇਰੈਕਟ ਕੂਲ ਰੈਫ੍ਰਿਜਰੇਟਰ। ਡਾਇਰੈਕਟ ਕੂਲ ਰੈਫ੍ਰਿਜਰੇਟਰ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਕਰਾਂਗੇ ਇੰਟਰੋਡਕਸ਼ਨ, ਡਾਇਰੈਕਟ ਕੂਲ ਰੈਫ੍ਰਿਜਰੇਟਰ ਦੀ ਇੰਟਰੋਡਕਸ਼ਨ। ਫਿਰ ਆਪਾਂ ਕਰਾਂਗੇ ਡਿਸਕਸ ਆਪਾਂ ਰੈਫ੍ਰਿਜਰੇਸ਼ਨ ਸਾਈਕਲ ਦੇ ਬਾਰੇ। ਉਸ ਤੋਂ ਬਾਅਦ ਰੈਫ੍ਰਿਜਰੇਟਰ ਦੇ ਮਕੈਨੀਕਲ ਕੰਪੋਨੈਂਟਾਂ ਦੇ ਉੱਤੇ ਡਿਸਕਸ ਕਰਾਂਗੇ, ਇਲੈਕਟ੍ਰੀਕਲ ਕੰਪੋਨੈਂਟਾਂ ਦੇ ਉੱਤੇ ਡਿਸਕਸ ਕਰਾਂਗੇ, ਟੈਸਟਿੰਗ ਫਾਲਟ ਫਾਈਂਡਿੰਗ ਮਕੈਨੀਕਲ, ਟੈਸਟਿੰਗ ਫਾਲਟ ਫਾਈਂਡਿੰਗ ਇਲੈਕਟ੍ਰੀਕਲ। ਇਹ ਆਪਾਂ 6 ਟੌਪਿਕ ਦੇ ਉੱਪਰ ਅੱਜ ਡਿਸਕਸ ਕਰਾਂਗੇ। ਨੰਬਰ 5 ਤੇ ਨੰਬਰ 6 ਟੈਸਟਿੰਗ ਫਾਲਟ ਫਾਈਂਡਿੰਗ ਮਕੈਨੀਕਲ ਐਂਡ ਇਲੈਕਟ੍ਰੀਕਲ, ਬਹੁਤ ਹੀ ਇੰਪੋਰਟੈਂਟ ਜਿਹੜਾ ਹੈਗਾ ਚੈਪਟਰ, ਜਿਹੜਾ ਕਿ ਮੈਂ ਤੁਹਾਨੂੰ ਲਾਸਟ ਦੇ ਵਿੱਚ ਜਿਹੜਾ ਹੈਗਾ ਡਿਸਕਸ ਕਰੂੰਗਾ। ਜ਼ਰੂਰ ਇਹ ਦੇਖਣਾ, ਕਿਉਂਕਿ ਜੋ ਮੈਂ ਤੁਹਾਨੂੰ ਸਾਂਝਾ ਕਰੂੰਗਾ ਇਹ ਕੋਈ ਕਿਤਾਬਾਂ ਦੇ ਵਿੱਚੋਂ ਨਹੀਂ, ਪ੍ਰੈਕਟੀਕਲ ਤਜਰਬੇ ਦੇ ਆਧਾਰ ਤੇ ਕਿਵੇਂ ਟੈਸਟਿੰਗ ਕਰਨੀ ਆ, ਕਿਵੇਂ ਕੋਈ ਆਪਣਾ ਰੈਫ੍ਰਿਜਰੇਟਰ ਖਰਾਬ ਹੋ ਜਾਂਦਾ ਤਾਂ ਉਹਦੀ ਟੈਸਟਿੰਗ ਕਿਵੇਂ ਕਰਨੀ ਆ ਤੇ ਉਹਨੂੰ ਠੀਕ ਕਿਵੇਂ ਕਰਨਾ, ਫਾਲਟ ਨੂੰ ਰਿਮੂਵ ਕਿਵੇਂ ਕਰਨਾ, ਭਾਵੇਂ ਉਹ ਇਲੈਕਟ੍ਰੀਕਲ ਫਾਲਟ ਹੋਵੇ ਭਾਵੇਂ ਮਕੈਨੀਕਲ ਫਾਲਟ ਹੋਵੇ। ਅੱਜ ਆਪਾਂ 6 ਟੌਪਿਕ ਦੇ ਉੱਤੇ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ। ਕਿਸੇ ਸਿਖਿਆਰਥੀ ਨੂੰ ਕੋਈ ਕਿਤੇ ਡਾਊਟ ਹੋਵੇ ਤਾਂ ਲਾਸਟ ਦੇ ਵਿੱਚ ਨੋਟ ਕਰਕੇ ਰੱਖਣਾ, ਮੈਨੂੰ ਕੁਐਸਚਨ ਜ਼ਰੂਰ ਪੁੱਛਣਾ। ਇੰਟਰੋਡਕਸ਼ਨ, ਡਾਇਰੈਕਟ ਕੂਲ ਰੈਫ੍ਰਿਜਰੇਟਰ ਵਿੱਚ ਕੰਪਰੈਸ਼ਰ ਅਤੇ ਮਕੈਨੀਕਲ ਰੈਫ੍ਰਿਜਰੇਸ਼ਨ ਸਿਸਟਮ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦੇ ਨਾਲ ਅਸੀਂ ਲੋੜ ਅਨੁਸਾਰ ਜਿਹੜੀ ਹੈਗੀ ਆ ਕੂਲਿੰਗ ਲੈ ਸਕਦੇ ਹਾਂ। ਇਸ ਦੀ ਵਰਤੋਂ ਡੋਮੈਸਟਿਕ ਘਰੇਲੂ ਕੰਮਾਂ ਵਾਸਤੇ ਕੀਤੀ ਜਾਂਦੀ ਹੈ, ਕਿਉਂਕਿ ਇਹ ਜਿਹੜਾ ਹੈਗਾ ਇਕਨੋਮਿਕਲੀ ਮੈਥਡ ਆ, ਇਹ ਜਿਹੜਾ ਹੈਗਾ ਇਕਨੋਮਿਕਲੀ ਮੈਥਡ ਕੂਲਿੰਗ ਦਾ ਇਕਨੋਮਿਕਲੀ ਮੈਥਡ ਹੈਗਾ। ਤੇ ਇਸ ਦੇ ਵਿੱਚ ਜਿਹੜੀ ਹੈਗੀ ਆ ਇਲੈਕਟ੍ਰਿਸਿਟੀ ਦੀ ਜਿਹੜੀ ਖਪਤ ਆ ਉਹ ਘੱਟ ਤੋਂ ਘੱਟ ਹੁੰਦੀ ਆ, ਇਲੈਕਟ੍ਰਿਸਿਟੀ ਬਹੁਤ ਹੀ ਘੱਟ ਖਪਤ ਹੁੰਦੀ ਆ। ਕਾਮਨਲੀ ਕਪੈਸਿਟੀ ਜਿਹੜੀ ਆਮ ਤੌਰ ਤੇ ਡਾਇਰੈਕਟ ਕੂਲ ਰੈਫ੍ਰਿਜਰੇਟਰ ਦੀ ਕਪੈਸਿਟੀ ਆ, ਇਹ 50 ਲੀਟਰ ਤੋਂ ਲੈ ਕੇ 250 ਲੀਟਰ ਤੱਕ ਵਰਤਿਆ ਜਾਂਦਾ ਹੈ, ਇਹਦੀ ਵਰਤੋਂ ਕੀਤੀ ਜਾਂਦੀ ਆ। ਤੇ ਮੋਸਟਲੀ ਜਿਹੜਾ
ਹੈਗਾ ਇਸ ਦੀ ਵਰਤੋਂ ਜਿਹੜੀ ਹੈਗੀ ਡੋਮੈਸਟਿਕ ਪਰਪਸ ਵਾਸਤੇ ਹੀ ਕੀਤੀ ਜਾਂਦੀ ਆ, ਕਿਉਂਕਿ ਘਰੇਲੂ ਕੰਮਾਂ ਵਾਸਤੇ ਅਸੀਂ ਜਿਹੜਾ ਹੈਗਾ ਡਾਇਰੈਕਟ ਕੂਲ ਰੈਫਰੀਜਰੇਟਰ ਦੀ ਵਰਤੋਂ ਕਰਦੇ ਹਾਂ। ਇਸ ਦੇ ਨਾਲ ਜਿਹੜਾ ਹੈਗਾ ਅਸੀਂ ਫੂਡ ਨੂੰ ਜਾਂ ਆਪਣੀਆਂ ਜੋ ਲੋੜ ਅਨੁਸਾਰ ਵਸਤੂਆਂ ਨੇ ਜਾਂ ਆਪਣੇ ਫਲ ਫਰੂਟ ਨੇ ਉਹਨੂੰ ਕੁਝ ਸਮੇਂ ਵਾਸਤੇ ਫਰੈਸ਼ ਤੇ ਤਾਜ਼ਾ ਰੱਖ ਸਕਦੇ ਹਾਂ। ਕੁਝ ਸਮੇਂ ਵਾਸਤੇ ਫਰੈਸ਼ ਅਤੇ ਤਾਜ਼ਾ ਰੱਖ ਸਕਦੇ ਹਾਂ। ਹੁਣ ਮੈਂ ਤੁਹਾਨੂੰ ਡਿਸਕਸ ਕਰੂੰਗਾ ਡਾਇਰੈਕਟ ਕੂਲ। ਸਾਹਮਣੇ ਜੋ ਨੰਬਰ 1 ਤੇ ਡਾਇਗਰਾਮ ਦਿਖਾਈ ਦੇ ਰਹੀ ਆ, ਡਾਇਰੈਕਟ ਕੂਲ ਰੈਫਰੀਜਰੇਟਰ ਦੀ ਜਿਹੜੀ ਹੈਗੀ ਡਾਇਗਰਾਮ ਦਿਖਾਈ ਦੇ ਰਹੀ ਆ, ਉਹਦੇ ਬਾਰੇ ਮੈਂ ਤੁਹਾਨੂੰ ਡਿਸਕਸ ਕਰੂੰਗਾ। ਡਾਇਰੈਕਟ ਕੂਲ ਦੇ ਬੇਸਿਕ ਇੰਟਰੋਡਕਸ਼ਨ ਮੈਂ ਕਰਾਉਣਾ, ਅੱਗੇ ਜਾ ਕੇ ਆਪਾਂ ਸਟੈਪ ਬਾਈ ਸਟੈਪ ਕੱਲੇ ਪਾਰਟ ਨੂੰ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ। ਇਹਦੇ ਉੱਪਰ ਜਿਹੜੀ ਹੈਗੀ ਆ ਮੇਨ ਬੋਡੀ ਜਿਹੜਾ ਵਾਈਟ ਕਲਰ ਦਾ ਜਿਹੜਾ ਇੰਟਰਨਲ ਜਿਹੜਾ ਹੈਗਾ ਦਿਖਾਈ ਦੇ ਰਿਹਾ ਲਾਈਨਰ ਦਿਖਾਈ ਦੇ ਰਿਹਾ, ਜਿਹੜਾ ਉਹ ਜਿਹੜਾ ਹੈਗਾ ਵਾਈਟ ਕਲਰ ਦੇ ਵਿੱਚ ਪਲਾਸਟਿਕ ਦਾ ਲਾਈਨਰ ਤੇ ਬਾਹਰੀ ਜਿਹੜੀ ਹੈਗੀ ਆ ਚਾਦਰ ਦੇ ਦਰਮਿਆਨ ਦੋਨਾਂ ਦੇ ਵਿੱਚ ਇਨਸੂਲੇਸ਼ਨ ਮਟੀਰੀਅਲ ਭਰਿਆ ਹੁੰਦਾ। ਪਹਿਲਾਂ ਜਿਹੜੇ ਹੈਗੇ ਪੁਰਾਣੇ ਸਮੇਂ ਦੇ ਵਿੱਚ ਜਿਹੜਾ ਹੈਗਾ ਸੀਗਾ ਕਾਰਕ ਦੀਆਂ ਸ਼ੀਟਾਂ ਦੀ ਵਰਤੋਂ ਕੀਤੀ ਜਾਂਦੀ ਸੀ। ਅੱਜ ਤੋਂ 25-30 ਸਾਲ ਪਹਿਲਾਂ ਸ਼ੀਟਾਂ ਦੀ ਵਰਤੋਂ ਕੀਤੀ ਜਾਂਦੀ ਸੀ, ਇਹਦੇ ਦਰਮਿਆਨ ਪੈਕਿੰਗ ਦੇ ਰੂਪ ਦੇ ਵਿੱਚ ਕੀਤੀ ਜਾਂਦੀ ਸੀਗੀ। ਤੇ ਉਸ ਤੋਂ ਬਾਅਦ ਜਿਹੜਾ ਹੈਗਾ ਲੇਟੈਸਟ ਗਲਾਸ ਵੂਲ ਦੀ ਜਿਹੜੀ ਵਰਤੋਂ ਸ਼ੁਰੂ ਹੋ ਗਈ, ਕਿਉਂਕਿ ਉਹਦੇ ਵਿੱਚ ਲੀਕੇਜ ਜ਼ਿਆਦਾ ਸੀਗੀ, ਉਹਦੇ ਵਿੱਚ ਹੀਟ ਦੀ ਲੀਕੇਜ ਜ਼ਿਆਦਾ ਸੀਗੀ। ਉਸ ਤੋਂ ਬਾਅਦ ਹੈਗਾ ਗਲਾਸ ਵੂਲ ਦੀ ਵਰਤੋਂ ਕੀਤੀ ਗਈ। ਤੇ ਪਰ ਅੱਜ ਕੱਲ ਜਿਹੜਾ ਹੈਗਾ ਪਫ ਇਨਸੂਲੇਸ਼ਨ ਮਟੀਰੀਅਲ ਦੀ ਵਰਤੋਂ ਕੀਤੀ ਜਾਂਦੀ ਆ। ਇਸ ਮਟੀਰੀਅਲ ਨੂੰ ਇਸ ਕਰਕੇ ਵਰਤਿਆ ਜਾਂਦਾ ਤਾਂ ਕਿ ਕਿਉਂਕਿ ਹੀਟ ਹਮੇਸ਼ਾ ਹਾਈ ਟੈਂਪਰੇਚਰ ਤੋਂ ਲੋ ਟੈਂਪਰੇਚਰ ਵੱਲ ਚੱਲਦੀ ਆ। ਜਿਹੜੀ ਬਾਹਰੋਂ ਹੀਟ ਆ, ਸਾਡੀ ਐਟਮੋਸਫੇਅਰ ਦੀ ਹੀਟ ਆ, ਉਹ ਬੋਡੀ ਦੇ ਵਿੱਚ ਜ਼ਿਆਦਾ ਨਾ ਜਾਵੇ। ਇਸ ਕਰਕੇ ਜਿਹੜਾ ਜਾਂ ਅੰਦਰਲੀ ਕੂਲਿੰਗ ਆ, ਜੋ ਸਾਡੀ ਕੈਬਨਿਟ ਦੀ ਫ੍ਰਿਜ ਦੀ ਅੰਦਰਲੀ ਕੂਲਿੰਗ ਆ, ਉਹ ਬਾਹਰ ਨਾ ਹੋਵੇ, ਵੇਸਟੇਜ ਨਾ ਹੋਵੇ ਉਹਦੀ। ਇਸ ਕਰਕੇ ਪੂਰੇ ਡਾਇਰੈਕਟ ਕੂਲ ਰੈਫਰੀਜਰੇਟਰ ਨੂੰ, ਭਾਵੇਂ ਉਹ ਡੋਰ ਹੋਵੇ ਭਾਵੇਂ ਉਹ ਫ੍ਰਿਜ ਦੀ ਬੋਡੀ ਹੋਵੇ, ਉਹਨੂੰ ਚਾਰੇ ਸਾਈਡਾਂ ਤੋਂ ਇਨਸੂਲੇਸ਼ਨ ਭਰਿਆ ਹੁੰਦਾ। ਪਫ ਇਨਸੂਲੇਸ਼ਨ ਮਟੀਰੀਅਲ ਦੀ ਅੱਜ ਕੱਲ ਵਰਤੋਂ ਕੀਤੀ ਜਾਂਦੀ ਆ। ਫਿਰ ਇਹ ਆ ਗਿਆ ਇਹਦਾ ਬੋਡੀ ਦਾ ਜਿਹੜਾ ਚਾਰੇ ਸਾਈਡਾਂ ਦਾ ਜਿਹੜਾ, ਤੇ ਉੱਪਰਲੇ ਹਿੱਸੇ ਦੇ ਵਿੱਚ ਜਿਹੜਾ ਤੁਹਾਨੂੰ ਦਿਖਾਈ ਦੇ ਰਿਹਾ ਇਹ ਹੈਗਾ ਫ੍ਰੀਜ਼ਰ। ਇੱਥੇ ਜਿਹੜਾ ਹੈਗਾ ਅਸੀਂ ਬਰਫ਼ ਨੂੰ ਜਾਂ ਆਈਸਕ੍ਰੀਮ ਵਗੈਰਾ ਜਮਾਉਣ ਵਾਸਤੇ ਦੀ ਵਰਤੋਂ ਕੀਤੀ ਜਾਂਦੀ ਆ। ਫ੍ਰੀਜ਼ਰ ਦੇ ਨਾਲ ਜਿਹੜਾ ਉੱਪਰ ਦਿਖਾਈ ਦੇ ਰਹੀ ਆ ਥਰਮੋਸਟੇਟ ਸਵਿਚ, ਜਿਹੜੀ ਨੋਬ ਦਿਖਾਈ ਦੇ ਰਹੀ ਆ ਥਰਮੋਸਟੇਟ ਸਵਿਚ ਦੀ ਵਰਤੋਂ ਜਿਹੜੀ ਅਸੀਂ ਕੀਤੀ ਜਾਂਦੀ ਆ ਲੋੜੀਂਦਾ ਤਾਪਮਾਨ ਲੈਣ ਵਾਸਤੇ। ਸਾਡੇ ਲੋੜ ਅਨੁਸਾਰ ਅਸੀਂ ਤਾਪਮਾਨ ਜਿੰਨਾ ਸਾਨੂੰ ਜ਼ਰੂਰਤ ਆ ਘੱਟ ਜਾਂ ਵੱਧ ਥਰਮੋਸਟੇਟ ਦੀ ਸੈਟਿੰਗ ਕਰਕੇ ਅਸੀਂ ਉਸ ਅਨੁਸਾਰ ਜਿਹੜਾ ਹੈਗਾ ਤਾਪਮਾਨ ਲੈ ਸਕਦੇ ਹਾਂ। ਉਸ ਦੇ ਨੀਚੇ ਜਿਹੜਾ ਹੈਗਾ ਸੈਲਫਜ ਨੇ, ਸਮਾਨ ਰੱਖਣ ਵਾਸਤੇ ਕੋਈ ਵੀ ਆਪਾਂ ਐਡਜਸਟਮੈਂਟ ਹੋ ਜਾਂਦੀ ਆ, ਕੋਈ ਜਗ੍ਹਾ ਨੂੰ ਕੋਈ ਘੱਟ ਜਾਂ ਵੱਧ ਕਰਨਾ ਹੋਵੇ, ਸੈਲਫਾਂ ਦੀ ਐਡਜਸਟਮੈਂਟ ਅਸੀਂ ਕਰ ਸਕਦੇ ਹਾਂ। ਜਿਹੜਾ ਨੀਚੇ ਵਾਲੇ ਪੋਰਸ਼ਨ ਦੇ ਵਿੱਚ ਵੈਜੀਟੇਬਲ ਟਰੇ ਜਿਹੜੀ ਹੈਗੀ ਆ, ਟਰੇ ਹੈਗੀ ਆ, ਉਹਦੇ ਵਿੱਚ ਅਸੀਂ ਫਰੂਟ ਜਾਂ ਸਬਜ਼ੀਆਂ ਰੱਖ ਸਕਦੇ ਹਾਂ। ਪਰ ਫਰੂਟ ਜਾਂ ਸਬਜ਼ੀਆਂ ਨੂੰ ਉੱਪਰੋਂ ਇੱਕ ਸ਼ੀਸ਼ੇ ਦੇ ਦੁਆਰਾ ਜਿਹੜਾ ਹੈਗਾ ਕਵਰ ਕੀਤਾ ਜਾਂਦਾ, ਕਿਉਂਕਿ ਉਹਨਾਂ ਦੇ ਵਿੱਚ ਮੋਇਸਚਰ ਜ਼ਿਆਦਾ ਹੁੰਦੀ ਆ। ਅਗਰ ਸਾਡੇ ਸਿਸਟਮ ਦੇ ਵਿੱਚ ਜਿਹੜਾ ਹੈਗਾ ਮੋਇਸਚਰ ਨੂੰ ਜੇ ਅਸੀਂ ਨਾ ਕਵਰ ਕਰਾਂਗੇ ਫਰੂਟ ਐਂਡ ਸਬਜ਼ੀਆਂ ਨੂੰ, ਤਾਂ ਉਹਦੇ ਵਿੱਚੋਂ ਜਲਦੀ ਖਰਾਬ ਹੋ ਜਾਣਗੀਆਂ। ਮੋਇਸਚਰ ਰੈਫਰੀਜਰੇਟਰ ਇਵੈਪੋਰੇਟਰ ਦੇ ਵਿੱਚ ਸਕ ਕਰ ਲੂਗਾ, ਜਿਸ ਦੇ ਨਾਲ ਉਹ ਜਲਦੀ ਖਰਾਬ ਹੋ ਜਾਣਗੇ। ਇਸ ਕਰਕੇ ਉਹਨਾਂ ਨੂੰ ਕਵਰ ਕਰਕੇ ਰੱਖਿਆ ਜਾਂਦਾ। ਹੁਣ ਆ ਗਿਆ ਗੇਟ ਵਾਲੀ ਸਾਈਡ। ਗੇਟ ਵਾਲੀ ਸਾਈਡ ਤੇ ਵੀ ਸਾਡੇ ਉੱਪਰ ਨੀਚੇ ਸੈਲਫਾਂ ਲੱਗੀਆਂ ਹੋਈਆਂ ਨੇ, ਲੋੜ ਅਨੁਸਾਰ ਅਸੀਂ ਉਸ ਦੇ ਵਿੱਚ ਸਮਾਨ ਰੱਖ ਸਕਦੇ ਹਾਂ। ਉਹਦੇ ਨਾਲ ਇੱਕ ਇੰਪੋਰਟੈਂਟ ਪਾਰਟ ਆ ਜਿਹੜਾ ਹੈਗਾ ਡੋਰ ਗੈਸਕਟ ਦਿਖਾਈ ਦੇ ਰਹੀ ਆ। ਡੋਰ ਗੈਸਕਟ ਦਾ ਕੰਮ ਆ ਵੀ ਗੇਟ ਦੀ ਲੀਕੇਜ, ਫ੍ਰਿਜ ਤੇ ਗੇਟ ਦੀ ਲੀਕੇਜ ਨੂੰ ਰੋਕਣ ਵਾਸਤੇ ਡੋਰ ਗੈਸਕਟ ਦੀ ਵਰਤੋਂ ਕੀਤੀ ਜਾਂਦੀ ਆ। ਉਹਦੇ ਉੱਪਰਲੇ ਹਿੱਸੇ ਦੇ ਵਿੱਚ ਮੈਗਨੇਟ ਲੱਗਿਆ ਹੁੰਦਾ ਚਾਰੇ ਸਾਈਡਾਂ ਤੇ, ਗੈਸਕਟ ਦੇ ਚਾਰੇ ਸਾਈਡਾਂ ਤੇ ਮੈਗਨੇਟ ਲੱਗਿਆ ਹੁੰਦਾ। ਜਦੋਂ ਅਸੀਂ ਗੇਟ ਨੂੰ ਬੰਦ ਕਰਦੇ ਹਾਂ ਤਾਂ ਬਿਲਕੁਲ ਉਹ ਲੀਕ ਪ੍ਰੂਫ ਜਿਹੜਾ ਹੈਗਾ ਮੈਗਨੇਟ ਜਿਹੜਾ ਗੇਟ ਦੇ ਨਾਲ ਲੱਗ ਕੇ ਚੁੰਬਕ ਦੀ ਤਰ੍ਹਾਂ ਉਹ ਪੂਰਾ 에ਅਰ ਟਾਈਟ ਹੋ ਜਾਂਦਾ। ਜਿਹੜੀ ਸਾਡੀ ਇੰਟਰਨਲ ਕੂਲਿੰਗ ਆ ਜਾਂ ਬਾਹਰੋਂ ਹੀਟ ਆ ਉਹ ਅੰਦਰ ਜਾਣ ਤੋਂ ਰੋਕਦਾ ਹੈਗਾ। ਇਹ ਹੈਗਾ ਬੇਸਿਕ ਜਾਣਕਾਰੀ ਜਿਹੜੀ ਹੈਗੀ ਇੰਟਰਨਲ ਬੋਡੀ ਦੀ। ਸੈਕੰਡ ਪਿਕਚਰ ਦੇ ਵਿੱਚ ਤੁਹਾਨੂੰ ਦਿਖਾਈ ਦੇ ਰਿਹਾ ਬੈਕ ਸਾਈਡ ਫ੍ਰਿਜ ਦੀ ਜਿਹੜੀ ਦਿਖਾਈ ਦੇ ਰਿਹਾ
ਜਿਹਦੇ ਵਿੱਚ ਕੰਡੈਂਸਰ ਦਿਖਾਈ ਰਿਹਾ ਤੇ ਬੇਸ ਦੇ ਉੱਪਰ ਨੀਚੇ ਜਿਹੜਾ ਹੈਗਾ ਕੰਪਰੈਸਰ ਜਾਂ ਲੀਡ ਦਿਖਾਈ ਦੇ ਰਹੀ ਆ। ਇਹਦੀ ਆਪਾਂ ਡਿਟੇਲ 'ਚ ਅੱਗੇ ਜਾ ਕੇ ਆਪਾਂ ਡਿਸਕਸ ਕਰਾਂਗੇ, ਜਿਵੇਂ ਕਿ ਕੰਡੈਂਸਰ ਦਾ ਕੀ ਕੰਮ ਆ, ਕੰਪਰੈਸ਼ਰ ਦਾ ਕੀ ਕੰਮ ਆ, ਬੇਸਿਕ ਜਾਣਕਾਰੀ। ਅਗਲੇ ਜਿਹੜਾ ਹੈਗਾ ਰੈਫ੍ਰਿਜਰੇਸ਼ਨ ਸਾਈਕਲ, ਫ੍ਰਿਜ ਦੇ ਵਿੱਚ ਇੰਪੋਰਟੈਂਟ ਆ ਵੀ ਗੈਸ ਕਿਵੇਂ ਕਿਵੇਂ ਕੰਮ ਕਰਦੀ ਆ, ਕਿਹੜਾ ਕੰਪੋਨੈਂਟ ਕੀ ਕੰਮ ਕਰਦਾ। ਰੈਫ੍ਰਿਜਰੇਸ਼ਨ ਸਾਈਕਲ ਹੈ ਸਾਡਾ ਮੇਨ ਇੰਪੋਰਟੈਂਟ ਸਾਈਕਲ ਆ, ਜਿਹੜਾ ਕਿ ਕਮਰਸ਼ੀਅਲ ਪਲਾਂਟਾਂ ਦੇ ਵਿੱਚ ਤੇ ਜਾਂ ਡੋਮੈਸਟਿਕ ਮਸ਼ੀਨਾਂ ਦੇ ਵਿੱਚ ਰੈਫ੍ਰਿਜਰੇਸ਼ਨ ਲਾਈਨ ਦੇ ਵਿੱਚ 4 ਮੁੱਖ ਪਾਰਟ ਨੇ ਜਿਹੜੇ ਵਰਤੇ ਜਾਂਦੇ ਨੇ। 4 ਮੁੱਖ ਪਾਰਟ ਹਰ ਜਗ੍ਹਾ ਤੇ ਵਰਤੇ ਜਾਣਗੇ, ਇਹਨਾਂ 4 ਦੇ ਬਿਨਾ ਸਾਈਕਲ ਪੂਰਾ ਨਹੀਂ ਹੁੰਦਾ। ਜਿਵੇਂ ਕਿ ਇਸ ਸਾਈਕਲ ਦਾ ਅਸੀਂ ਹਾਰਟ ਦੇ ਨਾਂ ਤੇ ਜਾਣਦੇ ਹਾਂ, ਉਹ ਹੈਗਾ ਕੰਪਰੈਸ਼ਰ। ਜਿਵੇਂ ਕਿ ਸਾਡੀ ਬੋਡੀ ਦੇ ਵਿੱਚ ਦਿਲ ਆ ਜਿਹੜਾ ਸਾਡਾ, ਉਹ ਮੇਨ ਜਿਹੜਾ ਹੈਗਾ ਕੰਮ ਕਰਦਾ, ਸੱਕ ਕਰਦਾ, ਉਸੇ ਤਰ੍ਹਾਂ ਬਲੱਡ ਨੂੰ ਲੈ ਕੇ ਅੱਗੇ ਵੱਖ-ਵੱਖ ਪਾਰਟਾਂ ਦੇ ਵਿੱਚ ਭੇਜਦਾ। ਇਸੇ ਤਰ੍ਹਾਂ ਰੈਫ੍ਰਿਜਰੇਸ਼ਨ ਸਾਈਕਲ ਦੇ ਵਿੱਚ ਕੰਪਰੈਸ਼ਰ ਹਾਰਟ ਦਾ ਕੰਮ ਕਰਦਾ ਹੈ। ਕੀ ਕੰਮ ਕਰਦਾ ਵੀ ਇਹਦੇ ਉੱਤੇ 2 ਲਾਈਨਾਂ ਲੱਗੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਤੁਹਾਨੂੰ, ਇੱਕ ਰੈੱਡ ਦੇ ਇੱਕ ਬਲੂ ਦੇ ਵਿੱਚ। ਇੱਕ ਹੈਗੀ ਆ ਡਿਸਚਾਰਜ ਲਾਈਨ, ਇੱਕ ਹੈਗੀ ਆ ਸਕਸ਼ਨ ਲਾਈਨ, ਤੀਜੀ ਲਾਈਨ ਇਹਦੇ 'ਚ ਚਾਰਜਿੰਗ ਲਾਈਨ ਦੀਆਂ ਮੇਨ 2 ਲਾਈਨਾਂ ਨੇ। ਇੱਕ ਪਾਸੇ ਸੱਕ ਕਰਦਾ ਗੈਸ ਨੂੰ, ਇੱਕ ਪਾਸੇ ਕੰਪਰੈਸ ਕਰਕੇ ਬਾਹਰ ਭੇਜਦਾ, ਤੇ ਤੀਜੀ ਲਾਈਨ ਅਸੀਂ ਗੈਸ ਚਾਰਜਿੰਗ ਆਇਲ ਚਾਰਜਿੰਗ ਵਾਸਤੇ ਇਹਦੇ ਉੱਤੇ ਯੂਜ਼ ਕਰਦੇ ਹਾਂ। ਹੁਣ ਜਦੋਂ ਫ੍ਰਿਜ ਨੂੰ ਔਨ ਕੀਤਾ ਜਾਂਦਾ, ਕੰਪਰੈਸ਼ਰ ਚੱਲਦਾ, ਤੇ ਸਕਸ਼ਨ ਸਾਈਡ ਵੱਲੋਂ ਲੋ ਪ੍ਰੈਸ਼ਰ ਲੋ ਟੈਂਪਰੇਚਰ ਵੇਪਰ ਸਟੇਜ ਵਾਲੀ ਗੈਸ ਨੂੰ ਸੱਕ ਕਰਕੇ ਤੇ ਬੰਦ ਸਿਲੰਡਰ ਦੇ ਵਿੱਚ ਕੰਪਰੈਸ ਕਰਕੇ ਹਾਈ ਪ੍ਰੈਸ਼ਰ ਹਾਈ ਟੈਂਪਰੇਚਰ ਮੋਰ ਸੁਪਰ ਹੀਟਡ ਵੇਪਰ ਨੂੰ ਕੰਡੈਂਸਰ ਵੱਲ ਡਿਸਚਾਰਜ ਕਰ ਦਿੰਦਾ, ਡਿਸਚਾਰਜ ਲਾਈਨ ਦੇ ਰਾਹੀਂ। ਮਤਲਬ ਲੋ ਪ੍ਰੈਸ਼ਰ ਲੋ ਟੈਂਪਰੇਚਰ ਵੇਪਰ ਸਟੇਜ ਵਾਲੀ ਗੈਸ ਨੂੰ ਸੱਕ ਕਰਦਾ, ਸੱਕ ਕਰਕੇ ਉਸ ਤੋਂ ਬਾਅਦ ਉਸ ਗੈਸ ਨੂੰ ਕੰਪਰੈਸ ਕਰਕੇ ਡਿਸਚਾਰਜ ਲਾਈਨ ਰਾਹੀਂ ਕੰਡੈਂਸਰ ਵੱਲ ਗੈਸ ਨੂੰ ਉਹਦਾ ਪ੍ਰੈਸ਼ਰ ਤੇ ਟੈਂਪਰੇਚਰ ਹਾਈ ਹੋ ਜਾਂਦਾ। ਉਸ ਤੋਂ ਬਾਅਦ ਡਿਸਚਾਰਜ ਲਾਈਨ ਰਾਹੀਂ ਜਿਹੜੀ ਗੈਸ ਆ ਉਹ ਕੰਡੈਂਸਰ ਵੱਲ ਚਲੀ ਜਾਂਦੀ ਆ। ਕੰਡੈਂਸਰ ਦਾ ਕੀ ਕੰਮ ਆ? ਕੰਡੈਂਸਰ ਦਾ ਕੰਮ ਹਵਾ ਜਾਂ ਪਾਣੀ ਦੀ ਮਦਦ ਨਾਲ, ਹਵਾ ਜਾਂ ਪਾਣੀ ਤੋਂ ਭਾਵ ਵੀ ਡੋਮੈਸਟਿਕ ਮਸ਼ੀਨਾਂ ਦੇ ਵਿੱਚ ਕੁਦਰਤੀ ਏਅਰ ਦੇ ਨਾਲ ਜਿਹੜਾ ਗੈਸ ਨੂੰ ਠੰਡਾ ਕੀਤਾ ਜਾਂਦਾ, ਪਰੰਤੂ ਕਮਰਸ਼ੀਅਲ ਪਲਾਂਟਾਂ ਦੇ ਵਿੱਚ ਜਿਹੜਾ ਹੈਗਾ ਵਾਟਰ ਕੂਲਡ ਕੰਡੈਂਸਰ ਲੱਗੇ ਹੁੰਦੇ ਨੇ, ਪਾਣੀ ਦੀ ਸਹਾਇਤਾ ਦੁਆਰਾ ਜਿਹੜਾ ਹੈਗਾ ਠੰਡਾ ਕੀਤਾ ਜਾਂਦਾ ਕੰਡੈਂਸਰ ਨੂੰ। ਤਾਂ ਜਦੋਂ ਡਿਸਚਾਰਜ ਲਾਈਨ ਰਾਹੀਂ ਗੈਸ ਕੰਡੈਂਸਰ ਦੇ ਵਿੱਚ ਆਉਂਦੀ ਆ ਤਾਂ ਕੁਦਰਤੀ ਹਵਾ ਦਾ ਜਿਹੜਾ ਟੈਂਪਰੇਚਰ ਘੱਟ ਹੁੰਦਾ, ਪਰੰਤੂ ਕੰਡੈਂਸਰ ਦਾ ਜਿਹੜਾ ਟੈਂਪਰੇਚਰ ਹਾਈ ਪ੍ਰੈਸ਼ਰ ਹਾਈ ਟੈਂਪਰੇਚਰ ਵਾਲੀ ਗੈਸ ਆ ਜਿਹੜੀ ਉਹ ਗਰਮ ਹੋ ਜਾਂਦਾ। ਤਾਂ ਉਹ ਗਰਮ ਕੀ ਆ, ਜਦੋਂ ਗੈਸ ਆਪਣੇ ਹੀਟ ਪਾਈਪਾਂ ਨੂੰ ਦਿੰਦੀ ਆ, ਪਾਈਪਾਂ ਆਪਣੀ ਹੀਟ ਫਿਨਜ ਨੂੰ ਦਿੰਦੀਆਂ ਨੇ, ਫਿਨਜ ਜਿਹੜੀਆਂ ਹੈਗੀਆਂ ਇਸ ਹੀਟ ਨੂੰ ਹਵਾ ਦੇ ਵਿੱਚ ਛੱਡ ਦਿੰਦੀਆਂ ਨੇ, ਕਿਉਂਕਿ ਟੈਂਪਰੇਚਰ ਮੈਂ ਪਹਿਲਾਂ ਵੀ ਗੱਲ ਕੀਤੀ ਆ ਵੀ ਹਾਈ ਤੋਂ ਲੋ ਵੱਲ ਚੱਲਦਾ ਜਿਹੜਾ ਹੈਗਾ। ਉਸ ਤੋਂ ਬਾਅਦ ਗੈਸ ਕੰਡੈਂਸਰ ਦੇ ਵਿੱਚ ਚਲਦੀ ਲਿਕਵਿਡ ਫਾਰਮ ਦੇ ਵਿੱਚ ਚੇਂਜ ਹੋ ਜਾਂਦੀ ਹੈ। ਕੰਡੈਂਸਰ ਦਾ ਕੰਮ ਹੀ ਇਹ ਆ ਵੀ ਹਾਈ ਪ੍ਰੈਸ਼ਰ ਹਾਈ ਟੈਂਪਰੇਚਰ ਗੈਸ ਨੂੰ ਹੀਟ ਕੱਢ ਕੇ ਉਸ ਨੂੰ ਤਰਲ ਰੂਪ ਦੇ ਵਿੱਚ ਚੇਂਜ ਕਰਨਾ। ਤਾਂ ਕੰਡੈਂਸਰ ਦੇ ਲਾਸਟ ਦੇ ਵਿੱਚ ਜਾ ਕੇ ਗੈਸ ਆ ਜਿਹੜੀ ਉਹ ਤਰਲ ਰੂਪ ਦੇ ਵਿੱਚ ਚੇਂਜ ਹੋ ਜਾਂਦੀ ਆ। ਕੰਡੈਂਸਰ ਤੋਂ ਬਾਅਦ ਜਸਟ ਦਿਖਾਇਆ ਹੋਇਆ ਫਿਲਟਰ ਜਾਂ ਡਰਾਇਰ ਜਿਹਨੂੰ ਆਪਾਂ ਕਹਿੰਦੇ ਆ। ਫਿਲਟਰ ਜਾਂ ਡਰਾਇਰ ਕੈਪਿਲਰੀ ਟਿਊਬ ਤੋਂ ਪਹਿਲਾਂ ਲੱਗਿਆ ਹੁੰਦਾ, ਕਿਉਂਕਿ ਕੈਪਿਲਰੀ ਟਿਊਬ ਦੇ ਵਿੱਚ ਦਾ ਸੁਰਾਖ ਆ ਜਿਹੜਾ ਉਹ ਬਹੁਤ ਬਰੀਕ ਹੁੰਦਾ। ਉਹਦੇ ਵਿੱਚ ਗੈਸ ਨੂੰ ਕੋਈ ਕਾਰਬਨ ਪਾਰਟੀਕਲ ਜਾਣ ਤੋਂ ਪਹਿਲਾਂ ਅਸੀਂ ਫਿਲਟਰ ਦੀ ਵਰਤੋਂ ਕਰਦੇ ਹਾਂ, ਤਾਂ ਕਿ ਅੱਗੇ ਸਿਰਫ ਗੈਸ ਫਿਲਟਰ ਹੋ ਕੇ ਹੀ ਜਾਵੇ। ਤਾਂ ਫਿਲਟਰ ਦੇ ਜਿਹੜੇ ਡਰਾਇਰ ਦੇ 2 ਕੰਮ ਨੇ। ਨੰਬਰ 1, ਗੈਸ ਨੂੰ ਫਿਲਟਰ ਕਰਕੇ ਭੇਜਣਾ, ਜਿਹੜਾ ਹੈਗਾ ਗੈਸ ਨੂੰ ਸਾਫ਼ ਕਰਕੇ ਫਿਲਟਰ ਕਰਕੇ ਭੇਜਣਾ। ਦੂਜਾ ਕੀ ਆ, ਇਹਦੇ ਵਿੱਚ ਸਿਲਿਕਾ ਜਲ ਭਰਿਆ ਹੁੰਦਾ, ਕਿਸੇ ਕਾਰਨ ਸਿਸਟਮ ਦੇ ਵਿੱਚ ਮੋਇਸਚਰ ਰਹਿ ਜਾਵੇ, ਕਿਸੇ ਕਾਰਨ ਕੋਈ ਮੋਇਸਚਰ ਦਾ ਕੰਟੇਨ ਰਹਿ ਜਾਵੇ, ਤਾਂ ਜਿਹੜਾ ਸਿਲਿਕਾ ਜਲ ਦੇ ਵਿੱਚ ਇਹ ਗੁਣ ਆ ਵੀ ਉਸ ਮੋਇਸਚਰ ਨੂੰ ਆਪਣੇ ਵਿੱਚ ਜਜ਼ਬ ਕਰ ਲੈਂਦਾ, ਉਸ ਮੋਇਸਚਰ ਨੂੰ ਆਪਣੇ ਵਿੱਚ ਜਜ਼ਬ ਕਰ ਲੈਂਦਾ। ਤੇ ਉਸ ਤੋਂ ਬਾਅਦ ਜਿਹੜੀ ਹੈਗੀ ਆ ਗੈਸ ਫਿਲਟਰ ਹੋਣ ਤੋਂ ਬਾਅਦ ਕੰਟਰੋਲ ਡਿਵਾਈਸ ਭਾਵ ਕੈਪਿਲਰੀ ਟਿਊਬ ਦੇ ਵਿੱਚ ਚਲੀ ਜਾਂਦੀ ਆ। ਰੈਫ੍ਰਿਜਰੇਸ਼ਨ ਸਿਸਟਮ ਦੇ ਵਿੱਚ 6 ਪ੍ਰਕਾਰ ਦੇ ਕੰਟਰੋਲ ਡਿਵਾਈਸ ਵਰਤੇ ਜਾਂਦੇ ਹਨ। ਨੰਬਰ 1, ਕੈਪਿਲਰੀ ਟਿਊਬ, ਜਿਹੜੀ ਜਿਸ ਦੀ ਵਰਤੋਂ ਡੋਮੈਸਟਿਕ ਮਸ਼ੀਨਾਂ ਦੇ ਵਿੱਚ ਕੀਤੀ ਜਾਂਦੀ ਆ। ਕਮਰਸ਼ੀਅਲ ਪਲਾਂਟਾਂ ਦੇ ਵਿੱਚ ਆਟੋਮੈਟਿਕ ਐਕਸਪੈਂਸ਼ਨ ਵਾਲਵ, ਥਰਮੋਸਟੈਟ ਐਕਸਪੈਂਸ਼ਨ ਵਾਲਵ, ਲੋ ਸਾਈਡ ਫਲੋਟ ਵਾਲਵ, ਹਾਈ ਸਾਈਡ ਫਲੋਟ ਵਾਲਵ, ਹੈਂਡ ਐਕਸਪੈਂਸ਼ਨ ਵਾਲਵ, ਜਿਹੜੇ ਬਾਕੀ ਦੇ ਐਕਸਪੈਂਸ਼ਨ ਵਾਲਵ ਨੇ ਉਹਨਾਂ ਦੀ ਵਰਤੋਂ ਕਮਰਸ਼ੀਅਲ ਪਲਾਂਟਾਂ ਦੇ ਵਿੱਚ ਕੀਤੀ ਜਾਂਦੀ ਆ। ਪਰੰਤੂ ਡੋਮੈਸਟਿਕ ਮਸ਼ੀਨਾਂ ਦੇ ਵਿੱਚ ਕੈਪਿਲਰੀ ਟਿਊਬ ਕੰਟਰੋਲ ਡਿਵਾਈਸ ਦਾ ਕੰਮ ਕਰਦੀ ਆ। ਕੈਪਿਲਰੀ ਟਿਊਬ
ਕੰਡੈਂਸਰ ਤੋਂ ਬਾਅਦ ਚ ਤੇ ਇਵੈਪੋਰੇਟਰ ਤੋਂ ਪਹਿਲਾਂ ਲੱਗੀ ਹੁੰਦੀ ਆ। ਇਹ ਇੱਕ ਸਿੰਪਲ ਪਾਈਪ ਆ ਜਿਹੜੀ ਕਿ ਗੈਸ ਦੇ ਪ੍ਰੈਸ਼ਰ ਨੂੰ ਕੰਟਰੋਲ ਕਰਦੀ ਆ। ਕਹਿਣ ਤੋਂ ਭਾਵ ਇਵੈਪੋਰੇਟਰ ਦੇ ਵਿੱਚ ਲੋੜ ਮੁਤਾਬਕ ਗੈਸ ਨੂੰ ਭੇਜਦੀ ਆ। ਗੈਸ ਦੇ ਪ੍ਰੈਸ਼ਰ ਨੂੰ ਕੰਟਰੋਲ ਕਰਕੇ ਇਵੈਪੋਰੇਟਰ ਵਿੱਚ ਲੋੜ ਮੁਤਾਬਕ ਭੇਜਦੀ ਆ। ਅੱਗੇ ਜਾ ਕੇ ਆਪਾਂ ਦੋ ਪਾਈਪ ਦੇ ਨਾਲ ਇਹਨੂੰ ਟੱਚ ਕੀਤਾ ਹੋਇਆ ਹੀਟ ਐਕਸਚੇਂਜਰ ਬਣਾਇਆ ਹੋਇਆ। ਹੀਟ ਐਕਸਚੇਂਜਰ ਦਾ ਜਿਹੜਾ ਕੰਮ ਆ ਉਹ ਜਿਹੜਾ ਹੈਗਾ, ਕਹਿਣ ਤੋਂ ਭਾਵ ਹੀਟ ਐਕਸਚੇਂਜਰ ਇੱਕ ਪਾਈਪ ਤੋਂ ਦੂਜੀ ਪਾਈਪ ਨੂੰ ਹੀਟ ਮਿਲਦੀ ਆ। ਇੱਕ ਪਾਈਪ ਤੋਂ ਦੂਜੀ ਪਾਈਪ ਨੂੰ, ਅੱਗੇ ਜਾ ਕੇ ਮੈਂ ਇਹਦੀ ਡਿਟੇਲ ਚ ਵਿੱਚ ਵੀ ਡਾਇਗਰਾਮ ਦਿਖਾ ਕੇ ਤੁਹਾਨੂੰ ਉਹ ਕਰੂੰ, ਡਿਸਕਸ ਕਰੂੰ। ਕਹਿਣ ਤੋਂ ਭਾਵ ਜਿਹੜਾ ਨੰਬਰ 2 ਤੇ ਜੁੜਿਆ ਹੋਇਆ ਉਹ ਹੀਟ ਐਕਸਚੇਂਜਰ ਬਣਾਇਆ ਹੋਇਆ, ਉਹਦੀ ਡਿਸਕਸ ਆਪਾਂ ਅੱਗੇ ਜਾ ਕੇ ਕਰਾਂਗੇ। ਉਸ ਤੋਂ ਬਾਅਦ ਆ ਜਾਂਦਾ ਇਵੈਪੋਰੇਟਰ ਦਾ ਜਿਹੜਾ ਕੰਮ ਆ ਉਸ ਵਿੱਚ ਰੱਖੀਆਂ ਹੋਈਆਂ ਵਸਤੂਆਂ ਦੀ ਹੀਟ ਨੂੰ ਲੈ ਕੇ ਠੰਡਿਆਂ ਕਰਨਾ। ਉਸ ਵਿੱਚ ਰੱਖੀਆਂ ਹੋਈਆਂ ਵਸਤੂਆਂ ਦੀ ਹੀਟ ਨੂੰ ਲੈ ਕੇ ਠੰਡਿਆਂ ਕਰਨਾ। ਜਦੋਂ ਕੈਪਿਲਰੀ ਟਿਊਬ ਦੇ ਵਿੱਚ ਲਿਕਵਿਡ ਜਾਂਦਾ ਤਾਂ ਲਿਕਵਿਡ ਉੱਥੇ ਠੰਡਾ ਹੋ ਜਾਂਦਾ। ਠੰਡਾ ਹੋਣ ਤੋਂ ਬਾਅਦ ਜਦੋਂ ਅੱਗੇ ਜਾ ਕੇ ਇਵੈਪੋਰੇਟਰ ਦੇ ਵਿੱਚ ਖੁੱਲਦਾ ਗਾ ਤਾਂ ਇਵੈਪੋਰੇਟਰ ਦੇ ਵਿੱਚ ਜਿਹੜਾ ਪਾਈਪਾਂ ਦਾ ਸਰਾਖ ਆ ਉਹ ਓਪਨ ਮਿਲ ਜਾਂਦਾ, ਇਹਨੂੰ ਖੁੱਲਾ ਮਿਲ ਜਾਂਦਾ। ਤਾਂ ਇਹ ਗੈਸ ਆ ਜਿਹੜੀ ਸਪਰੇਅ ਹੁੰਦੀ ਆ ਇਵੈਪੋਰੇਟਰ ਦੇ ਵਿੱਚ, ਕਿਉਂਕਿ ਇਹਨੂੰ ਕੰਟਰੋਲ ਕੀਤਾ ਜਾਂਦਾ ਕੈਪਿਲਰੀ ਟਿਊਬ ਦੇ ਦੁਆਰਾ। ਜਦੋਂ ਗੈਸ ਸਪਰੇਅ ਹੁੰਦੀ ਆ ਤਾਂ ਉੱਥੇ ਕੂਲਿੰਗ ਪੈਦਾ ਹੁੰਦੀ ਆ। ਤਾਂ ਜਿਹੜਾ ਉਹ ਲਿਕਵਿਡ ਆ ਉਹ ਵਸਤੂਆਂ ਦੀ ਹੀਟ, ਕੋਈ ਪਾਣੀ ਰੱਖਿਆ, ਕੁਝ ਵੀ ਰੱਖਿਆ ਇਵੈਪੋਰੇਟਰ ਦੇ ਵਿੱਚ, ਉਹਦੀ ਹੀਟ ਲੈ ਕੇ ਵੇਪਰ ਰੂਪ ਦੇ ਵਿੱਚ ਚੇਂਜ ਹੋ ਜਾਂਦਾ। ਅੱਗੇ ਜਾ ਕੇ ਉਹ ਵੇਪਰ ਰੂਪ ਦੇ ਵਿੱਚ ਚੇਂਜ ਹੋ ਜਾਂਦਾ। ਜਸਟ ਕੰਪਰੈਸਰ ਔਰ ਕੰਡੈਂਸਰ ਦਾ ਜਿਹੜਾ ਹੈਗਾ ਆਪੋਜੀਟ ਕੰਮ ਕਰਦੇ ਨੇ। ਕੰਪਰੈਸਰ ਤੇ ਕੰਡੈਂਸਰ ਆਪੋਜੀਟ ਕੰਮ ਕਰਦੇ ਨੇ। ਕੰਡੈਂਸਰ ਗੈਸ ਦੀ ਜਿਹੜੀ ਹੈਗੀ ਆ ਹੀਟ ਲੈ ਕੇ ਉਹਨੂੰ ਠੰਡਿਆ ਕਰਕੇ ਤਰਲ ਰੂਪ ਦੇ ਵਿੱਚ ਚੇਂਜ ਕਰਦਾ। ਕੰਡੈਂਸਰ ਗੈਸ ਦੀ ਹੀਟ ਲੈ ਕੇ ਉਹਨੂੰ ਤਰਲ ਰੂਪ ਦੇ ਵਿੱਚ ਚੇਂਜ ਕਰਦਾ। ਜਿਹੜਾ ਹੈਗਾ ਇਵੈਪੋਰੇਟਰ ਉਹ ਹੀਟ ਲੈ ਕੇ ਜਿਹੜਾ ਇਹਨੂੰ ਵੇਪਰ ਰੂਪ, ਲਿਕਵਿਡ ਨੂੰ ਵੇਪਰ ਰੂਪ ਦੇ ਵਿੱਚ ਚੇਂਜ ਕਰਦਾ। ਜਿਹੜਾ ਉਸ ਤੋਂ ਅੱਗੇ ਜਿਹੜਾ ਦਿਖਾਈ ਦੇ ਰਿਹਾ ਅਕਮੂਲੇਟਰ ਦਾ ਕੀ ਕੰਮ ਆ? ਅਕਮੂਲੇਟਰ ਦਾ ਕੰਮ ਆ ਵੀ ਸਾਡੀ ਸਕਸ਼ਨ ਪਾਈਪ ਦੁਆਰਾ ਜਿਹੜਾ ਹੈਗਾ ਕੰਪਰੈਸ਼ਨ ਨੂੰ ਓਨਲੀ ਵੇਪਰ ਮਿਲਣੇ ਚਾਹੀਦੇ ਨੇ। ਓਨਲੀ ਵੇਪਰ ਕੰਪਰੈਸਰ ਨੂੰ ਕੰਪਰੈਸ ਕਰਨੇ ਸੌਖੇ ਨੇ। ਅਗਰ ਇੱਥੇ ਕਈ ਵਾਰ ਲਿਕਵਿਡ ਰੂਪ ਦਾ ਧਾਰਨ ਕਰਕੇ ਗੈਸ ਕੰਪਰੈਸ਼ਰ ਦੇ ਵਿੱਚ ਚਲੀ ਜਾਵੇ ਤਾਂ ਉਹ ਜਿਹੜਾ ਹੈਗਾ ਉਹਨੂੰ ਕੰਪਰੈਸ ਕਰਨੇ ਦਿੱਕਤ ਆਉਂਦੀ ਆ। ਤਾਂ ਜਿਹੜਾ ਜਿਹੜੀ ਇਵੈਪੋਰੇਟਰ ਦੇ ਵਿੱਚ ਲਾਸਟ ਦੇ ਵਿੱਚ ਵੇਪਰ ਬਣ ਜਾਂਦੇ ਨੇ, ਪਰੰਤੂ ਕਈ ਵਾਰ ਉਹ ਲਿਕਵਿਡ ਦਾ ਰੂਪ ਵੇਪਰ ਧਾਰਨ ਕਰ ਲੈਂਦੇ ਨੇ। ਤਾਂ ਅਕਮੂਲੇਟਰ ਇਸ ਕਰਕੇ ਲਾਇਆ ਜਾਂਦਾ ਤਾਂ ਕਿ ਉਹ ਵੇਪਰ ਰੂਪ ਦੇ ਵਿੱਚ ਅੱਗੇ ਜਾ ਕੇ ਫਿਰ ਜਿਹੜਾ ਹੈਗਾ ਚੇਂਜ ਹੋ ਜਾਵੇ। ਅੱਗੇ ਜਿਹੜਾ ਹੈਗਾ ਸਕਸ਼ਨ ਲੈਣ ਰਾਹੀਂ ਫਿਰ ਗੈਸ ਕੰਪਰੈਸ਼ਰ ਦੇ ਵਿੱਚ ਚਲੀ ਜਾਂਦੀ ਹੈ। ਇਸੇ ਤਰ੍ਹਾਂ ਜਿਹੜਾ ਵਾਰ-ਵਾਰ ਰੈਫ੍ਰਿਜਰੇਸ਼ਨ ਸਾਈਕਲ ਚੱਲਦਾ ਰਹਿੰਦਾ। ਹੁਣ ਮੈਂ ਤੁਹਾਨੂੰ ਜਾਣਕਾਰੀ ਦੇਵਾਂਗਾ ਡਾਇਰੈਕਟ ਕੂਲ ਰੈਫ੍ਰਿਜਰੇਟਰ ਦੇ ਮਕੈਨੀਕਲ ਕੰਪੋਨੈਂਟਾਂ ਦੀ। ਮਕੈਨੀਕਲ ਕੰਪੋਨੈਂਟਾਂ ਇਹਦੇ ਵਿੱਚ ਕਿਹੜੇ ਵਰਤੇ ਜਾਂਦੇ ਨੇ ਫ੍ਰਿਜ ਦੇ ਵਿੱਚ? ਜਿਵੇਂ ਕਿ ਮੇਨ ਨੰਬਰ 1 ਤੇ ਕੰਪਰੈਸ਼ਰ ਆ ਗਿਆ, ਨੰਬਰ 2 ਤੇ ਕੰਡੈਂਸਰ ਆ ਗਿਆ, ਨੰਬਰ 3 ਤੇ ਕੰਟਰੋਲ ਡਿਵਾਈਸ ਆ ਗਿਆ, ਨੰਬਰ 4 ਤੇ ਇਵੈਪੋਰੇਟਰ, ਨੰਬਰ 5 ਤੇ ਅਕਮੂਲੇਟਰ ਐਂਡ ਹੀਟ ਐਕਸਚੇਂਜਰ ਜਿਹੜਾ ਹੈਗਾ। ਇਹ 5 ਜਿਹੜੇ ਹੈਗੇ 4 ਮੇਨ ਪਾਰਟ ਤੇ 5ਵਾਂ ਅਕਮੂਲੇਟਰ ਐਂਡ ਹੀਟ ਐਕਸਚੇਂਜਰ ਦੀ ਵਰਤੋਂ ਕੀਤੀ ਜਾਂਦੀ ਆ। ਹੁਣ ਆ ਗਿਆ ਕੰਪਰੈਸ਼ਰ। ਕੰਪਰੈਸ਼ਰ ਦਾ ਕੀ ਕੰਮ ਆ? ਕੰਪਰੈਸ਼ਰ ਦਾ ਕੰਮ ਆ ਵੀ ਸਕਸ਼ਨ ਸਾਈਡ ਵੱਲੋਂ ਲੋ ਪ੍ਰੈਸ਼ਰ ਲੋ ਟੈਂਪਰੇਚਰ ਵੇਪਰ ਸਟੇਜ ਵਾਲੀ ਗੈਸ ਨੂੰ ਸਕ ਕਰਕੇ ਹਾਈ ਪ੍ਰੈਸ਼ਰ ਹਾਈ ਟੈਂਪਰੇਚਰ ਦੇ ਰਾਹੀਂ ਕੰਡੈਂਸਰ ਵੱਲ ਡਿਸਚਾਰਜ ਕਰਨਾ। ਇਸ ਤੋਂ ਇਲਾਵਾ ਇਹ ਜਿਹੜਾ ਹੈਗਾ ਗੈਸ ਨੂੰ ਇੱਕ ਪਾਰਟ ਤੋਂ ਦੂਜੇ ਪਾਰਟ ਦੇ ਵਿੱਚ ਭੇਜਿਆ ਜਾਂਦਾ। ਜਿਵੇਂ ਕਿ ਮੈਂ ਪਹਿਲਾਂ ਦੱਸ ਚੁੱਕਿਆ, ਇਸ ਨੂੰ ਰੈਫ੍ਰਿਜਰੇਸ਼ਨ ਸਾਈਕਲ ਦਾ ਹਾਰਟ ਵੀ ਕਿਹਾ ਜਾਂਦਾ। ਜਿਹੜਾ ਹੈਗਾ ਕਿਵੇਂ ਸਕ ਕਰਦਾ, ਕਿਵੇਂ ਡਿਸਚਾਰਜ ਕਰਦਾ, ਕਿਵੇਂ ਕੰਪਰੈਸ ਕਰਕੇ ਅੱਗੇ ਭੇਜਦਾ। ਹੁਣ ਤੁਹਾਨੂੰ ਇਹਦੇ ਬਾਰੇ ਦੇ ਵਿੱਚ ਮੈਂ ਤੁਹਾਨੂੰ ਜਾਣਕਾਰੀ ਦੇਣਾ ਚਾਹੁੰਦਾ ਵੀ ਜਦੋਂ ਸਕਸ਼ਨ ਸਾਈਡ ਵੱਲੋਂ ਜਦੋਂ ਕੰਪਰੈਸ਼ਰ ਨੂੰ ਔਨ ਕੀਤਾ ਜਾਂਦਾ ਤਾਂ ਇਹ ਸਕਸ਼ਨ ਸਾਈਡ ਤੋਂ ਜਿਹੜਾ ਹੈਗਾ ਗੈਸ ਨੂੰ ਸਕ ਕਰਦਾ। ਸਕ ਕਿਵੇਂ ਕਰਦਾ ਵੀ ਜਿਹੜਾ ਸਿਲੰਡਰ ਆ ਜਦੋਂ ਪਿਸਟਨ ਸਕਸ਼ਨ ਸਟ੍ਰੋਕ ਵੱਲ ਜਾਂਦਾ, ਟੌਪ ਡੈਡ ਸੈਂਟਰ ਤੋਂ ਬਾਟਮ ਡੈਡ ਸੈਂਟਰ ਵੱਲ ਜਾਂਦਾ ਤਾਂ ਸਕਸ਼ਨ ਦੇ ਜਿਹੜਾ ਸਿਲੰਡਰ ਦੇ ਵਿੱਚ ਵੈਕਿਊਮ ਪੈਦਾ ਹੋ ਜਾਂਦਾ। ਸਿਲੰਡਰ ਦੇ ਵਿੱਚ ਵੈਕਿਊਮ ਪੈਦਾ ਹੋ ਜਾਂਦਾ। ਵੈਕਿਊਮ ਪੈਦਾ ਹੋਣ ਨਾਲ ਕੀ ਆ, ਸਕਸ਼ਨ ਵਾਲ ਜਿਹੜਾ ਹੈਗਾ ਖੁੱਲ ਜਾਂਦਾ, ਕਿਉਂਕਿ ਸਕਸ਼ਨ ਵਾਲ ਦੇ ਉੱਪਰ ਬੈਕ ਸਾਈਡ ਦਾ ਪ੍ਰੈਸ਼ਰ ਹੁੰਦਾ। ਪ੍ਰੈਸ਼ਰ ਉਹ ਭਾਵ ਤੋਂ 10 ਪਾਉਂਡ ਦਾ, 7 ਪਾਉਂਡ ਦਾ, 8 ਪਾਉਂਡ ਦਾ ਜੋ ਬੈਕ ਸਾਈਡ ਦਾ ਮਸ਼ੀਨ ਦਾ ਪ੍ਰੈਸ਼ਰ ਚੱਲ ਰਿਹਾ ਉਹਨਾਂ ਉਹਦੇ ਉੱਪਰ ਪ੍ਰੈਸ਼ਰ ਹੁੰਦਾ। ਜਦੋਂ ਟੌਪ ਤੋਂ ਪਿਸਟਨ ਨੀਚੇ ਵੱਲ ਨੂੰ ਆਉਂਦਾ ਤੇ ਚਾਰੇ ਸਾਈਡਾਂ ਤੋਂ ਉਹ ਸਿਲੰਡਰ ਆ ਜਿਹੜਾ ਕਲੋਜ਼ ਹੁੰਦਾ,
ਤਾਂ ਜਦੋਂ ਉਹ ਸਿਲੰਡਰ ਨੀਚੇ ਆਊਗਾ, ਪਿਸਟਨ ਨੀਚੇ ਆਊਗਾ, ਤਾਂ ਸਿਲੰਡਰ ਦੇ ਵਿੱਚ ਜਿਹੜਾ ਹੈਗਾ ਵੈਕਮ ਪੈਦਾ ਹੋ ਜੂ। ਵੈਕਮ ਪੈਦਾ ਹੋਣ ਨਾਲ ਜਿਹੜਾ ਹੈਗਾ ਸਕਸ਼ਨ ਵਾਲ ਖੁੱਲ ਜੂਗਾ। ਸਕਸ਼ਨ ਵਾਲ ਖੁੱਲਣ ਨਾਲ ਪੂਰੀ ਦੀ ਪੂਰੀ ਗੈਸ ਸਕਸ਼ਨ ਸਾਈਡ ਤੋਂ ਜਿਹੜੇ ਵੇਪਰ ਨੇ ਗੈਸ ਦੇ, ਉਹ ਸਿਲੰਡਰ ਦੇ ਵਿੱਚ ਭਰ ਜਾਣਗੇ। ਜਦੋਂ ਕ੍ਰੈਂਕ ਗੇੜਾ ਖਾ ਕੇ ਉੱਪਰ ਵੱਲ ਨੂੰ ਉੱਠਣਾ ਸ਼ੁਰੂ ਹੋਊਗਾ ਪਿਸਟਨ, ਤਾਂ ਜਿਹੜਾ ਉਹਦੇ ਵਿਚਲਾ ਪ੍ਰੈਸ਼ਰ, ਜਿਹੜਾ ਬੈਕ ਸਾਈਡ ਦਾ ਪ੍ਰੈਸ਼ਰ, ਸਕਸ਼ਨ ਸਾਈਡ ਦਾ ਪ੍ਰੈਸ਼ਰ ਚੱਲ ਰਿਹਾ, ਤਾਂ ਉਹ ਤੋਂ ਵਧੂਗਾ, ਤਾਂ ਸਕਸ਼ਨ ਵਾਲ ਬੰਦ ਹੋ ਜਾਊਗਾ। ਬੰਦ ਹੋਣ ਤੋਂ ਬਾਅਦ ਕੀ ਆ, ਪਿਸਟਨ ਜਿਹੜਾ ਮੋਟਰ ਕੰਪਰੈਸ਼ਰ ਨੂੰ ਚਲਾਉਂਦੀ ਰਹੂਗੀ ਤੇ ਪਿਸਟਨ ਜਿਹੜਾ ਉੱਪਰ ਉੱਠੂਗਾ। ਉੱਪਰ ਉੱਠਣ ਨਾਲ ਕੀ ਹੈ, ਉਹਦੇ ਵਿੱਚ ਗੈਸ ਆ ਜਿਹੜੀ ਕੰਪਰੈਸ ਹੋ ਜੂ। ਤਾਂ ਸਾਡੀ ਡਿਸਚਾਰਜ ਸਾਈਡ, ਇੱਕ ਸਾਈਡ ਤੇ ਬਲ ਪਲੇਟ ਦੇ ਉੱਪਰ ਸਕਸ਼ਨ ਵਾਲ ਲੱਗੇ ਨੇ ਤੇ ਦੂਜੇ ਉੱਪਰਲੇ ਪਾਸੇ ਜਿਹੜੇ ਡਿਸਚਾਰਜ ਵਾਲਵ ਲੱਗੇ ਹੋਏ ਨੇ। ਤਾਂ ਜਿਹੜੇ ਡਿਸਚਾਰਜ ਵਾਲਵ ਨੇ, ਡਿਸਚਾਰਜ ਵਾਲਵਾਂ ਦੇ ਉੱਤੇ ਡਿਸਚਾਰਜ ਲਾਈਨ ਦਾ ਭਾਵ ਡਿਸਚਾਰਜ ਜਿਹੜੀ ਕੰਡੈਂਸਰ ਸਾਈਡ ਦਾ ਜਿਹੜਾ ਪ੍ਰੈਸ਼ਰ ਆ ਉਹ ਹੈਗਾ, ਉਹ ਸਿਸਟਮ ਦੇ ਵਿੱਚ ਜਿੰਨਾ ਪ੍ਰੈਸ਼ਰ ਚੱਲ ਰਿਹਾ ਅਲੱਗ-ਅਲੱਗ ਗੈਸਾਂ ਦਾ ਡਿਪੈਂਡ ਕਰਦਾ, ਐਟਮੋਸਫੇਅਰਿਕ ਟੈਂਪਰੇਚਰ ਦੇ ਉੱਪਰ ਡਿਪੈਂਡ ਕਰਦਾ ਵੀ ਕਿੰਨਾ ਪ੍ਰੈਸ਼ਰ ਚੱਲ ਰਿਹਾ। ਸਪੋਜ਼ ਕਰ ਲਓ ਐਗਜ਼ਾਮਪਲ ਦੇ ਤੌਰ ਤੇ 150 ਪਾਉਂਡ ਦਾ ਪ੍ਰੈਸ਼ਰ ਸਾਡਾ ਚੱਲ ਰਿਹਾ ਫਿਰ ਡਿਸਚਾਰਜ ਪ੍ਰੈਸ਼ਰ। ਤਾਂ ਜਦੋਂ ਸਿਲੰਡਰ ਦੇ ਵਿਚਲਾ 150 ਪਾਉਂਡ ਤੋਂ PSI ਤੋਂ ਪ੍ਰੈਸ਼ਰ ਵੱਧ ਗਿਆ ਤੇ ਉਹ ਡਿਸਚਾਰਜ ਵਾਲਵ ਖੁੱਲ ਜੂਗਾ। ਖੁੱਲਣ ਨਾਲ ਜਿਹੜੀ ਜਿੰਨੀ ਕੰਪਰੈਸ ਕੀਤੀ ਹੋਈ ਗੈਸ ਆ ਉਹ ਡਿਸਚਾਰਜ ਲਾਈਨ ਰਾਹੀਂ ਬਾਹਰ ਚਲੀ ਜਾਊਗੀ। ਤੇ ਇਸ ਤਰ੍ਹਾਂ ਸਾਈਕਲ ਜਿਹੜਾ ਗੈਸ ਇਹਦੇ ਵਿੱਚ ਆਉਂਦੀ ਰਹਿੰਦੀ ਆ ਸੱਕ ਕਰਕੇ, ਇਸੇ ਤਰ੍ਹਾਂ ਇਹ ਕੰਪਰੈਸ ਕਰਕੇ ਬਾਹਰ ਜਿਹੜਾ ਕੱਢਦਾ ਰਹਿੰਦਾ। ਇਸ ਤੋਂ ਬਾਅਦ ਮੈਂ ਤੁਹਾਨੂੰ ਦੱਸੂਗਾ ਇਹਨਾਂ ਦੇ ਮੇਨ ਪਾਰਟ, ਜਿਹੜੇ ਕੰਪਰੈਸਰ ਦੇ ਜਿਹੜੇ ਇੰਟਰਨਲ ਪਾਰਟ ਨੇ ਉਹਨਾਂ ਦੇ ਵਿੱਚ ਬਾਰੇ ਮੈਂ ਜਾਣਕਾਰੀ ਦੇਵਾਂਗਾ। ਇਹ ਹੈਗਾ ਸਾਡਾ ਕੰਪਰੈਸ਼ਰ ਓਪਨ ਕੀਤਾ ਹੋਇਆ, ਓਪਨ ਕੀਤਾ ਕੰਪਰੈਸ਼ਰ ਜਿਹੜਾ ਤੁਹਾਨੂੰ ਦਿਖਾਈ ਦੇ ਰਿਹਾ। ਨੰਬਰ 1 ਤੇ ਇਹਦਾ ਹੈਗਾ ਡੋਮ। ਡੋਮ, ਇਹਨੂੰ ਡੋਮ ਕਿਹਾ ਜਾਂਦਾ, ਜਿਹਦੇ ਵਿੱਚ ਕੰਪਰੈਸ਼ਰ ਤੇ ਮੋਟਰ ਦੋਨੋਂ ਫਿੱਟ ਹੁੰਦੇ ਨੇ। ਤੇ ਨੰਬਰ 2 ਤੇ ਡੋਮ ਕਵਰ ਪਿਆ, ਜਿਹੜਾ ਇਹਦੇ ਉੱਪਰ ਰੱਖ ਕੇ ਇਹਨੂੰ ਵੈਲਡਿੰਗ ਕੀਤਾ ਜਾਂਦਾ। ਜਿਹੜਾ ਇਹਦੇ ਮੇਨ ਪਾਰਟ ਜਿਹੜੇ ਹੈਗੇ ਨੇ ਕੰਪਰੈਸ਼ਰ ਦੇ, ਹੈਡ ਪਲੇਟ ਆ ਜਾਂਦੀ ਆ, ਬਾਲ ਪਲੇਟ ਆ ਜਾਂਦੀ ਆ, ਤੇ ਸਿਲੰਡਰ ਆ ਜਾਂਦਾ, ਪਿਸਟਨ ਆ ਜਾਂਦਾ, ਇਹਦੇ ਵਿੱਚ ਕ੍ਰੈਂਕ ਸ਼ਾਫਟ ਆ ਜਾਂਦੀ ਆ, ਪਿਸਟਨ ਪਿਨ ਆ ਜਾਂਦੀ ਆ, ਕਨੈਕਟਿੰਗ ਰਾਡ ਆ ਜਾਂਦੀ ਆ, ਆਦਿ ਜਿਹੜੇ ਇਹਦੇ ਮੇਨ ਪਾਰਟ ਨੇ। ਇਹ ਤੋਂ ਇਲਾਵਾ ਜਿਹੜਾ ਹੈਗਾ ਸਟੇਟਰ ਤੇ ਰੋਟਰ ਤੁਹਾਨੂੰ ਦਿਖਾਈ ਦੇ ਰਹੇ ਨੇ, ਇਲੈਕਟ੍ਰਿਕ ਕੰਪੋਨੈਂਟ ਦਿਖਾਈ ਦੇ ਰਹੇ ਨੇ। ਇਹ ਹੈਗੇ ਜਿਹੜਾ ਕੰਪਰੈਸਰ ਦੇ, ਹਰਮੈਟਿਕ ਕੰਪਰੈਸਰ ਦੇ ਮੇਨ ਪਾਰਟ। ਅਗਲਾ ਜਿਹੜਾ ਸੈਕੰਡ ਨੰਬਰ 2 ਤੇ ਆਪਾਂ ਕੰਪਰੈਸਰ ਤੋਂ ਬਾਅਦ ਆ ਗਿਆ ਕੰਡੈਂਸਰ। ਕੰਡੈਂਸਰ ਦਾ ਕੀ ਕੰਮ ਆ? ਜਿਹੜਾ ਕੰਡੈਂਸਰ ਹੈ ਡੋਮੈਸਟਿਕ ਮਸ਼ੀਨਾਂ ਦੇ ਵਿੱਚ, ਜਿਵੇਂ ਮੈਂ ਪਹਿਲਾਂ ਗੱਲ ਕੀਤੀ ਸੀਗੀ, ਉਹ ਹੈਗਾ 에ਅਰ ਕੂਲਡ ਕੰਡੈਂਸਰ ਦੀ ਵਰਤੋਂ ਕੀਤੀ ਜਾਂਦੀ ਹੈ। ਪਰੰਤੂ ਰੈਫ੍ਰਿਜਰੇਸ਼ਨ ਸਿਸਟਮ ਦੇ ਵਿੱਚ 3 ਪ੍ਰਕਾਰ ਦੇ ਕੰਡੈਂਸਰ ਹੁੰਦੇ ਨੇ। ਨੰਬਰ 1 에ਅਰ ਕੂਲਡ, ਨੰਬਰ 2 ਵਾਟਰ ਕੂਲਡ, ਨੰਬਰ 3 ਇਵੈਪੋਰੇਟਿਵ ਟਾਈਪ ਜਿਹੜਾ ਹੈਗਾ ਕੰਡੈਂਸਰ। ਜਿਹੜਾ ਵਾਟਰ ਕੂਲਡ ਕੰਡੈਂਸਰ ਜਾਂ ਇਵੈਪੋਰੇਟਿਵ ਟਾਈਪ ਕੰਡੈਂਸਰ ਨੇ, ਉਹਨਾਂ ਦੀ ਵਰਤੋਂ ਕਮਰਸ਼ੀਅਲ ਪਲਾਂਟਾਂ ਦੇ ਵਿੱਚ ਕੀਤੀ ਜਾਂਦੀ ਹੈ। ਤਾਂ ਸਾਡੀਆਂ 1 ਟਨ ਤੋਂ ਲੈ ਕੇ ਜਾਂ ਛੋਟੀਆਂ ਮਸ਼ੀਨਾਂ ਤੋਂ ਲੈ ਕੇ 5 ਟਨ ਤੱਕ ਦੇ ਜਿਹੜੀਆਂ ਮਸ਼ੀਨਾਂ ਨੇ, ਉਹਨਾਂ ਦੇ ਵਿੱਚ 에ਅਰ ਕੂਲਡ ਕੰਡੈਂਸਰ ਦੀ ਹੀ ਵਰਤੋਂ ਕੀਤੀ ਜਾਂਦੀ ਆ। ਕੰਡੈਂਸਰ ਦਾ ਕੀ ਕੰਮ ਆ? ਜਦੋਂ ਕੰਪਰੈਸ਼ਰ ਜਿਹੜਾ ਹੈਗਾ ਕੰਪਰੈਸ ਕਰਤੀ ਹੋਈ ਗੈਸ ਨੂੰ ਕੰਡੈਂਸਰ ਦੇ ਵਿੱਚ ਆਉਂਦੀ ਆ, ਤਾਂ ਉਹ ਜਿਹੜੀ ਗੈਸ ਆ ਹੀਟ ਆਪਣੀਆਂ ਪਾਈਪਾਂ ਨੂੰ ਦੇ ਦਿੰਦੀ ਆ। ਪਾਈਪਾਂ ਆਪਣੀਆਂ ਹੀਟ ਫਿਨਜ ਨੂੰ ਦੇ ਦਿੰਦੀਆਂ ਨੇ। ਫਿਨਜ ਜਿਹੜੀਆਂ ਹੈਗੀਆਂ ਹਵਾ ਦੇ ਵਿੱਚ ਹੀਟ ਨੂੰ ਛੱਡ ਦਿੰਦੀਆਂ ਨੇ, ਤੇ ਹਵਾ ਦੇ ਵਿੱਚ ਹੀਟ ਜਿਹੜਾ ਟੈਂਪਰੇਚਰ ਘੱਟ ਹੁੰਦਾ, ਜਿਹਦੇ ਨਾਲ ਕੋਇਲ ਵਾਈਜ਼ ਕੋਇਲ ਜਾਂਦੀ ਜਾਂਦੀ ਗੈਸ ਐਂਡ ਤੇ ਜਾ ਕੇ ਤਰਲ ਰੂਪ ਦੇ ਵਿੱਚ ਚੇਂਜ ਹੋ ਜਾਂਦੀ ਆ। ਜਿਹਦਾ ਕੰਡੈਂਸਰ ਦਾ ਮੇਨ ਕੰਮ ਹੀ ਆ ਵੀ ਹਾਈ ਪ੍ਰੈਸ਼ਰ ਹਾਈ ਟੈਂਪਰੇਚਰ ਵਾਲੀ ਗੈਸ ਨੂੰ ਜਿਹੜਾ ਠੰਡਿਆਂ ਕਰਨਾ, ਤਾਂ ਕਿ ਗੈਸ ਤਰਲ ਰੂਪ ਦੇ ਵਿੱਚ ਚੇਂਜ ਹੋ ਜਾਵੇ। ਇਸ ਤੋਂ ਬਾਅਦ ਅਗਲਾ ਜਿਹੜਾ ਪਾਰਟ ਆ ਗਿਆ ਕੰਟਰੋਲ ਡਿਵਾਈਸ। ਕੰਟਰੋਲ ਡਿਵਾਈਸ ਦਾ ਕੀ ਕੰਮ ਆ? ਇਹ ਕੰਡੈਂਸਰ ਅਤੇ ਇਵੈਪੋਰੇਟਰ ਦੇ ਦਰਮਿਆਨ ਲੱਗੀ ਹੁੰਦੀ ਆ। ਇਹਦੇ ਸਾਹਮਣੇ ਜਿਹੜਾ ਹੈਗਾ ਸਾਈਡ ਤੇ ਦਿਖਾਇਆ ਹੋਇਆ ਉਹ ਹੈਗਾ ਫਿਲਟਰ ਜਾਂ ਡਰਾਇਰ ਦਿਖਾਇਆ ਹੋਇਆ, ਕਿਉਂਕਿ ਇਹ ਇੱਕ ਸਿੰਪਲ ਪਾਈਪ ਆ। ਸਿੰਪਲ ਪਾਈਪ ਦੇ ਵਿੱਚ ਜਿਹੜਾ ਸੁਰਾਖ ਆ ਉਹ ਬਹੁਤ ਬਰੀਕ ਹੁੰਦਾ, ਇਸੇ ਕਰਕੇ ਇਹ ਕੰਟਰੋਲ ਕਰਕੇ ਇਵੈਪੋਰੇਟਰ ਦੇ ਵਿੱਚ ਭੇਜਦੀ ਹੈ। ਜਿਹੜਾ ਹਰ ਇੱਕ ਮਸ਼ੀਨ ਦੇ ਵਿੱਚ ਅਲੱਗ ਸਾਈਜ਼ ਤੇ ਅਲੱਗ ਲੰਬਾਈ ਦੀ ਜਿਹੜੀ ਹੈਗੀ ਆ ਕੈਪਿਲਰੀ ਟਿਊਬ ਵਰਤੀ ਜਾਂਦੀ ਆ। ਜਦੋਂ ਕੰਡੈਂਸਰ ਵੱਲੋਂ ਤਰਲ ਜਿਹੜਾ ਹੈਗਾ ਸਾਡੇ ਫਿਲਟਰ ਦੇ ਵਿੱਚ ਆਉਂਦਾ, ਫਿਲਟਰ ਦੇ ਵਿੱਚ, ਤਾਂ ਫਿਲਟਰ ਉਸ ਗੈਸ ਨੂੰ ਫਿਲਟਰ ਕਰਦਾ। ਫਿਲਟਰ ਕਰਨ ਤੋਂ ਬਾਅਦ ਇਹਦੇ ਵਿੱਚ ਸਿਲਿਕਾ ਜਲ ਭਰਿਆ ਹੋਇਆ ਜਿਹੜਾ ਕਿ ਮੋਇਸਚਰ ਨੂੰ ਅਬਜ਼ੌਰਬ ਕਰਦਾ। ਤਾਂ ਉਸ ਤੋਂ ਬਾਅਦ ਗੈਸ ਇਹਦੇ ਪਾਈਪ ਦੇ ਥਰੂ ਜਿਹੜੀ ਜਾਂਦੀ ਆ,
ਪਾਈਪ ਦੀ ਥਰੂ ਜਾਣ ਤੋਂ ਬਾਅਦ ਇਵੈਪੋਰੇਟਰ ਦੇ ਵਿੱਚ ਜਾ ਕੇ ਖੁੱਲਦੀ ਆ। ਇਵੈਪੋਰੇਟਰ ਦੇ ਵਿੱਚ ਇਹੀ ਗੈਸ ਇਵੈਪੋਰੇਟ ਹੁੰਦੀ ਆ, ਸਪਰੇ ਹੁੰਦੀ ਆ। ਇਹਦਾ ਕੰਮ ਆ ਜਿਹੜਾ ਹੈਗਾ ਕੈਪਿਲਰੀ ਟਿਊਬ ਦਾ ਕੰਮ ਆ ਪ੍ਰੈਸ਼ਰ ਨੂੰ ਕੰਟਰੋਲ ਕਰਨਾ, ਲਿਕਵਿਡ ਦੇ ਪ੍ਰੈਸ਼ਰ ਨੂੰ ਕੰਟਰੋਲ ਕਰਕੇ ਇਵੈਪੋਰੇਟਰ ਦੇ ਵਿੱਚ ਭੇਜਣਾ ਜਿਹੜਾ ਹੈਗਾ। ਇਹ ਸਪੈਸ਼ਲ ਆ ਜਿਹੜੀ ਹੈਗੀ ਆ ਲੰਬਾਈ ਦੇ ਵਿੱਚ ਲਾਈ ਜਾਂਦੀ ਆ। ਹਰ ਇੱਕ ਫਰਿੱਜ ਦੇ ਵਿੱਚ ਇਹਦਾ ਸਾਈਜ਼ ਤੇ ਲੰਬਾਈ ਨਿਸ਼ਚਿਤ ਕੀਤੀ ਜਾਂਦੀ ਆ। ਅਗਰ ਆਪਾਂ ਇਸ ਲੰਬਾਈ ਤੋਂ ਸਪੋਜ਼ ਕਰ ਲਓ ਕਿਸੇ ਫਰਿੱਜ ਦੇ ਵਿੱਚ 10 ਫੁੱਟ ਪਾਈਪ ਲੱਗੀ ਹੋਈ ਆ, ਤਾਂ ਅਸੀਂ ਉਸ ਫਰਿੱਜ ਦੇ ਵਿੱਚ ਦੁਬਾਰਾ ਅਗਰ ਚੇਂਜ ਕਰਨੀ ਪਏਗੀ ਤਾਂ ਉਹੀ ਸਾਈਜ਼ 10 ਫੁੱਟ ਹੀ ਲਾਉਣੀ ਆ, ਕਿਉਂਕਿ ਅਗਰ ਇਹਦਾ ਸਾਈਜ਼ ਆਪਾਂ ਵਧਾ ਜਾਂ ਘਟਾ ਦੇਵਾਂਗੇ ਉਹਦੇ ਨਾਲ ਲਿਕਵਿਡ ਦੀ ਮਾਤਰਾ ਇਵੈਪੋਰੇਟਰ 'ਚ ਵੱਧ ਜਾਂ ਘਟ ਜਾਊਗੀ। ਇਹ ਪਹਿਲਾਂ ਡਿਜ਼ਾਈਨ ਕੀਤੀ ਜਾਂਦੀ ਆ ਉਸ ਮਸ਼ੀਨ ਦੇ ਉੱਪਰ। ਜਿਵੇਂ ਕਿ ਏਸੀ ਦੇ ਵਿੱਚ ਲੱਗਦੀ ਆ ਕੋਈ 2 ਫੁੱਟ ਜਾਂ 3 ਫੁੱਟ ਲੱਗਦੀ ਆ, ਉਹਦਾ ਸਾਈਜ਼ ਅਲੱਗ ਹੁੰਦਾ। ਵਾਟਰ ਕੂਲਰ ਦੇ ਵਿੱਚ ਅਲੱਗ ਲੱਗਦੀ ਆ, ਉਹਦਾ ਸਾਈਜ਼ ਅਲੱਗ ਹੁੰਦਾ। ਤਾਂ ਇਸ ਕਰਕੇ ਜੋ ਕੰਪਨੀ ਵੱਲੋਂ ਡਿਜ਼ਾਈਨ ਕੀਤਾ ਜਾਂਦਾ ਕੋਈ ਵੀ ਮਸ਼ੀਨ, ਤਾਂ ਉਹਦੇ ਉੱਪਰ ਪਹਿਲਾਂ ਡਿਜ਼ਾਈਨ ਕਰਕੇ ਹੀ ਕੈਪਿਲਰੀ ਟਿਊਬ ਬਣਾਈ ਜਾਂਦੀ ਆ। ਉਹਦੀ ਲੈਂਥ ਔਰ ਉਹਦਾ ਸਾਈਜ਼ ਨਿਸ਼ਚਿਤ ਕੀਤਾ ਜਾਂਦਾ। ਤਾਂ ਉਸੇ ਸਾਈਜ਼ ਦਾ ਆਪਾਂ ਉਹਦੇ ਸਾਈਜ਼ ਨੂੰ ਚੇਂਜ ਨਹੀਂ ਕਰ ਸਕਦੇ। ਅਗਰ ਸਾਈਜ਼ ਨੂੰ ਚੇਂਜ ਕਰਾਂਗੇ ਤਾਂ ਉਹਦਾ ਜਿਹੜਾ ਹੈਗਾ ਕੂਲਿੰਗ ਦੇ ਉੱਪਰ ਅਸਰ ਪਊਗਾ। ਤੇ ਇਸ ਤੋਂ ਅਗਲਾ ਜਿਹੜਾ ਪਾਰਟ ਆ ਆਪਣਾ ਆ ਗਿਆ ਇਵੈਪੋਰੇਟਰ। ਇਵੈਪੋਰੇਟਰ ਦਾ ਜਿਹੜਾ ਕੰਮ ਆ ਮੈਂ ਪਹਿਲਾਂ ਦੱਸ ਚੁੱਕਿਆ ਵੀ ਉਹ ਜਿਹੜੀਆਂ ਵਸਤੂਆਂ ਰੱਖੀਆਂ ਹੋਈਆਂ ਨੇ ਇਵੈਪੋਰੇਟਰ ਦੇ ਵਿੱਚ, ਭਾਵੇਂ ਉਹ ਕੋਈ ਵੀ ਚੀਜ਼ ਰੱਖੀ ਹੋਈ ਆ, ਉਹਦੀ ਹੀਟ ਨੂੰ ਲੈ ਕੇ ਠੰਡਿਆਂ ਕਰਨਾ। ਜਿਹੜੀ ਕੈਪਿਲਰੀ ਟਿਊਬ ਆ ਉਹ ਇਵੈਪੋਰੇਟਰ ਦੇ ਵਿੱਚ ਖੁੱਲਦੀ ਆ। ਇਵੈਪੋਰੇਟਰ ਦੇ ਵਿੱਚ ਕੂਲਿੰਗ ਜਿਹੜੀ ਹੈਗੀ ਆ ਸ਼ੁਰੂ ਹੋ ਜਾਂਦੀ ਹੈ। ਇਵੈਪੋਰੇਟਰ 'ਚ ਕੂਲਿੰਗ ਸ਼ੁਰੂ ਹੋਣ ਤੋਂ ਬਾਅਦ 'ਚ ਜਿਹੜੀ ਇਹਦੀ ਹਰੇਕ ਪਾਈਪ ਦੇ ਵਿੱਚ ਇੱਕ ਸਾਈਡ ਤੋਂ ਗੈਸ ਜਿਹੜੀ ਇੰਟਰ ਹੁੰਦੀ ਜਿਵੇਂ ਕਿ ਤੁਹਾਨੂੰ ਦਿਖਾਈ ਦੇ ਰਹੀ ਹੈ, ਇਹਦੀਆਂ ਪਾਈਪਾਂ ਅੱਗੇ ਜਾਂਦੀ ਜਿਹੜੀ ਹੈਗੀ ਆ ਇਹ ਗੈਸ ਜਿਹੜੀ ਵੇਪਰ ਰੂਪ ਦੇ ਵਿੱਚ ਚੇਂਜ ਹੋ ਜਾਂਦੀ ਆ। ਪਹਿਲਾਂ ਇਹਦੇ ਵਿੱਚ ਲਿਕਵਿਡ ਸਪਰੇ ਹੁੰਦਾ। ਲਿਕਵਿਡ ਸਪਰੇ ਹੋਣ ਤੋਂ ਬਾਅਦ ਜਦੋਂ ਵੇਪਰ ਰੂਪ ਦੇ ਵਿੱਚ ਉੱਥੋਂ ਦੀ ਹੀਟ ਲੈ ਕੇ ਜੋ ਸਮਾਨ ਰੱਖਿਆ ਹੋਇਆ ਉਹਦੀ ਹੀਟ ਲੈ ਕੇ ਵੇਪਰ ਰੂਪ ਦੇ ਵਿੱਚ ਚੇਂਜ ਹੋ ਜਾਂਦੀ ਆ। ਇਹ ਆ ਗਿਆ ਅਕਮੂਲੇਟਰ ਐਂਡ ਹੀਟ ਐਕਸਚੇਂਜਰ, ਜਿਹਦੀ ਮੈਂ ਗੱਲ ਕਰ ਰਿਹਾ ਸੀ ਵੀ ਅੱਗੇ ਜਾ ਕੇ ਤੁਹਾਨੂੰ ਡਿਟੇਲ ਦੇ ਵਿੱਚ ਦਿਖਾਉਂ। ਇਹ ਇੱਕ ਪਹਿਲਾ ਮਾਡਲ ਆਉਂਦੇ ਸੀਗੇ ਜਿਹੜੇ ਫਰਿੱਜਾਂ ਦੇ ਵਿੱਚ, ਪੁਰਾਣੇ ਮਾਡਲ। ਇਸੇ ਕਰਕੇ ਮੈਂ ਸਪੈਸ਼ਲ ਇਹ ਲਾਇਆ ਵੀ ਅਕਮੂਲੇਟਰ ਕੀ ਹੁੰਦਾ। ਜਿਵੇਂ ਕਿ ਪਹਿਲਾਂ ਦੱਸਿਆ ਵੀ ਕੰਪਰੈਸ਼ਰ ਨੂੰ ਸਕਸ਼ਨ ਸਾਈਡ ਤੇ ਓਨਲੀ ਵੇਪਰ ਚਾਹੀਦੇ ਨੇ। ਤਾਂ ਕਈ ਵਾਰ ਫ੍ਰੀਜ਼ਰ ਦੇ ਵਿੱਚ ਜਿਹੜਾ ਹੈਗਾ ਲਿਕਵਿਡ ਦਾ ਰੂਪ ਧਾਰਨ ਕਰਕੇ ਗੈਸ ਜਿਹੜੀ ਕੰਪਰੈਸ਼ਰ ਦੇ ਵਿੱਚ ਚਲੀ ਜਾਂਦੀ ਆ। ਇਸ ਕਰਕੇ ਅਕਮੂਲੇਟਰ ਦੇ ਵਿੱਚ ਜਿਹੜੀ ਹੈਗੀ ਆ ਗੈਸ ਉਹ ਵੇਪਰ ਰੂਪ ਦੇ ਵਿੱਚ ਚੇਂਜ ਹੋ ਜਾਂਦੀ ਹੈ। ਇਸ ਕਰਕੇ ਇਵੈਪੋਰੇਟਰ ਦੀ ਲਾਸਟ ਕੋਇਲ ਤੇ ਜਿਹੜਾ ਹੈਗਾ ਅਕਮੂਲੇਟਰ ਲਾਇਆ ਜਾਂਦਾ। ਹੀਟ ਐਕਸਚੇਂਜਰ ਜਿਹੜਾ ਹੈਗਾ ਉਹ ਸਕਸ਼ਨ ਲਾਈਨ ਤੇ ਕੈਪਿਲਰੀ ਟਿਊਬ ਨੂੰ ਜੁਆਇੰਟ ਬਣਾ ਕੇ, ਜੋੜ ਕੇ, ਮਤਲਬ ਭਾਵ ਟੱਚ ਕਰਕੇ, ਸ਼ੋਲਡਰ ਕਰਕੇ ਉਹਦੇ ਨਾਲ ਜਿਹੜਾ ਹੈਗਾ ਦੋਨਾਂ ਪਾਈਪਾਂ ਨੂੰ ਤਕਰੀਬਨ 4 ਜਾਂ 3 ਜਾਂ 4 ਫੁੱਟ ਦੀ ਜਗ੍ਹਾ ਲੰਬਾਈ ਦੇ ਵਿੱਚ ਦੋਨਾਂ ਪਾਈਪਾਂ ਨੂੰ ਸ਼ੋਲਡਰ ਕੀਤਾ ਜਾਂਦਾ, ਦੋਨਾਂ ਪਾਈਪਾਂ ਨੂੰ ਅਟੈਚ ਕੀਤਾ ਜਾਂਦਾ, ਨਾਲ ਕੀਤਾ ਜਾਂਦਾ। ਤਾਂ ਉਹ ਇੱਕ ਹੀਟ ਐਕਸਚੇਂਜਰ ਬਣ ਜਾਂਦਾ। ਕੀ ਕੰਮ ਆ ਉਹਦਾ? ਹੀਟ ਐਕਸਚੇਂਜਰ ਕੀ ਕੰਮ ਕਰਦਾ? ਹੀਟ ਐਕਸਚੇਂਜਰ ਨਾਲ ਕਿਵੇਂ ਐਫੀਸ਼ੀਐਂਸੀ ਸਾਡੀ ਜਿਹੜੀ ਮਸ਼ੀਨ ਦੀ ਵੱਧਦੀ ਆ? ਹੀਟ ਐਕਸਚੇਂਜਰ ਜਿਹੜਾ ਹੈਗਾ ਕੰਡੈਂਸਰ ਵੱਲੋਂ ਜਦੋਂ ਗੈਸ ਕੰਡੈਂਸ ਕੀਤੀ ਜਾਂਦੀ ਆ ਤਾਂ ਉਹ ਤਰਲ ਰੂਪ ਦੇ ਵਿੱਚ ਚੇਂਜ ਹੋ ਜਾਂਦੀ ਆ। ਤਾਂ ਕਈ ਵਾਰ ਜ਼ਿਆਦਾ ਗਰਮੀ ਦੇ ਵਿੱਚ, ਜਿਵੇਂ ਕਿ ਆਪਣਾ ਮਈ ਜੂਨ ਦੇ ਵਿੱਚ 45-46 ਡਿਗਰੀ ਟੈਂਪਰੇਚਰ ਹੋ ਜਾਂਦਾ, ਤਾਂ ਉਸ ਹੀਟ ਨਾਲ ਜਿਹੜਾ ਹੈਗਾ ਗੈਸ ਆ ਜਿਹੜੀ ਉਹ ਕੰਡੈਂਸ ਨਹੀਂ ਹੁੰਦੀ ਹੈਗੀ। ਗੈਸ ਨਾ ਕੰਡੈਂਸ ਹੋਣ ਕਰਕੇ ਮਸ਼ੀਨ ਦਾ ਜਿਹੜਾ ਹੈਡ ਪ੍ਰੈਸ਼ਰ ਵੱਧ ਜਾਂਦਾ। ਹੈਡ ਪ੍ਰੈਸ਼ਰ ਵਧੂਗਾ ਤਾਂ ਮਸ਼ੀਨ ਦਾ ਐਂਪੀਅਰ ਵਧਣਗੇ। ਇਸ ਕਰਕੇ ਹੀਟ ਐਕਸਚੇਂਜਰ ਬਣਾਇਆ ਜਾਂਦਾ। ਤਾਂ ਜਿਹੜੀ ਪਾਈਪ ਨੂੰ ਮੰਨ ਲਓ ਕੈਪਿਲਰੀ ਟਿਊਬ ਨੂੰ ਥੋੜੀ ਠੰਡ ਦੀ ਲੋੜ ਹੁੰਦੀ ਆ ਤੇ ਸਕਸ਼ਨ ਲਾਈਨ ਨੂੰ ਥੋੜੀ ਹੀਟ ਦੀ ਲੋੜ ਹੁੰਦੀ ਆ। ਤਾਂ ਦੋਨਾਂ ਪਾਈਪਾਂ ਨੂੰ ਜੋੜ ਕੇ ਹੀਟ ਐਕਸਚੇਂਜਰ ਬਣਾ ਦਿੱਤਾ ਜਾਂਦਾ ਤਾਂ ਕਿ ਇੱਕ ਦੂਜੀ ਪਾਈਪ ਤੋਂ ਹੀਟ ਮਿਲ ਸਕੇ। ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਵੀ ਜ਼ਿਆਦਾ ਗਰਮੀ ਦੇ ਵਿੱਚ ਕੰਡੈਂਸਰ ਦੇ ਵਿੱਚ ਗੈਸ ਤਰਲ ਰੂਪ ਦੇ ਵਿੱਚ ਚੇਂਜ ਨਹੀਂ ਹੁੰਦੀ ਹੈਗੀ, ਤਾਂ ਉਹ ਕੈਪਿਲਰੀ ਟਿਊਬ ਦੇ ਵਿੱਚ ਆ ਕੇ ਜਦੋਂ ਸਕਸ਼ਨ ਪਾਈਪ ਨਾਲ ਟੱਚ ਹੁੰਦੀ ਆ ਤਾਂ ਸਕਸ਼ਨ ਪਾਈਪ ਦੀ ਕੂਲਿੰਗ ਲੈ ਲੈਂਦੀ ਆ। ਉਹ ਸਕਸ਼ਨ ਪਾਈਪ ਦੀ ਕੂਲਿੰਗ ਲੈਣ ਤੋਂ ਬਾਅਦ ਚ ਜਿਹੜੇ ਉਹ ਕਿਸੇ ਕਾਰਨ ਵੇਪਰ ਰਹਿ ਜਾਣ ਤਾਂ ਉਹ ਤਰਲ ਰੂਪ ਦੇ ਵਿੱਚ ਚੇਂਜ ਹੋ ਜਾਂਦੇ ਨੇ। ਇਸੇ ਤਰ੍ਹਾਂ ਅਕਮੂਲੇਟਰ ਦੇ ਵਿੱਚ ਜਾ ਕੇ ਲਿਕਵਿਡ ਦੇ ਵੇਪਰ ਬਣਨੇ ਚਾਹੀਦੇ ਨੇ।
ਤਾਂ ਕਿਸੇ ਕਾਰਨ ਕਈ ਵਾਰੀ ਫਿਰ ਵੀ ਉਹ ਲਿਕਵਿਡ ਦਾ ਰੂਪ ਧਾਰਨ ਕਰ ਲੈਣ ਤਾਂ ਉਹ ਕੈਪਲਰੀ ਟਿਊਬ ਤੋਂ ਥੋੜੀ ਹੀਟ ਲੈ ਕੇ ਉਹ ਵੇਪਰ ਰੂਪ ਦੇ ਵਿੱਚ ਚੇਂਜ ਹੋ ਜਾਂਦੇ ਨੇ। ਇਸ ਨਾਲ ਜਿਹੜੀ ਮਸ਼ੀਨ ਦੀ ਐਫੀਸ਼ੀਐਂਸੀ ਵੀ ਵੱਧਦੀ ਆ ਤੇ ਜਦੋਂ ਕੰਪਰੈਸ਼ਰ ਨੂੰ ਅੱਗੇ ਜਾ ਕੇ ਵੇਪਰ ਮਿਲਦੇ ਨੇ ਤਾਂ ਉਹ ਵੇਪਰ ਜਿਹੜੇ ਹੈਗੇ ਮਿਲਣੇ ਜ਼ਰੂਰੀ ਨੇ ਤੇ ਕੰਪਰੈਸ਼ਰ ਨੂੰ ਗੈਸ ਕੰਪਰੈਸ ਕਰਨੀ ਆਸਾਨੀ ਆ। ਇਸ ਕਰਕੇ ਦੋਨਾਂ ਪਾਈਪਾਂ ਨੂੰ ਜੋੜ ਕੇ ਹੀਟ ਐਕਸਚੇਂਜਰ ਬਣਾਇਆ ਜਾਂਦਾ ਤੇ ਤਾਂ ਕਿ ਇੱਕ ਪਾਈਪ ਨੂੰ ਜਿਹਨੂੰ ਹੀਟ ਦੀ ਲੋੜ ਆ ਹੀਟ ਮਿਲ ਜਾਂਦੀ ਆ ਤੇ ਜਿਹਨੂੰ ਕੂਲਿੰਗ ਦੀ ਲੋੜ ਆ ਉਹਨੂੰ ਕੂਲਿੰਗ ਮਿਲ ਜਾਂਦੀ ਆ। ਇਹਦੇ ਨਾਲ ਮਸ਼ੀਨ ਦੀ ਐਫੀਸ਼ੀਐਂਸੀ ਵੱਧਦੀ ਆ। ਅਗਲਾ ਆ ਗਿਆ ਇਲੈਕਟ੍ਰਿਕ ਕੰਪੋਨੈਂਟ ਕਿਹੜੇ ਕਿਹੜੇ ਵਰਤੇ ਜਾਂਦੇ ਨੇ। ਮਕੈਨੀਕਲ ਕੰਪੋਨੈਂਟਾਂ ਦੀ ਆਪਾਂ ਡਿਸਕਸ ਕਰ ਚੁੱਕੇ ਹਾਂ। ਇਲੈਕਟ੍ਰਿਕ ਕੰਪੋਨੈਂਟਾਂ ਦੇ ਵਿੱਚ ਰਿਲੇ ਦੀ ਵਰਤੋਂ ਕੀਤੀ ਜਾਂਦੀ ਹੈ ਸਾਡੇ ਡਾਇਰੈਕਟ ਕੂਲ ਰੈਫਰੀਜਰੇਟਰ ਦੇ ਵਿੱਚ। OLP ਓਵਰਲੋਡ ਪ੍ਰੋਟੈਕਟਰ OLP ਦੀ ਵਰਤੋਂ ਕੀਤੀ ਜਾਂਦੀ ਹੈ। ਥਰਮੋਸਟੇਟ ਦੀ ਵਰਤੋਂ ਕੀਤੀ ਜਾਂਦੀ ਹੈ। ਇਲੈਕਟ੍ਰਿਕ ਵਾਇਰਿੰਗ ਡਾਇਆਗ੍ਰਾਮ, ਇਹ ਚਾਰੇ ਟੌਪਿਕ ਦੇ ਉੱਪਰ ਆਪਾਂ ਡਿਸਕਸ ਕਰਾਂਗੇ ਇਲੈਕਟ੍ਰਿਕ ਕੰਪੋਨੈਂਟਾਂ ਦੀ ਜਿਹੜੀ ਹੈਗੀ ਆ। ਰਿਲੇ ਦਾ ਕੀ ਕੰਮ ਆ ਡਾਇਰੈਕਟ ਕੂਲ ਰੈਫਰੀਜਰੇਟਰ ਦੇ ਵਿੱਚ? ਇਹ ਕੰਪਰੈਸਰ ਨੂੰ ਸਟਾਰਟ ਕਰਨ ਦੇ ਵਿੱਚ ਮਦਦ ਕਰਦੀ ਆ। ਕੰਪਰੈਸਰ ਨੂੰ ਸਟਾਰਟ ਕਰਨ ਦੇ ਵਿੱਚ ਮਦਦ ਕਰਦੀ ਆ। ਤੇ ਨੰਬਰ 2 ਮੇਨ ਕੀ ਕੰਮ ਹੈ ਇਹਦਾ? ਸਟਾਰਟਿੰਗ ਵਾਈਂਡਿੰਗ ਨੂੰ ਕੱਟ ਕਰਨ ਵਾਸਤੇ ਰਿਲੇ ਲਾਈ ਜਾਂਦੀ ਹੈ। ਜਿਹਦੀ ਪਰਿਭਾਸ਼ਾ ਦੇਣੀ ਹੋਵੇ ਤਾਂ ਸਟਾਰਟਿੰਗ ਵਾਈਂਡਿੰਗ ਨੂੰ ਕੱਟ ਕਰਨ ਵਾਸਤੇ ਰਿਲੇ ਦੀ ਅਸੀਂ ਵਰਤੋਂ ਕਰਦੇ ਹਾਂ। ਤਾਂ ਜਦੋਂ ਅਸੀਂ ਕੰਪਰੈਸ਼ਰ ਨੂੰ ਔਨ ਕਰਦੇ ਹਾਂ, ਕਿਸੇ ਵੀ ਸਾਡਾ ਫ੍ਰਿਜ ਆ ਜਾਂ ਏਸੀ ਆ, ਜਦੋਂ ਅਸੀਂ ਫ੍ਰਿਜ ਨੂੰ ਔਨ ਕਰਦੇ ਹਾਂ ਤਾਂ ਰਨਿੰਗ ਵਾਈਂਡਿੰਗ ਕੰਪਰੈਸ਼ਰ ਦੇ ਵਿੱਚ 2 ਵਾਈਂਡਿੰਗਾਂ ਹੁੰਦੀਆਂ ਨੇ, ਇੱਕ ਰਨਿੰਗ ਵਾਈਂਡਿੰਗ ਇੱਕ ਸਟਾਰਟਿੰਗ ਵਾਈਂਡਿੰਗ। ਤਾਂ ਰਨਿੰਗ ਵਾਈਂਡਿੰਗ ਦੇ ਵਿੱਚ ਇੰਨੀ ਪਾਵਰ ਨਹੀਂ ਹੁੰਦੀ ਵੀ ਉਹ ਆਪਣੇ ਆਪ ਰਨਿੰਗ ਵਾਈਂਡਿੰਗ ਦਾ ਸਟਾਰਟ ਕਰਦੇ, ਤਾਂ ਉਸ ਵੇਲੇ ਉਹਨੂੰ ਹੈਲਪ ਲੈਣੀ ਪੈਂਦੀ ਹੈ ਸਟਾਰਟਿੰਗ ਵਾਈਂਡਿੰਗ ਦੀ। ਸਟਾਰਟਿੰਗ ਵਾਈਂਡਿੰਗ ਦੀ ਜਦੋਂ ਹੈਲਪ ਲੈਂਦੀ ਆ ਤਾਂ ਮੋਟਰ ਸਟਾਰਟ ਹੋ ਜਾਂਦੀ ਹੈ। ਟਾਰਕ ਦੇਣਾ ਪੈਂਦਾ ਸਟਾਰਟਿੰਗ ਵਾਈਂਡਿੰਗ ਦਾ। ਕੀ ਕਰਦੇ ਆ ਜਦੋਂ ਕੰਪਰੈਸ਼ਰ ਨੂੰ ਔਨ ਕਰਦੇ ਆ ਤਾਂ ਸਾਡਾ ਜਿਹੜਾ ਹੈਗਾ ਰਨਿੰਗ ਵਾਈਂਡਿੰਗ ਦੇ ਵਿੱਚ ਇੰਨੀ ਪਾਵਰ ਨਹੀਂ ਹੁੰਦੀ ਵੀ ਉਹ ਸਟਾਰਟ ਹੋ ਜੇ, ਤਾਂ ਮੋਟਰ ਕੀ ਕਰਦੀ ਆ ਵੱਧ ਕਰੰਟ ਲੈਂਦੀ ਆ। ਮਤਲਬ ਕੋਈ ਆਪਣਾ ਫ੍ਰਿਜ ਆ 1 ਐਂਪੀਅਰ ਲੈਂਦਾ, ਉਦੋਂ 5-6 ਐਂਪੀਅਰ ਤੇ ਸੂਈ ਜਾਂਦੀ ਆ। ਜਦੋਂ ਵੱਧ ਕਰੰਟ ਲਊਗੀ ਤਾਂ ਜਿਹੜੀ ਕੋਇਲ ਦਿਖਾਈ ਦੇ ਰਹੀ ਆ, ਕੋਇਲ ਦੇ ਵਿੱਚ ਮੈਗਨੇਟ ਬਣੂ, ਵੱਧ ਕਰੰਟ ਕਰਕੇ ਮੈਗਨੇਟ ਬਣੂ। ਜਿਹੜਾ ਮੈਗਨੇਟ ਬਣਨ ਕਰਕੇ ਇਹਦੇ ਵਿੱਚ ਪਲੰਜਰ ਆ ਉੱਪਰ ਚੱਕ ਲੂ, ਪਲੰਜਰ ਨੂੰ ਉੱਪਰ ਉਠਾ ਲੂਗੀ। ਪਲੰਜਰ ਨੂੰ ਉੱਪਰ ਉਠਾਉਣ ਨਾਲ ਕੀ ਹੋ ਜਾਊਗਾ, ਅੱਗੇ ਕੰਟੈਕਟ ਪੁਆਇੰਟ ਸਟਾਰਟਿੰਗ ਵਾਈਂਡਿੰਗ ਦੇ ਜੁੜ ਜਾਣਗੇ। ਜਦੋਂ ਸਟਾਰਟਿੰਗ ਵਾਈਂਡਿੰਗ ਦੇ ਕੰਟੈਕਟ ਪੁਆਇੰਟ ਜੁੜ ਗਏ ਤਾਂ ਮੋਟਰ ਸਟਾਰਟ ਹੋ ਜੂ। ਜਦੋਂ ਮੋਟਰ ਨੇ 75% ਸਪੀਡ ਫੜ ਲਈ ਤਾਂ ਸਾਡੀ ਮੋਟਰ ਦਾ ਜਿਹੜਾ ਕਰੰਟ ਘਟ ਜਾਊਗਾ। ਜਦੋਂ ਮੋਟਰ ਸਟਾਰਟ ਹੋ ਗਈ ਤਾਂ ਉਹਦਾ ਕਰੰਟ ਘਟ ਜਾਊਗਾ, ਆਪਦੇ ਨਾਰਮਲ ਤੇ ਆ ਜਾਊ। ਕਰੰਟ ਘਟਣ ਨਾਲ ਕੋਇਲ ਦੇ ਵਿੱਚ ਮੈਗਨੇਟ ਖਤਮ ਹੋ ਜਾਊਗਾ ਤਾਂ ਸਾਡਾ ਗ੍ਰੈਵਿਟੀ ਦੇ ਹਿਸਾਬ ਨਾਲ ਪਲੰਜਰ ਨੀਚੇ ਡਿੱਗ ਪਊਗਾ। ਨੀਚੇ ਡਿੱਗਣ ਨਾਲ ਜਿਹੜਾ ਹੈਗਾ ਸਟਾਰਟਿੰਗ ਵਾਈਂਡਿੰਗ ਕੱਟੀ ਜਾਊਗੀ। ਇਸ ਤਰ੍ਹਾਂ ਫਿਰ ਲਗਾਤਾਰ ਮੋਟਰ ਆ ਜਿਹੜੀ ਓਨਲੀ ਰਨਿੰਗ ਵਾਈਂਡਿੰਗ ਦੇ ਉੱਪਰ ਚੱਲਦੀ ਰਹਿੰਦੀ ਆ। ਕਹਿਣ ਤੋਂ ਭਾਵ ਜਦੋਂ ਫ੍ਰਿਜ ਨੂੰ ਔਨ ਕਰਦੇ ਆ ਤਾਂ ਰਨਿੰਗ ਵਾਈਂਡਿੰਗ ਦੇ ਵਿੱਚ ਇੰਨੀ ਪਾਵਰ ਨਹੀਂ ਹੁੰਦੀ ਵੀ ਉਹਨੂੰ ਚਲਾ ਦੇ, ਤਾਂ ਉਦੋਂ ਸਟਾਰਟਿੰਗ ਵਾਈਂਡਿੰਗ ਦੀ ਹੈਲਪ ਲੈਣੀ ਪੈਂਦੀ ਆ। ਕੋਇਲ ਦੇ ਵਿੱਚ ਮੈਗਨੇਟ ਬਣਦਾ, ਮੈਗਨੇਟ ਪਲੰਜਰ ਨੂੰ ਉੱਪਰ ਚੱਕ ਲੈਂਦਾ, ਪਲੰਜਰ ਉੱਪਰ ਚ ਉੱਠਣ ਨਾਲ ਜਿਹੜਾ ਹੈਗਾ ਸਟਾਰਟਿੰਗ ਵਾਈਂਡਿੰਗ ਜੁੜ ਜਾਂਦੀ ਆ ਤਾਂ ਮੋਟਰ ਸਟਾਰਟ ਹੋ ਜਾਂਦੀ ਆ। ਮੋਟਰ ਦਾ ਜਿਹੜਾ ਐਂਪੀਅਰ ਨੇ ਉਹ ਘਟ ਜਾਂਦੇ ਨੇ। ਐਂਪੀਅਰ ਘਟਣ ਨਾਲ ਕੀ ਆ, ਕੋਇਲ ਚ ਮੈਗਨੇਟ ਘਟ ਜਾਂਦਾ, ਖਤਮ ਹੋ ਜਾਂਦਾ ਤੇ ਗ੍ਰੈਵਿਟੀ ਦੇ ਹਿਸਾਬ ਨਾਲ ਜਿਹੜਾ ਪਲੰਜਰ ਆ ਨੀਚੇ ਡਿੱਗ ਪੈਂਦਾ। ਨੀਚੇ ਡਿੱਗਣ ਨਾਲ ਜਿਹੜਾ ਹੈਗਾ ਜਿਹੜਾ ਸਟਾਰਟਿੰਗ ਵਾਈਂਡਿੰਗ ਕੱਟੀ ਜਾਂਦੀ ਆ। ਹੁਣ ਆ ਗਿਆ ਇਹਦੇ ਵਿੱਚ ਰਿਲੇ ਦਾ ਇਹਦਾ ਹੈਗਾ ਸੀ ਸਟਾਰਟਿੰਗ ਦਾ ਕਿਵੇਂ ਕੱਢਦੀ ਹੈ, ਕਿਵੇਂ ਕੰਮ ਕਰਦੀ ਹੈ। ਤਾਂ ਇਹਦੇ ਵਿੱਚ ਫਾਲਟ ਵੀ ਪੈ ਜਾਂਦੇ ਨੇ, ਰਿਲੇ ਦੇ ਵਿੱਚ ਫਾਲਟ ਪੈ ਜਾਂਦੇ ਨੇ। ਮੈਂ ਥੋੜਾ ਡਿਸਕਸ ਕਰੂੰਗਾ ਵੀ ਕੀ ਫਾਲਟ ਪੈਂਦੇ ਨੇ। ਤਾਂ ਇਹਦੇ ਵਿੱਚ ਫਾਲਟ ਜਿਹੜੇ ਪੈਂਦੇ ਨੇ ਤਾਂ ਇਹਦਾ ਜਿਹੜਾ ਪਲੰਜਰ ਉੱਪਰ ਨੀਚੇ ਉੱਠਦਾ ਤਾਂ ਉਹ ਕਈ ਵਾਰੀ ਜਾਮ ਹੋ ਜਾਂਦਾ। ਜਾਮ ਹੋਣ ਨਾਲ ਜਿਹੜਾ ਹੈਗਾ ਮੋਟਰ ਸਟਾਰਟ ਨਹੀਂ ਰਹਿੰਦੀ। ਜਾਂ ਜਿਹੜੇ 2 ਟਰਮੀਨਲ ਤੁਹਾਨੂੰ ਸਾਹਮਣੇ ਦਿਖਾਈ ਦੇ ਰਹੇ ਨੇ, ਇਹ ਜਦੋਂ ਆਪਾਂ ਕੰਪਰੈਸ਼ਰ ਦੇ ਕਾਮਨ ਰਨਿੰਗ ਸਟਾਰਟਿੰਗ ਟਰਮੀਨਲਾਂ ਦੇ ਉੱਪਰ ਸਟਾਰਟਿੰਗ ਤੇ ਰਨਿੰਗ ਟਰਮੀਨਲਾਂ ਦੇ ਉੱਪਰ ਚੜਾਉਣੇ ਆ, ਕਈ ਵਾਰੀ ਉਹ ਪੁਆਇੰਟ ਜਿਹੜੇ ਹੈਗੇ ਨੇ ਸੰਪਰਕ ਹੋ ਜਾਂਦੇ ਨੇ ਤਾਂ ਇਹ ਰਿਲੇ ਫਿਰ ਵੀ ਕੰਮ ਕਰਨਾ ਜਿਹੜਾ ਬੰਦ ਕਰ ਦਿੰਦੀ ਹੈ। ਇਸ ਤੋਂ ਅਗਲਾ ਜਿਹੜਾ ਹੈਗਾ ਓਵਰਲੋਡ ਪ੍ਰੋਟੈਕਟਰ, OLP ਸ਼ਾਰਟਕਟ ਆਪਾਂ ਲਿਖਦੇ ਹਾਂ। ਓਵਰਲੋਡ ਪ੍ਰੋਟੈਕਟਰ ਦੇ ਨਾਂ ਤੋਂ ਹੀ ਕਲੀਅਰ ਹੁੰਦਾ। ਓਵਰਲੋਡ ਪ੍ਰੋਟੈਕਟਰ, ਓਵਰ ਮੀਨਜ ਜ਼ਿਆਦਾ, ਲੋਡ ਪ੍ਰੋਟੈਕਟਰ ਸੇਫਟੀ। ਜਿਹੜਾ ਹੈਗਾ ਓਵਰਲੋਡ ਪ੍ਰੋਟੈਕਟਰ ਦਾ ਜਿਹੜਾ ਕੰਮ ਆ ਉਹ ਫ੍ਰਿਜ ਦੇ ਵਿੱਚ ਸੇਫ ਕਰਨਾ, ਕੰਪਰੈਸਰ ਨੂੰ ਸੇਫ ਕਰਨਾ। ਓਵਰਲੋਡ ਪ੍ਰੋਟੈਕਟਰ ਦਾ ਕੰਮ ਆ ਕੰਪਰੈਸਰ ਦੀ ਸੇਫਟੀ ਵਾਸਤੇ ਲਾਇਆ ਜਾਂਦਾ। ਸਪੋਜ਼ ਕਰ ਲਓ ਕਿਸੇ ਕਾਰਨ ਸਾਡਾ ਫ੍ਰਿਜ ਦਾ ਕੰਪਰੈਸ਼ਰ ਆ, ਚਾਹੇ ਏਸੀ ਦਾ ਕੰਪਰੈਸ਼ਰ ਆ, ਚਾਹੇ ਕਿਸੇ ਵੀ ਮਸ਼ੀਨ ਦਾ ਕੰਪਰੈਸ਼ਰ ਆ, ਕਿਸੇ ਹਰ ਜਗ੍ਹਾ ਤੇ ਓਵਰਲੋਡ ਪ੍ਰੋਟੈਕਟਰ ਲੱਗਿਆ ਹੁੰਦਾ। ਸਪੋਜ਼ ਕਰ ਲਓ ਅਚਾਨਕ ਵੋਲਟੇਜ ਘਟ ਗਈ ਤਾਂ ਸਾਡਾ ਕੰਪਰੈਸਰ ਸਟਾਰਟ ਨਹੀਂ ਲਊਗਾ, ਵੱਧ ਕਰੰਟ ਲਊਗਾ।
ਵੱਧ ਕਰੰਟ ਲਊਗਾ ਤਾਂ ਜਿਹੜਾ ਹੈਗਾ ਓਵਰਲੋਡ ਟ੍ਰਿਪ ਕਰ ਦੂਗਾ, ਉਹਨੂੰ ਸੇਫਟੀ ਵਾਸਤੇ ਉਹਨੂੰ ਸੜਨ ਤੋਂ ਬਚਾ ਦੂ। ਸਪੋਜ਼ ਕਰ ਲਓ ਵੋਲਟੇਜ ਵੱਧ ਆ ਗਈ ਜਾਂ ਵੋਲਟੇਜ ਘੱਟ ਆ ਗਈ ਜਾਂ ਕੰਪਰੈਸ਼ਰ ਜਾਮ ਹੋ ਗਿਆ ਜਾਂ ਕੰਪਰੈਸ਼ਰ ਦੇ ਵਿੱਚ ਕੋਈ ਹੋਰ ਡਿਫੈਕਟ ਪੈ ਗਿਆ, ਕਿਸੇ ਵੀ ਕਾਰਨ ਸਾਡਾ ਕੰਪਰੈਸ਼ਰ ਸੈੱਟ ਕੀਤੇ ਜਾਂ ਸੈੱਟ ਜਿੰਨਾ ਉਹਦਾ ਲੋਡ ਆ ਉਹਨੇ ਲੈਣ ਤੋਂ ਵੱਧ ਲੋਡ ਲੈਂਦਾ, ਵੱਧ ਕਰੰਟ ਲੈਂਦਾ ਤਾਂ ਓਵਰਲੋਡ ਪ੍ਰੋਟੈਕਟਰ ਤੁਰੰਤ ਜਿਹੜਾ ਹੈਗਾ ਫ੍ਰਿਜ ਨੂੰ ਬੰਦ ਕਰ ਦੂਗਾ, ਕੰਪਰੈਸ਼ਰ ਨੂੰ ਬੰਦ ਕਰ ਦੂਗਾ। ਇਹ ਕੰਪਰੈਸ਼ਰ ਦੇ ਸਿਰੇ 'ਚ ਲੱਗਿਆ ਹੁੰਦਾ, ਤਾਂ ਇਹ ਸਪਲਾਈ ਨੂੰ ਕੱਟ ਕਰ ਦੂਗਾ। ਸਪਲਾਈ ਨੂੰ ਕੱਟ ਕਰਨ ਦੇ ਕਾਰਨ ਜਿਹੜਾ ਸਾਡਾ ਕੰਪਰੈਸ਼ਰ ਆ ਉਹ ਸੜਨ ਤੋਂ ਬਚ ਜੂ। ਅਗਰ ਓਵਰਲੋਡ ਨਾ ਲੱਗਿਆ ਹੋਵੇ ਤਾਂ ਸਾਡੇ ਕੰਪਰੈਸ਼ਰ ਦੇ ਵਿੱਚ ਜਦੋਂ ਵੱਧ ਕਰੰਟ ਲਊ ਤਾਂ ਉਹ ਤੁਰੰਤ ਜਿਹੜਾ ਹੈਗਾ ਮੱਚ ਜੂਗਾ, ਜਲ ਜੂਗਾ, ਜਿਹੜਾ ਹੈਗਾ ਖਰਾਬ ਹੋ ਜੂਗਾ, ਡਿਫੈਕਟਿਵ ਹੋ ਜੂਗਾ। ਤੇ ਇਸ ਕਰਕੇ ਉਹਦੀ ਸੇਫਟੀ ਵਾਸਤੇ ਓਵਰਲੋਡ ਲਾਇਆ ਜਾਂਦਾ। ਇੰਪੋਰਟੈਂਟ ਪਾਰਟ ਆ ਇਹ ਕੰਪਰੈਸ਼ਰ ਦੀ ਸੇਫਟੀ ਵਾਸਤੇ ਇੰਪੋਰਟੈਂਟ ਪਾਰਟ ਆ। ਅਗਰ ਇਹ ਕੋਈ ਵੀ ਡਿਫੈਕਟਿਵ ਓਵਰਲੋਡ ਹੋਵੇ ਜਾਂ ਕੋਈ ਵੀ ਕਾਰਨ ਹੋਵੇ ਤਾਂ ਜਿਹੜਾ ਸਾਡਾ ਕੰਪਰੈਸ਼ਰ ਆ ਜਾਂ ਮੋਟਰ ਆ ਉਹ ਮਚੂਗੀ। ਇਹਦੇ ਵਿੱਚ ਜਿਹੜੇ ਕਿਹੜੇ ਫਾਲਟ ਪੈਂਦੇ ਨੇ, ਇਹਦੇ ਵਿੱਚ ਫਾਲਟ ਪੈਂਦੇ ਨੇ ਵੀ ਜਦੋਂ ਨੰਬਰ 1 ਤਾਂ ਮੈਂ ਇਹ ਦੱਸਣਾ ਚਾਹੁੰਦਾ ਵੀ ਜਦੋਂ ਵੀ ਕੰਪਰੈਸ਼ਰ ਖਰਾਬ ਹੋ ਜਾਂਦਾ, ਜਦੋਂ ਵੀ ਕੋਈ ਮੋਟਰ ਖਰਾਬ ਹੋ ਜਾਂਦੀ ਹੈ ਤਾਂ ਓਵਰਲੋਡ ਚੈੱਕ ਕਰਕੇ ਹੀ ਦੁਬਾਰਾ ਜਿਹੜਾ ਲਾਉਣਾ ਚਾਹੀਦਾ, ਕਿਉਂਕਿ ਇਹ ਸੇਫਟੀ ਵਾਸਤੇ ਲੱਗਿਆ ਹੋਇਆ। ਅਗਰ ਮੋਟਰ ਮੱਚਦੀ ਆ, ਹੋ ਸਕਦਾ ਇਹਦੇ ਵਿੱਚ ਫਾਲਟ ਪੈ ਗਿਆ ਤਾਂ ਤੁਹਾਡਾ ਜਿਹੜਾ ਕੰਪਰੈਸ਼ਰ ਆ ਉਹ ਮੱਚ ਗਿਆ। ਇਸ ਕਰਕੇ ਜਦੋਂ ਆਪਾਂ ਦੁਬਾਰਾ ਮੋਟਰ ਲਾਉਣੇ ਆ ਤਾਂ ਓਵਰਲੋਡ ਜ਼ਰੂਰ ਚੈੱਕ ਕਰ ਲੈਣਾ ਚਾਹੀਦਾ, ਇਹਨੂੰ ਟ੍ਰਿਪ ਕਰਾ ਕੇ ਦੇਖਣਾ ਚਾਹੀਦਾ। ਤੇ ਇਹਦੇ ਵਿੱਚ ਜਿਹੜੇ ਇਹਦੀ ਟੈਸਟਿੰਗ ਆ, ਜੇ ਆਪਾਂ 2 ਪੁਆਇੰਟ ਜਿਹੜੇ ਦਿਖਾਈ ਦੇ ਰਹੇ ਨੇ ਤਾਂ ਇਹਨਾਂ ਦੀ ਕੰਟੀਨਿਊਟੀ ਲਵਾਂਗੇ ਤਾਂ ਇਹ ਕੰਟੀਨਿਊਟੀ ਆਉਣੀ ਚਾਹੀਦੀ ਆ। ਅਗਰ ਇਹਨਾਂ ਦੀ ਕੰਟੀਨਿਊਟੀ ਨਹੀਂ ਆਉਂਦੀ ਦੋਨਾਂ ਪੁਆਇੰਟਾਂ ਦੀ ਤਾਂ ਇਹ ਡਿਸਕਨੈਕਟ ਨੇ, ਤਾਂ ਇਹ ਜਿਹੜਾ ਹੈਗਾ ਖਰਾਬ ਆ। ਨੰਬਰ 1 ਤਾਂ ਜਿਹੜਾ ਹੈਗਾ ਇਹਦੇ ਵਿੱਚ ਇਹਦੀ ਕੰਟੀਨਿਊਟੀ ਆਉਣੀ ਚਾਹੀਦੀ ਆ ਤੇ ਇਹਦੀ ਕੰਟੀਨਿਊਟੀ ਨਾ ਆਉਣ ਕਰਕੇ ਅੰਦਰੋਂ ਡਿਸਕਨੈਕਟ ਹੋ ਜਾਂਦਾ। ਨੰਬਰ 2 ਇਹਦੇ ਚ ਕੀ ਫਾਲਟ ਪੈਂਦਾ? ਨੰਬਰ 2 ਫਾਲਟ ਪੈਂਦਾ ਵੀ ਇਹ ਸਪੋਜ਼ ਕਰ ਲਓ ਕਿਸੇ ਵੀ ਮਸ਼ੀਨ ਦੇ ਉੱਪਰ ਲੱਗਿਆ ਹੋਇਆ, ਇਹ ਉਸ ਮਸ਼ੀਨ ਦੇ ਐਂਪੀਅਰ ਦੇ ਉੱਪਰ ਬਣਾਇਆ ਜਾਂਦਾ। ਮੰਨ ਲਓ ਫ੍ਰਿਜ 1 ਐਂਪੀਅਰ ਲੈ ਰਿਹਾ, ਸਪੋਜ਼ ਕਰ ਲਓ 0.5 ਲੈ ਰਿਹਾ, 0.6 ਲੈ ਰਿਹਾ, ਤਾਂ ਉਸ ਦੇ ਅਨੁਸਾਰ ਸਾਡਾ ਓਵਰਲੋਡ ਪ੍ਰੋਟੈਕਟਰ ਬਣਿਆ ਹੋਇਆ। ਤੇ ਜਿਵੇਂ ਕੋਈ ਵਾਟਰ ਕੂਲਰ ਆ, ਫ੍ਰਿਜ ਆ, ਡੀ ਫ੍ਰਿਜ ਆ, ਕੋਈ ਫ੍ਰਿਜ ਮੰਨ ਲਓ ਵੱਡੀ ਕਪੈਸਿਟੀ ਦਾ, ਕੋਈ 300 ਲੀਟਰ ਦਾ ਫ੍ਰਿਜ ਆ, ਇੱਕ 165 70 ਲੀਟਰ ਦਾ ਫ੍ਰਿਜ ਆ, ਤਾਂ ਉਹਨਾਂ ਦਾ ਓਵਰਲੋਡ ਅਲੱਗ-ਅਲੱਗ ਬਣਿਆ ਹੋਊਗਾ। ਕਿਉਂਕਿ ਜਿੰਨਾ ਕੰਪਰੈਸ਼ਰ ਐਂਪੀਅਰ ਲੈਂਦਾ, ਜਿੰਨਾ ਲੋਡ ਲੈਂਦਾ, ਤਾਂ ਉਹਦੇ ਅਨੁਸਾਰ ਹੀ ਜਿਹੜਾ ਸਾਡਾ OLP ਬਣਾਇਆ ਜਾਂਦਾ। ਤਾਂ ਇਹ ਨਹੀਂ ਹੈਗਾ ਵੀ ਅਸੀਂ ਵਾਟਰ ਕੂਲਰ ਆ ਜਾਂ ਕੋਈ ਹੋਰ ਇੱਕ ਦੂਜਾ OLP ਦੂਜੀ ਮਸ਼ੀਨ ਤੇ ਲਾ ਦਿਆਂਗੇ, ਕਿਉਂਕਿ ਉਹਦੀ ਸੈਟਿੰਗ ਕੀਤੀ ਹੁੰਦੀ ਆ ਵੀ ਉਹ 1 ਐਂਪੀਅਰ ਤੇ ਜਾ ਕੇ ਕੱਟੇ, ਕੋਈ 2 ਐਂਪੀਅਰ ਤੇ ਜਾ ਕੇ ਕੱਟੇ ਜਾਂ 3 ਐਂਪੀਅਰ ਤੇ ਕੱਟੇ। ਦਾ ਜਿਹੜਾ ਹੈਗਾ ਲੋਡ ਅੱਜ ਕੱਲ੍ਹ ਜਿਹੜਾ ਹੈਗਾ 0.5 0.6 ਲੈ ਰਹੇ ਨੇ, ਤੇ ਉਹ ਜਿਹੜਾ 1 ਐਂਪੀਅਰ ਤੱਕ ਜਿਹੜਾ ਜਾਊਗਾ ਤੇ ਉਦੋਂ ਬਾਅਦ ਟ੍ਰਿਪ ਕਰ ਦੂਗਾ। ਅਗਰ ਲੋਡ 1 ਐਂਪੀਅਰ ਤੱਕ ਚਲਾ ਗਿਆ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਓਵਰਲੋਡ ਟ੍ਰਿਪ ਕਰ ਦੂਗਾ। ਇਸੇ ਕਰਕੇ ਜਿਹੜੀ ਵੀ ਮਸ਼ੀਨ ਦਾ ਓਵਰਲੋਡ ਆ ਉਸੇ ਮਸ਼ੀਨ ਦਾ ਓਵਰਲੋਡ ਹੀ ਯੂਜ਼ ਕੀਤਾ ਜਾਂਦਾ। ਤੇ ਇਹ ਜਦੋਂ ਮੈਂ ਦੱਸ ਰਿਹਾ ਸੀ ਤੁਹਾਨੂੰ ਵੀ ਸਪੋਜ਼ ਕਰ ਲਓ ਨੰਬਰ 1 ਦਾ ਡਿਫੈਕਟ ਪੈਂਦਾ, ਇਹ ਡਿਸਕਨੈਕਟ, ਇਹਦੀ ਕੰਟੀਨਿਊਟੀ ਉਹਨੂੰ ਫੜ ਜਾਂਦੀ ਹੈਗੀ ਆ। ਤੇ ਦੂਜਾ ਕੀ ਆ, ਇਹ ਕਈ ਵਾਰ ਆਪਣਾ ਜਿਹੜਾ ਲੋਡ ਆ, ਮੰਨ ਲਓ ਫ੍ਰਿਜ 0.5 ਐਂਪੀਅਰ ਲੈ ਰਿਹਾ ਤਾਂ ਉਸ 0.5 ਦੇ ਉੱਪਰ ਹੀ ਜਿਹੜਾ ਕੱਟ ਕਰਨ ਲੱਗ ਜਾਂਦਾ। ਇਹਦੇ ਵਿੱਚ ਫਾਲਟ ਪੈਣ ਕਰਕੇ 0.5 ਐਂਪੀਅਰ ਤੇ ਹੀ ਕੱਟ ਕਰਨ ਲੱਗ ਜਾਂਦਾ। ਆਪਦਾ ਜਿੰਨਾ ਐਂਪੀਅਰ ਇਹਦਾ ਲੋਡ ਇਹਦਾ ਬਣਿਆ ਹੋਇਆ ਉਸ ਤੋਂ ਘੱਟ ਲੋਡ ਤੇ ਹੀ ਇਹ ਟ੍ਰਿਪ ਕਰਨ ਲੱਗ ਜਾਂਦਾ। ਤਾਂ ਵੀ ਸਾਡਾ ਜਿਹੜਾ ਫ੍ਰਿਜ ਆ ਜਿਹੜਾ ਕੰਮ ਨਹੀਂ ਕਰਦਾ ਤੇ ਸਾਨੂੰ ਇਹ ਚੇਂਜ ਕਰਨਾ ਪੈ ਜਾਂਦਾ। ਕਈ ਵਾਰੀ ਕੀ ਹੁੰਦਾ ਵੀ ਇਹ ਮੰਨ ਲਓ ਬਣਿਆ 1 ਐਂਪੀਅਰ ਦੇ ਉੱਪਰ ਆ, ਪਰੰਤੂ 1 ਐਂਪੀਅਰ ਜਾਂ 1.5 ਐਂਪੀਅਰ ਜਾਂ 2 ਐਂਪੀਅਰ ਤੇ ਵੀ ਟ੍ਰਿਪ ਨਹੀਂ ਕਰਦਾ ਹੈਗਾ, ਤਾਂ ਉਸ ਹਾਲਤ ਦੇ ਵਿੱਚ ਸਾਡਾ ਕੰਪਰੈਸ਼ਰ ਮੱਚਦਾ ਹੈਗਾ। ਉਸ ਹਾਲਤ ਦੇ ਵਿੱਚ ਕੰਪਰੈਸਰ ਦੇ ਨੁਕਸਾਨ ਪੈਂਦਾ, ਕਿਉਂਕਿ ਇਹ ਸੇਫਟੀ ਵਾਸਤੇ ਲੱਗਿਆ। ਇਹ ਜਿੰਨੇ ਐਂਪੀਅਰ ਤੇ ਸੈੱਟ ਕੀਤਾ ਉਹਨੇ ਐਂਪੀਅਰ ਤੇ ਨੇ ਕੱਟਣਾ ਚਾਹੀਦਾ। ਤਾਂ ਇਹਦੇ ਮੇਨ 3 ਫਾਲਟ ਜਿਹੜੇ ਹੈਗੇ ਇਸ ਟਾਈਪ ਦੇ ਪੈਂਦੇ ਨੇ। ਨੰਬਰ 1 ਕੰਟੀਨਿਊਟੀ ਉਹਨੂੰ ਹਟ ਜਾਂਦੀ ਆ। ਨੰਬਰ 2 ਇਹ ਬਾਰ-ਬਾਰ ਟ੍ਰਿਪ ਕਰਨ ਲੱਗ ਜਾਂਦਾ, ਆਪਦੇ ਲੋਡ ਤੋਂ ਜਿਹੜਾ ਨਾਰਮਲ ਲੋਡ ਦੇ ਉੱਪਰ ਹੀ ਟ੍ਰਿਪ ਕਰਨ ਲੱਗ ਜਾਂਦਾ। ਨੰਬਰ 3 ਜਿਹੜਾ ਹੈਗਾ ਇਹਨੇ ਜਿੰਨੇ ਐਂਪੀਅਰ ਤੇ ਕੱਟਣਾ ਸੈੱਟ ਕੀਤਾ ਉਹਨੇ ਐਂਪੀਅਰ ਤੇ ਇਹ ਕੱਟਦਾ ਨਹੀਂ ਹੈਗਾ, ਜਿਹਦੇ ਨਾਲ ਕੰਪਰੈਸਰ ਸਾਡਾ ਖਰਾਬ ਹੋ ਜਾਂਦਾ। ਸੇਫਟੀ ਵਾਸਤੇ ਓਵਰਲੋਡ ਦੀ ਵਰਤੋਂ ਕੀਤੀ ਜਾਂਦੀ ਹੈ। ਅਗਲਾ ਆ ਗਿਆ ਸਾਡਾ ਥਰਮੋਸਟੇਟ। ਥਰਮੋਸਟੇਟ ਦਾ ਜਿਹੜਾ ਹੈਗਾ ਡੈਫੀਨੇਸ਼ਨ ਵੀ ਅਸੀਂ ਮਸ਼ੀਨ ਦੇ ਵਿੱਚ ਲੋੜੀ ਦਾ ਤਾਪਮਾਨ ਲੈਣ ਵਾਸਤੇ ਥਰਮੋਸਟੇਟ ਦੀ ਵਰਤੋਂ ਕਰਦੇ ਹਾਂ। ਇਹਦੇ ਨਾਲ ਅਸੀਂ ਟੈਂਪਰੇਚਰ ਨੂੰ ਕੰਟਰੋਲ ਕਰਦੇ ਹਾਂ। ਜਿੰਨਾ ਸਾਨੂੰ ਬੋਡੀ ਦੇ ਵਿੱਚ ਟੈਂਪਰੇਚਰ ਚਾਹੀਦਾ, ਭਾਵੇਂ ਉਹ ਕਿਸੇ AC ਦਾ, ਭਾਵੇਂ ਵਾਟਰ ਕੂਲਰ ਦਾ, ਭਾਵੇਂ ਉਹ ਫ੍ਰਿਜ ਦਾ,
ਤਾਂ ਹਰ ਜਗ੍ਹਾ ਤੇ ਥਰਮੋਸਟੇਟ ਦੀ ਵਰਤੋਂ ਕੀਤੀ ਜਾਂਦੀ ਆ। ਇਹਦੀ ਡੈਫੀਨੇਸ਼ਨ ਇਹੀ ਆ ਵੀ ਲੋੜੀਂਦਾ ਤਾਪਮਾਨ ਲੈਣ ਵਾਸਤੇ ਅਸੀਂ ਥਰਮੋਸਟੇਟ ਸਵਿਚ ਦੀ ਵਰਤੋਂ ਕਰਦੇ ਹਾਂ। ਇਹਦੇ ਜਿਹੜੇ ਮੇਨ ਪਾਰਟ ਨੇ ਥਰਮੋਸਟੇਟ ਸਵਿਚ ਦੇ, ਜਿਹੜੇ ਹੈਗੇ ਮੇਨ ਪਾਰਟ, ਇਹਦੇ ਥਰਮਲ ਬਲਬ ਜਿਹੜਾ ਦਿਖਾਈ ਦੇ ਰਿਹਾ, ਜਿਹੜਾ ਕਿ ਇਵੈਪੋਰੇਟਰ ਦੀ ਲਾਸਟ ਕੋਇਲ ਤੇ ਕਲੰਪ ਕੀਤਾ ਹੁੰਦਾ। ਕੈਪਿਲਰੀ ਟਿਊਬ ਜੋ ਕਿ ਇੱਕ ਪਾਈਪ ਦਿਖਾਈ ਦੇ ਰਹੀ ਆ, ਇਹਦੀ ਕੈਪਿਲਰੀ ਟਿਊਬ ਆ ਗਈ। ਦੂਜੇ ਦੇ ਕੰਟੈਕਟ ਪੁਆਇੰਟ ਨੇ ਜੋ ਬਾਹਰ ਕਰੰਟ ਦਿੱਤਾ ਜਾਂਦਾ ਇਹਨੂੰ, ਤੇ ਇਹਦੇ ਅੰਦਰ ਇੰਟਰਨਲ ਜਿਹੜੇ ਪਾਰਟ ਨੇ ਹੈਗਾ ਉਹ ਡਿਫਰੈਂਸ਼ੀਅਲ ਸਕਰੂ ਹੁੰਦੇ ਨੇ, ਬੈਲੋਜ ਹੁੰਦੀਆਂ ਨੇ, ਨੋਬ ਹੁੰਦੀ ਆ। ਇਹਦੇ ਵੱਖ-ਵੱਖ ਟਾਈਪ ਦੇ ਇਹ 5-6 ਪਾਰਟ ਇਹਦੇ ਵਿੱਚ ਵਰਤੇ ਜਾਂਦੇ ਨੇ। ਤਾਂ ਇਹਦੇ ਵਿੱਚ ਵੀ ਡਿਫੈਕਟ ਜਿਹੜੇ ਹੈਗੇ ਪਏ ਜਾਂਦੇ ਨੇ। ਇਹਦੇ ਡਿਫੈਕਟ ਕੀ ਆ, ਇਹਦੀ ਵੀ ਕੰਟੀਨਿਊਟੀ ਉਹਨੂੰ ਹਟ ਜਾਂਦੀ ਆ, ਅੰਦਰ ਕੰਟੈਕਟ ਪੁਆਇੰਟ ਜਿਹੜੇ ਹੈਗੇ ਨੇ ਖਰਾਬ ਹੋ ਜਾਂਦੇ ਨੇ, ਕਿਉਂਕਿ ਥਰਮੋਸਟੇਟ ਦਾ ਜਿਹੜਾ ਕੰਮ ਆ ਇਹ ਮੋਟਰ ਦੇ ਸਿਰੀ ਚ ਲਾਈ ਜਾਂਦੀ ਆ, ਸਵਿਚ ਹਮੇਸ਼ਾ ਕੋਈ ਵੀ ਹੈ ਮੋਟਰ ਦੇ ਸਿਰੀ ਚ ਵਰਤੀ ਜਾਂਦੀ ਆ। ਇਹ ਜਦੋਂ ਸਾਡਾ ਸੈੱਟ ਕੀਤਾ ਟੈਂਪਰੇਚਰ, ਅਸੀਂ ਸਪੋਜ਼ ਕਰ ਲਓ ਥਰਮੋਸਟੇਟ ਨੂੰ ਜਿੰਨੇ ਨੰਬਰ ਤੇ ਸੈੱਟ ਕਰਤਾ, ਸਪੋਜ਼ ਕਰ ਲਓ ਇਹਨੇ -10 ਤੇ ਜਾਂ -15 ਤੇ ਅਸੀਂ ਸੈੱਟ ਕਰਤਾ, ਤਾਂ ਜਦੋਂ ਇਵੈਪੋਰੇਟਰ ਦੇ ਵਿੱਚ ਟੈਂਪਰੇਚਰ ਉਨਾ ਆ ਗਿਆ ਤਾਂ ਇਹਨੇ ਆਟੋਮੈਟਿਕ ਕੱਟ ਕਰ ਦੇਣਾ। ਜਦੋਂ ਕੱਟ ਕਰਤਾ ਤਾਂ ਸਾਡਾ ਕੰਪਰੈਸ਼ਰ ਆ ਜਿਹੜਾ ਮੋਟਰ ਦੇ ਸਿਰੀ ਚ ਲੱਗੀ ਹੋਈ ਆ, ਕੰਪਰੈਸ਼ਰ ਬੰਦ ਹੋ ਜੂ। ਫਿਰ ਉਸ ਤੋਂ ਬਾਅਦ ਚ ਜਿਹੜਾ ਹੈਗਾ ਬਾਹਰਲਾ ਐਟਮੋਸਫੇਅਰਿਕ ਟੈਂਪਰੇਚਰ ਹੀਟ ਅੰਦਰ ਜਾਊਗੀ, ਤਾਂ ਫਿਰ ਉਹ ਡਿਪੈਂਡ ਕਰਦਾ ਐਟਮੋਸਫੇਅਰਿਕ ਹੀਟ ਦੇ ਉੱਪਰ ਵੀ ਕਿੰਨੀ ਕੁ ਟੈਂਪਰੇਚਰ ਆ। ਜਿਵੇਂ ਕਿ ਅਸੀਂ ਸਰਦੀਆਂ ਦੇ ਵਿੱਚ ਜਲਦੀ ਆਉਣ ਨਹੀਂ ਹੁੰਦਾ ਹੈਗਾ, ਕਿਉਂਕਿ ਬਾਹਰਲਾ ਟੈਂਪਰੇਚਰ ਡਾਊਨ ਹੁੰਦਾ, ਮਈ ਜੂਨ ਦੇ ਵਿੱਚ ਜ਼ਿਆਦਾ ਗਰਮੀ ਹੁੰਦੀ ਆ ਤੇ ਹੀਟ ਸਾਡੀ ਬੋਡੀ ਦੇ ਵਿੱਚ ਜ਼ਿਆਦਾ ਜਾਂਦੀ ਆ ਫ੍ਰਿਜ ਦੇ ਵਿੱਚ, ਤਾਂ ਫਿਰ ਇਹ ਜਦੋਂ ਟੈਂਪਰੇਚਰ ਅੰਦਰਲਾ ਬੋਡੀ ਦਾ ਜਿਹੜਾ ਹੈਗਾ ਵੱਧਦਾ, ਤਾਂ ਇਹ ਜਿਹੜਾ ਹੈਗਾ ਇਹਦੇ ਪਿਛਲੀ ਗੈਸ ਆ ਜਿਹੜੀ ਥਰਮਲ ਬਲਬ ਜਿਹੜਾ ਇਵੈਪੋਰੇਟਰ ਦੀ ਲਾਸਟ ਕੋਇਲ ਨਾਲ ਅਟੈਚ ਕੀਤਾ ਹੁੰਦਾ, ਤਾਂ ਜਿਹੜੀ ਇਹਦੀ ਥਰਮਲ ਬਲਬ ਆ ਉਹ ਸੈਂਸ ਕਰਦਾ ਟੈਂਪਰੇਚਰ ਨੂੰ। ਸੈਂਸ ਕਰਨ ਤੋਂ ਬਾਅਦ ਜਿਹੜੀ ਇਹਦੀ ਕੈਪਿਲਰੀ ਟਿਊਬ ਤੇ ਬੈਲੋਜ ਦੇ ਵਿੱਚ ਗੈਸ ਚਾਰਜ ਆ ਉਹ ਫੈਲਣੀ ਸ਼ੁਰੂ ਹੋ ਜਾਂਦੀ ਹੈ। ਹੀਟ ਨਾਲ ਉਹ ਫੈਲਣੀ, ਗੈਸ ਜਿਹੜੀ ਹੈਗੀ ਆ ਠੰਡ ਨਾਲ ਸੁੰਗੜਦੀ ਆ ਤੇ ਹੀਟ ਨਾਲ ਫੈਲਣੀ ਸ਼ੁਰੂ ਹੋ ਜਾਂਦੀ ਆ। ਜਦੋਂ ਉਹ ਗੈਸ ਫੈਲਦੀ ਆ ਤਾਂ ਉਹ ਪ੍ਰੈਸ਼ਰ ਪਾਉਂਦੀ ਆ ਬੈਲੋਜ ਉੱਪਰ, ਬੈਲੋਜ ਪ੍ਰੈਸ਼ਰ ਅੱਗੇ ਡਾਇਆਫਾਰਮ ਤੇ ਪਾਉਂਦੀਆਂ ਨੇ, ਜਿਹਦੇ ਨਾਲ ਕੰਟੈਕਟ ਪੁਆਇੰਟ ਟੁੱਟਦੇ ਤੇ ਜੁੜਦੇ ਰਹਿੰਦੇ ਨੇ। ਜਦੋਂ ਉਹ ਤੇ ਪ੍ਰੈਸ਼ਰ ਪੈ ਗਿਆ ਤਾਂ ਉਹ ਕੰਟੈਕਟ ਪੁਆਇੰਟ ਜੁੜ ਜਾਣਗੇ। ਇਵੇਂ ਜੇਕਰ ਫਿਰ ਜਿਹੜਾ ਟੈਂਪਰੇਚਰ ਡਾਊਨ ਆਉਣ ਤੋਂ ਬਾਅਦ ਚ ਥਰਮਲ ਬਲਬ ਸੈਂਸ ਕਰੂਗਾ ਵੈਪੋਰੇਟਰ ਦਾ ਟੈਂਪਰੇਚਰ, ਤੇ ਸੈਂਸ ਕਰਨਾ ਜਦੋਂ ਟੈਂਪਰੇਚਰ ਡਾਊਨ ਆ ਗਿਆ ਤਾਂ ਇਹਦੀ ਵਿਚਲੀ ਜਿਹੜੀ ਪਾਈਪ ਔਰ ਬੈਲੋਜ ਦੇ ਵਿਚਲੀ ਗੈਸ ਆ ਉਹ ਸੁੰਗੜਨੀ ਸ਼ੁਰੂ ਹੋ ਜੂ। ਸੁੰਗੜਨ ਨਾਲ ਜਿਹੜਾ ਡਾਇਆਫਾਰਮ ਦੇ ਉੱਪਰ ਪ੍ਰੈਸ਼ਰ ਘਟ ਜੂ ਤੇ ਕੰਟੈਕਟ ਪੁਆਇੰਟ ਟੁੱਟ ਜਾਣਗੇ। ਇਸੇ ਤਰ੍ਹਾਂ ਇਹ ਜਿਹੜਾ ਹੈਗਾ ਬਾਰ-ਬਾਰ ਫੰਕਸ਼ਨ ਚੱਲਦਾ ਰਹਿੰਦਾ। ਜਦੋਂ ਟੈਂਪਰੇਚਰ ਸੈੱਟ ਕੀਤਾ ਆ ਜਾਂਦਾ ਤਾਂ ਇਹ ਕੱਟ ਕਰ ਦਿੰਦਾ, ਤੇ ਜਦੋਂ ਸਾਡੇ ਫ੍ਰਿਜ ਦੇ ਵਿੱਚ ਹੀਟ ਜਿਹੜਾ ਜਾਂਦੀ ਹੈ ਤੇ ਟੈਂਪਰੇਚਰ ਅਪ ਹੁੰਦਾ ਤਾਂ ਇਹ ਜੋੜ ਦਿੰਦਾ। ਇਸ ਤਰ੍ਹਾਂ ਇਹ ਬਾਰ-ਬਾਰ ਚੱਲਦਾ ਰਹਿੰਦਾ। ਮਤਲਬ ਲੋੜੀਂਦਾ ਤਾਪਮਾਨ ਲੈਣ ਵਾਸਤੇ ਅਸੀਂ ਥਰਮੋਸਟੇਟ ਸਵਿਚ ਦੀ ਵਰਤੋਂ ਕਰਦੇ ਹਾਂ। ਅੱਗੇ ਆ ਗਿਆ ਸਾਡਾ ਡਾਇਰੈਕਟ ਕੂਲ ਰੈਫ੍ਰਿਜਰੇਟਰ ਦੀ ਬੈਰਿੰਗ ਡਾਇਆਗ੍ਰਾਮ। ਬਿਲਕੁਲ ਸਿੰਪਲ ਜਿਹੜੀ ਹੈਗੀ ਡਾਇਆਗ੍ਰਾਮ ਆ, ਇਹਦੇ ਵਿੱਚ ਤੁਹਾਨੂੰ ਜਿਹੜੀਆਂ ਅਸੀਂ ਦੋ ਚੀਜ਼ਾਂ ਜਿਹੜੀਆਂ ਚਲਾਉਣੇ ਆ, ਨੰਬਰ 1 ਤਾਂ ਅਸੀਂ ਕੰਪਰੈਸ਼ਰ ਨੂੰ ਚਲਾਉਣਾ, ਨੰਬਰ 2 ਅਸੀਂ ਜਿਹੜਾ ਹੈਗਾ ਪਿਛਲਾ ਲੈਂਪ ਆ ਜਾਂ ਬਲਬ ਆ ਫ੍ਰਿਜ ਦੇ ਵਿੱਚ ਜਿਹੜਾ ਲੱਗਿਆ ਹੋਇਆ ਉਹਨੂੰ ਚਲਾਉਣਾ। ਕਿਉਂਕਿ ਹਮੇਸ਼ਾ ਸਿੰਗਲ ਫੇਸ ਤੇ ਜਿਹੜਾ ਵਰਤੋਂ ਕੀਤੀ ਜਾਂਦੀ ਆ, ਤਾਂ ਅਸੀਂ ਕੀ ਕਰਾਂਗੇ, ਇੱਕ ਤਾਂ ਜਿਹੜਾ ਹੈਗਾ ਬਲਬ ਚਲਾਵਾਂਗੇ, ਇਹਦੇ ਵਿੱਚ ਬਲਬ ਨੂੰ ਸਵਿਚ ਦੇ ਦੁਆਰਾ ਕੰਟਰੋਲ ਕਰਾਂਗੇ। ਕਿਉਂਕਿ ਜਦੋਂ ਅਸੀਂ ਫ੍ਰਿਜ ਨੂੰ ਬੰਦ ਕਰਤਾ, ਉਹਦਾ ਗੇਟ ਬੰਦ ਕਰਤਾ, ਤਾਂ ਬਲਬ ਚਲਾਉਣ ਦੀ ਲੋੜ ਨਹੀਂ, ਕਿਉਂਕਿ ਬਲਬ ਹੀਟ ਪੈਦਾ ਕਰਦਾ। ਤਾਂ ਇਸ ਕਰਕੇ ਅਸੀਂ ਡੋਰ ਸਵਿਚ ਦੀ ਵਰਤੋਂ ਕਰਦੇ ਹਾਂ, ਜਿਹੜੀ ਕਿ ਗੇਟ ਖੁੱਲਣ ਤੇ ਜਿਹੜਾ ਹੈਗਾ ਬਲਬ ਚੱਲ ਪੈਂਦਾ, ਤੇ ਜਦੋਂ ਅਸੀਂ ਗੇਟ ਬੰਦ ਕਰਦੇ ਹਾਂ ਤਾਂ ਬਲਬ ਬੰਦ ਹੋ ਜਾਂਦਾ। ਤਾਂ ਇਸ ਤਰ੍ਹਾਂ ਜਿਹੜਾ ਹੈਗਾ ਦੋ ਤਾਰਾਂ ਤੁਹਾਨੂੰ ਦਿਖਾਈਆਂ ਹੋਈਆਂ ਨੇ, ਮੇਨ ਫੇਸ ਤੇ ਨਿਊਟਰਲ। ਤੀਜੀ ਤਾਰ ਜਿਹੜੀ ਹੈਗੀ ਆ ਅਰਥ ਦੀ ਆ। ਤੀਜੀ ਤਾਰ ਜਿਹੜੀ ਅਰਥ ਨੂੰ ਅਸੀਂ ਬੋਡੀ ਦੇ ਨਾਲ ਟੱਚ ਕਰ ਦਿੰਦੇ ਆ, ਤਾਂ ਅਸੀਂ ਸਭ ਤੋਂ ਪਹਿਲਾਂ ਕੀ ਕਰਾਂਗੇ, ਲੈਂਪ ਨੂੰ ਦੋਨੋਂ ਜਿਹੜਾ ਨਿਊਟਰਲ ਫੇਸ ਦੇਵਾਂਗੇ। ਠੀਕ ਆ। ਨੰਬਰ 1 ਨਿਊਟਰਲ ਅਸੀਂ ਜਿਹੜਾ ਹੈਗਾ ਬਲਬ ਨੂੰ ਜਿਹੜਾ ਹੈਗਾ ਦੇਤਾ, ਜਿਹੜਾ ਲੈਂਪ ਨੂੰ ਸਿੱਧਾ ਡਾਇਰੈਕਟ ਦੇਤਾ। ਤਾਂ ਜਿਹੜਾ ਫੇਸ ਆ, ਫੇਸ ਅਸੀਂ ਸੁੱਚ ਦੇ ਥਰੂ ਦਿੱਤਾ, ਫੇਸ ਜਿਹੜਾ ਹੈਗਾ ਸਵਿਚ ਦੇ ਥਰੂ ਦਿੱਤਾ। ਤਾਂ ਜਦੋਂ ਸਵਿਚ ਆਨ ਹੋ ਜੂਗੀ, ਡੋਰ ਨੂੰ ਖੋਲਾਂਗੇ ਤਾਂ ਬਲਬ ਚੱਲ ਪਊਗਾ, ਤੇ ਜਦੋਂ ਅਸੀਂ ਗੇਟ ਨੂੰ ਬੰਦ ਕਰ ਦਿਆਂਗੇ ਤਾਂ ਸਵਿਚ ਕੱਟ ਕਰ ਦੂ ਤੇ ਬਲਬ ਬੰਦ ਹੋ ਜਾਊਗਾ। ਇਹ ਤੋਂ ਇਲਾਵਾ ਅਸੀਂ ਦੇਣਾ ਕੰਪਰੈਸ਼ਰ ਨੂੰ ਨਿਊਟਰਲ ਤੇ ਫੇਸ। ਤਾਂ ਜਿਹੜੀ ਨਿਊਟਰਲ ਅਸੀਂ ਰਿਲੇ ਦੇ ਥਰੂ ਜਿਹੜੀ ਹੈਗੀ ਆ ਰਨਿੰਗ ਪੁਆਇੰਟ ਨੂੰ ਜਿਹੜੀ ਹੈਗੀ ਸਿੱਧੀ ਅਸੀਂ ਦੇਤੀ, ਰਨਿੰਗ ਪੁਆਇੰਟ ਨੂੰ ਨਿਊਟਰਲ ਅਸੀਂ ਸਿੱਧੀ ਦੇਤੀ। ਤੇ ਜਿਹੜਾ ਫੇਸ ਆ ਉਹ ਅਸੀਂ ਜਾ ਕੇ ਲੈ ਦੇਵਾਂਗੇ ਥਰਮੋਸਟੇਟ ਨੂੰ ਪਹਿਲਾਂ।
ਥਰਮੋਸਟੇਟ ਤੋਂ ਜਿਹੜਾ ਫੇਸ ਆ OLP ਦੇ ਵਿੱਚ ਆਊਗਾ, OLP ਤੋਂ ਸਿੱਧਾ ਫਿਰ ਕਾਮਨ ਪੁਆਇੰਟ ਦੇ ਵਿੱਚ ਆਊਗਾ। ਜਿਵੇਂ ਮੈਂ ਪਹਿਲਾਂ ਦੱਸਿਆ ਸੀਗਾ ਵੀ ਓਵਰਲੋਡ ਮੋਟਰ ਦੇ ਸਿਰੀ 'ਚ ਲੱਗਿਆ ਤੇ ਥਰਮੋਸਟੇਟ ਮੋਟਰ ਦੇ ਸਿਰੀ 'ਚ ਲੱਗੀਆਂ ਨੇ। ਇਹ ਦੋਨੋਂ ਪਾਰਟ ਜਿਹੜੇ ਹੈਗੇ ਨੇ ਕੱਟ ਕਰਨ ਵਾਸਤੇ ਲਾਏ ਜਾਂਦੇ ਨੇ। ਜਦੋਂ ਵੀ ਮੰਨ ਲਓ ਓਵਰਲੋਡ ਕੰਡੀਸ਼ਨ ਦੇ ਵਿੱਚ ਆ ਗਿਆ ਤਾਂ ਇਹ ਫੇਸ ਨੂੰ ਟ੍ਰਿਪ ਕਰ ਦੂਗਾ, ਇੱਕ ਤਾਰ ਨੂੰ ਕੱਟ ਕਰ ਦੂਗਾ। ਕੱਟ ਕਰਨਾ ਜਿਹੜਾ ਕੰਪਰੈਸ਼ਰ ਨੂੰ ਸਪਲਾਈ ਮਿਲਣੀ ਬੰਦ ਹੋ ਜੂਗੀ, ਤਾਂ ਬੰਦ ਹੋ ਜੂ, ਕੰਪਰੈਸਰ ਸਾਡਾ ਬੰਦ ਹੋ ਜੂ। ਇਵੇਂ ਜੇਕਰ ਜਦੋਂ ਥਰਮੋਸਟੇਟ ਚੱਲ ਗਿਆ ਜਿਹੜਾ ਹੈਗਾ ਫੇਸ, ਤਾਂ ਜਦੋਂ ਕੰਟੈਕਟ ਪੁਆਇੰਟ ਜੁੜੇ ਹੋਏ ਨੇ ਤਾਂ ਉਹ ਕਰੰਟ ਜਿਹੜਾ ਕੰਪਰੈਸ਼ਰ ਨੂੰ ਮਿਲਦਾ ਰਹੂਗਾ। ਤੇ ਜਦੋਂ ਸਾਡਾ ਲੋੜੀਦਾ ਤਾਪਮਾਨ ਆ ਗਿਆ, ਥਰਮੋਸਟੇਟ ਨੇ ਟ੍ਰਿਪ ਕਰਤਾ, ਕੱਟ ਕਰਤਾ, ਤਾਂ ਜਿਹੜਾ ਕੰਪਰੈਸਰ ਨੂੰ ਸਪਲਾਈ ਮਿਲਣੀ ਬੰਦ ਹੋ ਜੂਗੀ। ਇਸ ਤਰ੍ਹਾਂ ਇਹ ਜਿਹੜੀ ਥਰਮੋਸਟੇਟ ਸਵਿਚ ਆ ਮੋਟਰ ਕੰਪਰੈਸਰ ਦੇ ਸਿਰੀ 'ਚ ਲੱਗੀ ਹੁੰਦੀ ਹੈ। ਇਹ ਇਵੇਂ ਜ਼ਿਕਰ ਉਹ ਤੋਂ ਥਰਮੋਸਟੇਟ ਤੋਂ ਅਸੀਂ ਅੱਗੇ ਆ ਕੇ ਓਵਰਲੋਡ ਨੂੰ ਦੇ ਦਿਆਂਗੇ। ਓਵਰਲੋਡ ਦੇ ਜਿਹੜਾ ਅਗਲੀ ਜਿਹੜੀ ਹੈਗੀ ਆ ਉਹ ਕਾਮਨ ਪੁਆਇੰਟ ਨੂੰ ਦੇ ਦਿਆਂਗੇ ਜਿਹੜਾ ਹੈਗਾ, ਕਿਉਂਕਿ ਮੋਟਰ ਹਮੇਸ਼ਾ ਮੋਟਰ ਨੂੰ ਨਿਊਟਰਲ ਤੇ ਫੇਸ ਦੋ ਤਾਰਾਂ ਚਾਹੀਦੀਆਂ ਨੇ, ਜੋ ਕਿ ਇੱਕ ਜਿਹੜਾ ਹੈਗਾ ਥਰਮੋਸਟੇਟ ਤੇ ਓਵਰਲੋਡ ਦੇ ਥਰੂ ਸਾਡੀ ਜਿਹੜੀ ਹੈਗੀ ਸਪਲਾਈ ਮਿਲ ਗਈ, ਦੂਜੀ ਜਿਹੜੀ ਹੈਗੀ ਆ ਰਿਲੇ ਦੇ ਥਰੂ ਮਿਲ ਗਈ। ਜਿਹੜੀ ਸਟਾਰਟਿੰਗ ਬਾਈਂਡਿੰਗ ਆ ਮੈਂ ਤੁਹਾਨੂੰ ਦੱਸਿਆ ਸੀਗਾ ਪਹਿਲਾਂ ਵੀ ਸਟਾਰਟਿੰਗ ਬਾਈਂਡਿੰਗ ਸਿਰਫ ਸਟਾਰਟ ਕਰਨ ਵਾਸਤੇ ਲਾਈ ਜਾਂਦੀ ਆ ਤੇ ਉਦੋਂ ਬਾਅਦ ਚ ਜਿਹੜੀ ਹੈਗੀ ਆ ਰਿਲੇ ਸਾਡੀ ਕੱਟ ਕਰ ਦਿੰਦੀ ਆ। ਇਸ ਤਰ੍ਹਾਂ ਜਿਹੜੀ ਹੈਗੀ ਸਿੰਪਲ ਡਾਇਗਰਾਮ ਜਿਹੜੀ ਹੈਗੀ ਆ ਸਾਡਾ ਡਾਇਰੈਕਟ ਕੂਲ ਰੈਫਰੀਜਰੇਟਰ ਦੇ ਵਿੱਚ ਵਰਤੋਂ ਦੇ ਵਿੱਚ ਲਿਆਂਦੀ ਜਾਂਦੀ ਆ। ਹੁਣ ਆ ਗਿਆ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਲਾਸਟ ਪੁਆਇੰਟ, ਟੈਸਟਿੰਗ ਅਸੀਂ ਕਿਵੇਂ ਕਰਨੀ ਆ ਰੈਫਰੀਜਰੇਟਰ ਦੀ। ਜਿਹੜੇ ਆਪਣੇ ਇਲੈਕਟ੍ਰਿਕ ਕੰਪੋਨੈਂਟ, ਮਕੈਨੀਕਲ ਕੰਪੋਨੈਂਟ ਜਿਹੜੇ ਇਹਦੇ ਵਿੱਚ ਯੂਜ਼ ਕੀਤੇ ਜਾਂਦੇ ਨੇ ਤੇ ਉਹਦੀ ਆਪਾਂ ਡਿਸਕਸ ਕਰ ਚੁੱਕੇ ਹਾਂ ਜਿਹੜੀ ਹੈਗੀ। ਹੁਣ ਸਪੋਜ਼ ਕਰ ਲਓ ਕੋਈ ਫ੍ਰਿਜ ਖਰਾਬ ਹੋ ਜਾਂਦਾ ਤਾਂ ਉਹਦੀ ਟੈਸਟਿੰਗ ਕਿਵੇਂ ਕਰਨੀ ਆ, ਇਹ ਇੱਕ ਇੰਪੋਰਟੈਂਟ ਸੀਗਾ ਜਿਹੜਾ ਟੈਸਟਿੰਗ ਵੀ ਅਸੀਂ ਕਿਵੇਂ ਕਰਨੀ ਆ ਵੀ ਫ੍ਰਿਜ ਖਰਾਬ ਹੋ ਗਿਆ, ਉਹਨੂੰ ਚੈੱਕ ਕਿਵੇਂ ਕਰਨਾ ਵੀ ਇਹ ਖਰਾਬ ਆ। ਠੀਕ ਹੈ, ਸਭ ਤੋਂ ਪਹਿਲਾਂ ਕੋਈ ਫ੍ਰਿਜ ਖਰਾਬ ਹੋ ਗਿਆ ਤਾਂ ਉਹਨੂੰ ਚੈੱਕ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਸੇਫਟੀ ਵਾਸਤੇ ਦੱਸਦਾ ਵੀ ਜਦੋਂ ਕੋਈ ਮਸ਼ੀਨ ਖਰਾਬ ਹੋ ਜਾਂਦੀ ਆ ਤਾਂ ਉਹਦੀ ਸ਼ਾਰਟ ਮਤਲਬ ਬੋਡੀ ਨਾਲ ਟੱਚ ਹੋ ਜਾਂਦੀ ਹੈ, ਕਈ ਵਾਰੀ ਮੋਟਰ ਮੱਚ ਕੇ ਅੰਦਰੋਂ। ਸਭ ਤੋਂ ਪਹਿਲਾਂ ਅਸੀਂ ਕੀ ਕਰਨਾ, ਕਲੰਪ ਮੀਟਰ ਜਾਂ ਸੀਰੀਜ਼ ਦੁਆਰਾ ਉਹਦੀ ਟੈਸਟਿੰਗ ਕਰਨੀ ਹੈ ਵੀ ਕੀ ਉਹ ਫ੍ਰਿਜ ਜਿਹੜਾ ਹੈਗਾ ਬੋਡੀ ਦੇ ਨਾਲ ਸ਼ਾਰਟ ਤਾਂ ਨਹੀਂ ਹੈਗਾ। ਸਭ ਤੋਂ ਪਹਿਲਾਂ ਸੇਫਟੀ ਜ਼ਰੂਰੀ ਹੈ। ਸੇਫਟੀ ਅਗਰ ਅਸੀਂ ਜਾਂਦਿਆਂ ਸਾਰ ਕਿਸੇ ਖਰਾਬ ਮਸ਼ੀਨ ਨੂੰ ਜਾਂ ਫ੍ਰਿਜ ਨੂੰ ਹੱਥ ਪਾ ਲਾਂਗੇ ਜਾ ਕੇ ਔਨ ਕਰਕੇ ਤਾਂ ਹੋ ਸਕਦਾ ਵੀ ਉਹ ਸ਼ਾਰਟ ਹੋਵੇ ਬੋਡੀ ਦੇ ਨਾਲ। ਸਭ ਤੋਂ ਪਹਿਲਾਂ ਕੀ ਕਰੋ, ਬੋਰਡ ਦੇ ਵਿੱਚੋਂ ਪਲੱਗ ਕੱਢ ਕੇ ਉਹਦੀ ਟੈਸਟਿੰਗ ਕਰੋ, ਉਹਨੂੰ ਚੈੱਕ ਕਰੋ ਵੀ ਕੀ ਕੰਟੀਨਿਊਟੀ ਆ ਰਹੀ ਆ, ਠੀਕ ਆ। ਤਾਂ ਉਦੋਂ ਬਾਅਦ ਚ ਕੀ ਕਰੋ, ਉਹਦਾ ਅਰਥ ਜ਼ਰੂਰ ਚੈੱਕ ਕਰੋ। ਜਦੋਂ ਅਰਥ ਚੈੱਕ ਕਰਨਾ ਤਾਂ ਇੱਕ ਪੁਆਇੰਟ ਆਪਾਂ ਕਲੰਪ ਮੀਟਰ ਦਾ ਜਦੋਂ ਤਾਰ ਆਪਣਾ ਪਲੱਗ ਨਾਲ ਲਾਵਾਂਗੇ ਤਾਂ ਦੂਜਾ ਆਪਾਂ ਫ੍ਰਿਜ ਦੀ ਬੋਡੀ ਨਾਲ ਕਿਤੇ ਵੀ ਟੱਚ ਕਰਕੇ ਦੇਖਾਂਗੇ। ਕਿਤੇ ਤੋਂ ਭਾਵ ਇਹ ਚੀਜ਼ ਨੋਟ ਕਰੋ ਧਿਆਨ ਨਾਲ ਵੀ ਆਪਾਂ ਉਹ ਜਗ੍ਹਾ ਆਪਣਾ ਰੰਗ ਵਾਲੀ ਜਗ੍ਹਾ ਤੇ ਨਹੀਂ ਲਾਉਣੀ ਹੈਗੀ, ਉਹਨੂੰ ਸਾਫ਼ ਕਰਕੇ ਲਾਉਣੀ ਆ। ਉਹਨੂੰ ਸਾਫ਼ ਕਰਕੇ ਮਤਲਬ ਟੱਚ ਕਰਨਾ ਜਿੱਥੇ ਬੋਡੀ ਤੇ ਪਾਲਿਸ਼ ਨਹੀਂ ਹੋਇਆ। ਕਈ ਵਾਰ ਆਪਾਂ ਬੋਡੀ ਦੇ ਫ੍ਰਿਜ ਦੀ ਤੇ ਪਾਲਿਸ਼ ਵਾਲੀ ਜਗ੍ਹਾ ਤੇ ਰੰਗ ਵਾਲੀ ਜਗ੍ਹਾ ਤੇ ਲਾਵਾਂਗੇ ਤਾਂ ਉਹ ਬੋਡੀ ਨਾਲ ਟੱਚ ਨਹੀਂ ਹੋਣਾ ਹੈਗਾ। ਇਸ ਕਰਕੇ ਜਿੱਥੇ ਕੋਈ ਲੋਹੇ ਦੀ ਪਾਈਪ ਨੰਗੀ ਆ ਤਾਂ ਉਹਦੇ ਨਾਲ ਆਪਾਂ ਦੂਜੀ ਤਾਰ ਕਰਕੇ ਲਾ ਕੇ ਟੱਚ ਕਰਕੇ ਦੇਖਾਂਗੇ ਤਾਂ ਉੱਥੋਂ ਆਪਾਂ ਨੂੰ ਪਤਾ ਲੱਗ ਜੂ ਵੀ ਸਾਡਾ ਫ੍ਰਿਜ ਅਰਥ ਨਹੀਂ ਹੈਗਾ। ਅਗਰ ਅਰਥ ਆ ਸਪੋਜ਼ ਕਰ ਲਓ ਤਾਂ ਫਿਰ ਉਹਦਾ ਮੋਟਰ ਕੰਪਰੈਸ਼ਰ ਦੇ ਉੱਪਰੋਂ ਰਿਲੇ ਲਾ ਕੇ ਚੈੱਕ ਕਰੋ ਵੀ ਕੀ ਕੰਪਰੈਸ਼ਰ ਸ਼ਾਰਟ ਆ। ਜੇ ਤਾਂ ਕੰਪਰੈਸ਼ਰ ਸ਼ਾਰਟ ਆ ਫਿਰ ਤਾਂ ਉਹਨੂੰ ਚੈੱਕ ਕਰੋ ਵੀ ਹਾਂ ਕੰਪਰੈਸ਼ਰ ਦੇ ਸ਼ਾਰਟ ਆ, ਕਲੀਅਰ ਹੋ ਜਾਊਗਾ। ਅਗਰ ਕੋਈ ਫ੍ਰਿਜ ਦੇ ਵਿੱਚੋਂ ਮੰਨ ਲਓ ਕੋਈ ਥਰਮੋਸਟੇਟ ਦੇ ਅੰਦਰੋਂ ਕੋਈ ਤਾਰ ਸ਼ਾਰਟ ਆ ਤਾਂ ਅਸੀਂ ਉਹ ਚੈੱਕ ਕਰ ਸਕਦੇ ਹਾਂ ਵੀ ਇਹ ਕਿਸੇ ਜਗ੍ਹਾ ਤੋਂ ਸ਼ਾਰਟ ਨਹੀਂ ਹੈ। ਸਭ ਤੋਂ ਪਹਿਲਾਂ ਉਹਦਾ ਸ਼ਾਰਟ ਚੈੱਕ ਕਰਨਾ ਜ਼ਰੂਰੀ ਹੈ। ਨੰਬਰ 2, ਉਦੋਂ ਬਾਅਦ ਚ ਸਪੋਜ਼ ਕਰ ਲਓ ਤੁਹਾਡਾ ਫ੍ਰਿਜ ਆ ਜਿਹੜਾ ਲਗਾਤਾਰ ਚੱਲ ਰਿਹਾ, ਲਗਾਤਾਰ ਇਹਦੇ ਚ ਦੋ ਕੈਟਾਗਰੀਆਂ ਦੇ ਵਿੱਚ ਮੈਂ ਵੰਡੂ ਟੈਸਟਿੰਗ। ਨੰਬਰ 1 ਜਿਹੜੇ ਹੈਗੇ ਨੇ ਇਲੈਕਟ੍ਰਿਕ, ਨੰਬਰ 2 ਜਿਹੜਾ ਹੈਗਾ ਮਕੈਨੀਕਲ ਫਾਲਟ। ਇਲੈਕਟ੍ਰਿਕ ਜਾਂ ਮਕੈਨੀਕਲ ਦੇ ਵਿੱਚ ਕੀ ਆ ਵੀ ਸਪੋਜ਼ ਕਰ ਲਓ ਤੁਹਾਡਾ ਫ੍ਰਿਜ ਲਗਾਤਾਰ ਚੱਲ ਰਿਹਾ, ਠੀਕ ਆ, ਪਰੰਤੂ ਕੂਲਿੰਗ ਨਹੀਂ ਕਰ ਰਿਹਾ ਹੈਗਾ। ਤਾਂ ਆਪਾਂ ਕੀ ਦੇਖਾਂਗੇ ਵੀ ਫ੍ਰਿਜ ਐਂਪੀਅਰ ਵੀ ਸਹੀ ਲੈ ਰਿਹਾ, ਕੰਪਰੈਸਰ ਸਹੀ ਚੱਲ ਰਿਹਾ, ਵਰਕਿੰਗ ਕਰ ਰਿਹਾ। ਤਾਂ ਉੱਥੇ ਆਪਣਾ ਇੱਕੋ ਹੀ ਕਾਰਨ ਹੋਊਗਾ, ਦੋ ਜਿਹੜੇ ਹੈਗੇ ਨੇ, ਜਾਂ ਤਾਂ ਗੈਸ ਲੀਕ ਆ ਜਾਂ ਗੈਸ ਬਲੌਕ ਆ ਜਾਂ ਫਿਰ ਉਹਦੇ ਵਿੱਚ ਕੀ ਆ ਕੰਪਰੈਸ਼ਰ ਦਾ ਜਿਹੜਾ ਪੰਪ ਆ, ਜਿਹੜਾ ਇੰਜਨ ਆ, ਉਹ ਪੂਰਾ ਕੰਮ ਨਹੀਂ ਕਰ ਰਿਹਾ ਹੈਗਾ। ਤਾਂ ਉਹਦੀਆਂ ਅਲੱਗ-ਅਲੱਗ ਨਿਸ਼ਾਨੀਆਂ ਨੇ ਵੀ ਕੀ ਉਹਦੇ ਸਿੰਪਟਮ ਨੇ ਜਿਨ੍ਹਾਂ ਤੋਂ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਕੀ ਗੈਸ ਇਹਦੇ ਚ ਬਲੌਕ ਆ, ਕੀ ਗੈਸ ਇਹਦੇ ਚ ਲੀਕ ਆ ਜਾਂ ਇਹਦਾ ਕੰਪਰੈਸ਼ਰ
ਜਿਹੜਾ ਹੈਗਾ ਡਿਫੈਕਟਿਵ ਆ, ਪਰ ਕੰਪਰੈਸ਼ਰ ਦਾ ਜਿਹੜਾ ਪੂਰਾ ਪ੍ਰੈਸ਼ਰ ਨਹੀਂ ਬਣ ਰਿਹਾ। ਸਪੋਜ਼ ਕਰ ਲਓ ਫ੍ਰਿਜ ਸਹੀ ਚੱਲ ਰਿਹਾ, ਐਂਪੀਅਰ ਸਹੀ ਲੈ ਰਿਹਾ, ਤਾਂ ਆਪਾਂ ਦੇਖਾਂਗੇ ਕੰਡੈਂਸਰ ਨੂੰ ਚੈੱਕ ਕਰਕੇ ਦੇਖਾਂਗੇ ਵੀ ਕੀ ਉਹ ਗਰਮ ਹੋ ਰਿਹਾ। ਜੇ ਤਾਂ ਕੰਡੈਂਸਰ ਗਰਮ ਹੋ ਰਿਹਾ ਇਹ ਤਾਂ ਆਪਾਂ ਨੂੰ ਪਤਾ ਵੀ ਇਹਦੇ ਵਿੱਚ ਅੰਦਰ ਗੈਸ ਹੈਗੀ ਆ, ਲੀਕ ਨਹੀਂ ਹੋਇਆ। ਅਗਰ ਗੈਸ ਲੀਕ ਹੋਗੀ ਤਾਂ ਕੰਡੈਂਸਰ ਗਰਮ ਨਹੀਂ ਹੋਊਗਾ, ਕੰਡੈਂਸਰ ਬਿਲਕੁਲ ਵੀ ਗਰਮ ਨਹੀਂ ਹੋਊਗਾ ਅਗਰ ਗੈਸ ਲੀਕ ਹੋਊਗੀ। ਸਪੋਜ਼ ਕਰ ਲਓ ਉਹਦੇ ਵਿੱਚ ਗੈਸ ਜੇ ਲੀਕ ਹੋਊਗੀ ਤਾਂ ਆਪਾਂ ਨੂੰ ਬਾਹਰੋਂ ਨਿਗਾਹ ਵੀ ਮਾਰਨੀ ਪਊ ਵੀ ਜਿੱਥੇ ਜਿਸ ਜਗ੍ਹਾ ਤੇ ਲੀਕੇਜ ਹੋਊਗੀ ਉੱਥੇ ਉਹਦਾ ਠੰਡਾਪਣ ਜਾਂ ਤੇਲ ਆ ਜਾਊਗਾ। ਜਿੱਥੋਂ ਵੀ ਕਿਸੇ ਜਗ੍ਹਾ ਤੇ ਲੀਕੇਜ ਹੋਊ ਠੰਡਾਪਣ ਆ ਜਾਊ ਅਗਰ ਲੀਕ ਆ। ਜੇ ਲੀਕ ਨਹੀਂ ਹੈਗੀ ਤਾਂ ਜੇਕਰ ਉਹਦੇ ਵਿੱਚ ਜਿਹੜਾ ਹੈਗਾ ਕੰਡੈਂਸਰ ਵੀ ਗਰਮ ਹੋ ਰਿਹਾ, ਪਰੰਤੂ ਫਿਰ ਉਦੋਂ ਬਾਅਦ ਉਹਦਾ ਡਰਾਇਰ ਜਾਂ ਫਿਲਟਰ ਨੂੰ ਆਪਾਂ ਚੈੱਕ ਕਰਾਂਗੇ। ਅਗਰ ਫਿਲਟਰ ਗਰਮ ਹੋ ਰਿਹਾ ਪੂਰਾ ਪ੍ਰੋਪਰ, ਕੰਡੈਂਸਰ ਵੀ ਪੂਰਾ ਗਰਮ ਹੋ ਰਿਹਾ, ਤੇ ਫਿਰ ਉਦੋਂ ਬਾਅਦ ਫਰੋਸਟਿੰਗ ਆ ਜਿਹੜੀ ਉਹ ਹਲਕੀ ਆ ਰਹੀ ਆ, ਜਾਂ ਫ੍ਰੀਜ਼ਰ ਪੂਰਾ ਠੰਡਾ ਹੋ ਰਿਹਾ, ਪੂਰਾ ਫ੍ਰੀਜ਼ਰ ਠੰਡਾ ਹੋ ਰਿਹਾ ਪਰੰਤੂ ਬਰਫ਼ ਨਹੀਂ ਜੰਮ ਰਹੀ, ਤਾਂ ਉੱਥੋਂ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਇਹਦਾ ਪ੍ਰੈਸ਼ਰ ਡਾਊਨ ਆ, ਇੰਜਨ ਜਿਹੜਾ ਹੈਗਾ ਇਹ ਉਹਦਾ ਡਾਊਨ ਹੋ ਗਿਆ, ਪ੍ਰੈਸ਼ਰ ਨਹੀਂ ਬਣ ਰਿਹਾ। ਜੇਕਰ ਕੰਡੈਂਸਰ ਗਰਮ ਹੋ ਰਿਹਾ ਪਰੰਤੂ ਤੁਹਾਡਾ ਡਰਾਇਰ ਜਿਹੜਾ ਹੈਗਾ ਠੰਡਾ ਹੋ ਗਿਆ, ਤੇ ਜਾਂ ਅੰਦਰ ਫ੍ਰੀਜ਼ਰ ਦੇ ਵਿੱਚ ਇੱਕ ਜਗ੍ਹਾ ਤੇ ਮੋਟੀ ਬਰਫ਼ ਕੋਨੇ ਤੇ ਜੰਮ ਰਹੀ ਆ, ਤਾਂ ਉੱਥੋਂ ਆਪਾਂ ਨੂੰ ਜੱਜਮੈਂਟ ਹੋ ਜੂਗੀ ਵੀ ਉਹ ਫ੍ਰਿਜ ਗੈਸ ਆ ਜਿਹੜੀ ਬਲੌਕ ਆ। ਗੈਸ ਕਿਸੇ ਜਗ੍ਹਾ ਤੋਂ ਮੰਨ ਲਓ ਫਿਲਟਰ ਚੋਂ ਜਾਂ ਕੈਪਿਲਰੀ ਪਾਈਪ ਚੋਂ ਗੈਸ ਬਲੌਕ ਆ, ਤਾਂ ਉੱਥੋਂ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਇਹਦੇ ਵਿੱਚ ਗੈਸ ਬਲੌਕੇਜ ਆ। ਤੇ ਇਲੈਕਟ੍ਰਿਕ, ਕਿਉਂਕਿ ਟਾਈਮ ਥੋੜਾ ਰਹਿ ਗਿਆ, ਮੈਂ ਡਿਟੇਲ ਚ ਬਹੁਤ ਦੱਸਣਾ ਸੀ, ਪਰ ਇਲੈਕਟ੍ਰਿਕ ਜਿਵੇਂ ਕਿ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ ਵੀ ਇਲੈਕਟ੍ਰਿਕ ਓਵਰਲੋਡ ਲੱਗਿਆ ਹੁੰਦਾ, ਥਰਮੋਸਟੇਟ ਲੱਗੀ ਹੁੰਦੀ ਆ, ਇਹਨਾਂ ਦੀ ਕੀ ਟੈਸਟਿੰਗ ਆ ਮੈਂ ਓਵਰਲੋਡ ਦੇ ਉੱਪਰ ਪੂਰੀ ਡਿਸਕਸ ਕੀਤੀ ਸੀਗੀ। ਤੇ ਮੈਂ ਕੁਛ ਇੱਕ ਦੋ ਪੁਆਇੰਟ ਜਿਹੜੇ ਹੈਗੇ ਮੇਨ ਦੱਸਣੇ ਚਾਹੂੰ ਕਿਉਂਕਿ ਟਾਈਮ ਜਿਹੜਾ ਥੋੜਾ ਰਹਿ ਗਿਆ। ਰਿਲੇ, ਅਗਰ ਅਸੀਂ ਸਾਡਾ ਕੰਪਰੈਸ਼ਰ ਮੱਚਦਾ, ਕੋਈ ਵੀ ਕੰਪਰੈਸ਼ਰ ਫ੍ਰਿਜ ਦਾ ਮੱਚਦਾ, ਤਾਂ ਓਵਰਲੋਡ ਜ਼ਰੂਰ ਚੈੱਕ ਕਰਕੇ ਜਦੋਂ ਦੁਬਾਰਾ ਲਾਉਣਾ, ਨਹੀਂ ਤਾਂ ਓਵਰਲੋਡ ਚੇਂਜ ਕਰ ਦਿਓ, ਤੇ ਨਹੀਂ ਤਾਂ ਫਿਰ ਓਵਰਲੋਡ ਦੀ ਟੈਸਟਿੰਗ ਕਰਨੀ ਬਹੁਤ ਜ਼ਰੂਰੀ ਆ। ਅਗਰ ਅਸੀਂ ਉਹੀ ਕੰਪਰੈਸ਼ਰ ਪਹਿਲਾਂ ਮੱਚੇ ਹੋਏ ਦਾ ਓਵਰਲੋਡ ਲਾ ਦਿਆਂਗੇ ਤਾਂ ਉਹ ਦੁਬਾਰਾ ਵੀ ਤੁਹਾਡਾ ਜਿਹੜਾ ਕੰਪਰੈਸ਼ਰ ਮੱਚ ਸਕਦਾ। ਅਗਲਾ ਜਿਹੜਾ ਹੈਗਾ ਰਿਲੇ ਦਾ, ਰਿਲੇ ਜਦੋਂ ਅਸੀਂ ਲਾਉਣੇ ਆ, ਕਈ ਵਾਰੀ ਉਹਦੇ ਟਰਮੀਨਲ ਜਿਹੜੇ ਹੈਗੇ ਸੰਪਰਕ ਹੋ ਜਾਂਦੇ ਨੇ, ਤਾਂ ਜੇਕਰ ਅਸੀਂ ਉਸ ਟਰਮੀਨਲਾਂ ਨੂੰ ਸਾਫ਼ ਨਾ ਕਰਾਂਗੇ, ਕਾਮਨ ਰਨਿੰਗ ਸਟਾਰਟਿੰਗ ਜਿਹੜੇ ਹੈਗੇ ਰਿਲੇ ਦੇ ਪੁਆਇੰਟ ਨੇ, ਜਿਹੜੇ ਕੰਪਰੈਸ਼ਰ ਦੇ ਪੁਆਇੰਟ ਨੇ, ਜੇਕਰ ਉਹਨਾਂ ਨੂੰ ਅਸੀਂ ਸਾਫ਼ ਨਾ ਕਰਾਂਗੇ ਕਿਸੇ ਰੇਗਮਾਰ ਦੀ ਸਹਾਇਤਾ ਨਾਲ, ਤਾਂ ਦੁਬਾਰਾ ਜਿਹੜਾ ਹੈਗਾ ਉਹ ਰਿਲੇ ਲਾਵਾਂਗੇ ਤਾਂ ਉਹ ਜਿਹੜਾ ਹੈਗਾ ਰਿਲੇ ਆ ਤੁਹਾਡੀ ਜਲਦੀ ਹੈਗੀ ਆ ਖਰਾਬ ਹੋ ਜਾਊਗਾ। ਤੀਜਾ ਜਿਹੜਾ ਹੈਗਾ ਥਰਮੋਸਟੇਟ ਦੇ ਵਿੱਚ, ਥਰਮੋਸਟੇਟ ਜਦੋਂ ਚੇਂਜ ਕਰਨੀ ਆ ਜਾਂ ਲਾਉਣੀ ਆ, ਤਾਂ ਉਹਦੀ ਜਿਹੜੀ ਕੈਪਿਲਰੀ ਟਿਊਬ ਆ ਜਾਂ ਥਰਮਲ ਬਲਬ ਆ, ਉਹਨੂੰ ਪ੍ਰੋਪਰ ਢੰਗ ਨਾਲ ਜਿਹੜਾ ਖੁੱਲਣਾ। ਜੇਕਰ ਅਸੀਂ ਉਹਦੇ ਵਿੱਚ ਜ਼ਿਆਦਾ ਉਹਦੇ 'ਚ ਬੈਂਡ ਪਾਵਾਂਗੇ ਜਾਂ ਉਹਦੀ ਅਣਗਹਿਲੀ ਕਰਾਂਗੇ, ਤਾਂ ਇਹਦੇ ਵਿੱਚ ਹਲਕੀ ਪਾਈਪ ਹੁੰਦੀ ਆ, ਇਹਦੇ ਵਿੱਚ ਗੈਸ ਚਾਰਜ ਕੀਤੀ ਹੁੰਦੀ ਆ, ਤਾਂ ਉਹ ਗੈਸ ਆ ਜਿਹੜੀ ਹੈਗੀ ਆ ਲੀਕ ਹੋ ਜਾਊਗੀ, ਤੇ ਗੈਸ ਲੀਕ ਹੋ ਗਈ ਤਾਂ ਥਰਮੋਸਟੇਟ ਨੇ ਕੰਮ ਨਹੀਂ ਕਰਨਾ। ਥੈਂਕਸ। ਜੇ ਕਿਸੇ ਬੱਚੇ ਦਾ ਕੋਈ ਕੁਐਸਚਨ ਆ ਤਾਂ ਮੇਰੇ ਨਾਲ ਸ਼ੇਅਰ ਕਰ ਸਕਦਾ, ਐਨੀ ਕੁਐਸਚਨ ਕਿਸੇ ਵੀ ਬੱਚੇ ਦਾ, ਕਿਸੇ ਬੱਚੇ ਦਾ ਕੋਈ ਕੁਐਸਚਨ ਸ਼ੇਅਰ ਹੈਗਾ ਕਰ ਸਕਦਾ ਮੇਰੇ ਨਾਲ, ਕਿਸੇ ਸਟੂਡੈਂਟ ਦਾ ਕੋਈ ਸਵਾਲ। ਹੈਲੋ 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 बोलिए सर। हेलो। ਹੈਲੋ ਬੋਲਣਾ ਸਰ ਜੀ। हाँ बोलो सर, किसी बच्चे का क्वेश्चन। ਸਰ ਜਿੱਦਾਂ ਤੁਸੀਂ ਦੱਸਿਆ ਸੀਗਾ ਉਹਦੇ ਆਪਣਾ ਰਿਲੇ ਵਗੈਰਾ ਲਗਾਣੀ ਓਵਰਲੋਡ, ਸਰ ਇਹ 'ਚ ਬਾਈ ਕਈ ਵਾਰ ਚੇਂਜ ਹੋ ਜਾਂਦਾ, ਤਾਂ ਕਾਮਨ ਰਨਿੰਗ ਸਟਾਰਟਿੰਗ ਦਾ ਕਿੱਦਾਂ ਪਤਾ ਕਰੀਏ, ਕੁਛ ਹੈ ਉਹਦਾ ਸਰ ਆਈਡੀਆ? हाँ भी किस तरह भी जे कोई कॉमन रनिंग स्टार्टिंग दा, हाँ ये वेरी गुड क्वेश्चन, बहुत बढ़िया क्वेश्चन पूछया ਜੀ। ਤਾਂ ਅਸੀਂ ਕੀ ਕਰਨਾ, ਕੰਪਰੈਸ਼ਰ ਦੇ 3 ਟਰਮੀਨਲ ਹੁੰਦੇ ਨੇ। ਹਾਂਜੀ ਹਾਂ। ਕਾਮਨ ਰਨਿੰਗ ਤੇ ਸਟਾਰਟਿੰਗ, ਠੀਕ ਆ। ਜੀ ਦੋ ਬੈਂਡਿੰਗ, ਰਨਿੰਗ ਬੈਂਡਿੰਗ ਤੇ ਸਟਾਰਟਿੰਗ ਬੈਂਡਿੰਗ ਨੂੰ ਜੋੜ ਕੇ ਦੋਨਾਂ ਦਾ ਕੀ ਬਣਾਇਆ ਜਾਂਦਾ, ਕਾਮਨ ਪੁਆਇੰਟ ਬਣਾਇਆ ਜਾਂਦਾ। ਜੀ ਜੀ ਤਾਂ ਜੀ ਇਹਨਾਂ ਦੇ ਵਿੱਚ ਇਹਨਾਂ ਦੇ ਵਿੱਚ ਕੀ ਕਰੋ, ਦੋ ਤਰੀਕੇ ਨੇ। ਸੀਰੀਜ਼ ਲੈਂਪ ਰਾਹੀਂ ਵੀ ਚੈੱਕ ਕਰ ਸਕਦੇ ਹਾਂ, ਕਲੰਪ ਮੀਟਰ ਦੁਆਰਾ ਵੀ ਚੈੱਕ ਕਰ ਸਕਦੇ ਹਾਂ। ਇਹਨਾਂ ਦੇ ਵਿੱਚ ਕੀ ਹੁੰਦੀ ਆ, ਰਨਿੰਗ ਤੇ ਸਟਾਰਟਿੰਗ ਬੈਂਡਿੰਗ ਦੇ ਵਿੱਚ ਸਭ ਤੋਂ ਵੱਧ ਕੰਟੀਨਿਊਟੀ ਹੁੰਦੀ ਆ। ਰਨਿੰਗ ਤੇ ਸਟਾਰਟਿੰਗ ਦੇ ਵਿੱਚ ਇਹ ਕਾਫੀ ਲੰਬਾ, ਜੇ ਮੈਂ ਇਹਨੂੰ ਸਮਝਾਵਾਂਗਾ ਤਾਂ ਇਹਦੇ ਘੱਟੋ ਘੱਟ 10 ਮਿੰਟ ਚਾਹੀਦੇ ਨੇ। ਰਨਿੰਗ ਤੇ ਸਟਾਰਟਿੰਗ
ਫਰੋਸਟਿੰਗ ਬਾਈਂਡਿੰਗ ਦੇ ਵਿੱਚ ਸਭ ਤੋਂ ਵੱਧ ਕੰਟੀਨਿਊਟੀ ਹੁੰਦੀ ਆ, ਹਾਈ ਕੰਟੀਨਿਊਟੀ ਹੁੰਦੀ ਆ ਜਿਹੜੀ, ਤੇ ਕਾਮਨ ਤੇ ਜਿਹੜੀ ਰਨਿੰਗ ਦੇ ਵਿੱਚ ਹੋਏਗੀ ਆ ਕੰਟੀਨਿਊਟੀ ਸਭ ਤੋਂ ਘੱਟ ਹੁੰਦੀ ਆ। ਤੇ ਸਟਾਰਟਿੰਗ ਤੇ ਜਿਹੜੀ ਕਾਮਨ ਦੇ ਵਿੱਚ ਮੀਡੀਅਮ ਕੰਟੀਨਿਊਟੀ ਹੁੰਦੀ ਆ। ਤਾਂ ਜਦੋਂ ਆਪਾਂ ਦੋਨਾਂ ਤਿੰਨਾਂ ਪੁਆਇੰਟਾਂ ਦੀ ਕੰਟੀਨਿਊਟੀ ਲੈ ਲਾਂਗੇ ਤਾਂ ਆਪਾਂ ਚੈੱਕ ਕਰਾਂਗੇ, ਮੰਨ ਲਓ ਉੱਪਰਲੇ ਨੂੰ A ਮੰਨ ਲਿਆ, B ਮੰਨ ਲਿਆ, C ਮੰਨ ਲਿਆ। ਜਦੋਂ ਆਪਾਂ A ਤੇ B ਤੇ B ਤੇ C ਤੇ ਇਹਦੀ ਕੰਟੀਨਿਊਟੀ ਲਵਾਂਗੇ ਤਾਂ ਆਪਣੇ ਮੂਹਰੇ ਕੰਟੀਨਿਊਟੀ ਆ ਜੂਗੀ ਸਭ ਤੋਂ ਵੱਧ ਕੰਟੀਨਿਊਟੀ ਕਿਹੜੇ ਪੁਆਇੰਟ 'ਚ ਆ, ਉਹ ਹੈਗੀ ਆ ਰਨਿੰਗ ਤੇ ਸਟਾਰਟਿੰਗ ਦੇ ਵਿੱਚ। ਰਨਿੰਗ ਸਟਾਰਟਿੰਗ ਦੇ ਵਿੱਚ ਤਾਂ ਤੀਜਾ ਪੁਆਇੰਟ ਆਪਣਾ ਕਲੀਅਰ ਹੋ ਜੂ ਵੀ ਕਾਮਨ ਆ। ਮੰਨ ਲਓ A ਤੇ B ਦੀ ਕੰਟੀਨਿਊਟੀ ਸਭ ਤੋਂ ਵੱਧ ਆ ਗਈ ਤਾਂ ਤੀਜਾ ਪੁਆਇੰਟ ਆ ਜੂ ਕਾਮਨ। ਫਿਰ ਆਪਾਂ ਦੇਖਾਂਗੇ ਸਭ ਤੋਂ ਘੱਟ ਕੰਟੀਨਿਊਟੀ ਕਿਹੜੀ ਆ। ਮੰਨ ਲਓ ਕਾਮਨ ਤੇ ਰਨਿੰਗ ਦੇ ਵਿੱਚ ਘੱਟ ਆ ਤਾਂ ਜਦੋਂ ਆਪਾਂ B ਜਾਂ C ਦੀ ਕੰਟੀਨਿਊਟੀ ਲਵਾਂਗੇ ਤਾਂ ਅਗਲਾ ਜਿਹੜਾ ਪੁਆਇੰਟ ਸਟਾਰਟਿੰਗ ਦਾ ਬਾਜੂ, ਤੀਜਾ ਜਿਹੜਾ ਹੈਗਾ ਰਨਿੰਗ ਦਾ ਬਚ ਰਹਿੰਦਾ। ਇਸ ਤਰ੍ਹਾਂ ਜਿਹੜਾ ਹੈਗਾ ਤਿੰਨਾਂ ਪੁਆਇੰਟਾਂ ਦੀ ਆਪਾਂ ਕੰਟੀਨਿਊਟੀ ਚੈੱਕ ਕਰਕੇ, ਕਿਉਂਕਿ ਇਹਨੂੰ ਕਲੀਅਰ ਕਰਨ ਵਾਸਤੇ ਤਾਂ ਵੈਸੇ ਘੱਟੋ ਘੱਟ 10 ਮਿੰਟ 15 ਮਿੰਟ ਚਾਹੀਦੇ ਨੇ। ਤੇ ਫਿਰ ਵੀ ਤੁਹਾਨੂੰ ਉਮੀਦ ਆ ਵੀ ਤਿੰਨੇ ਪੁਆਇੰਟਾਂ ਦੀ ਕੰਟੀਨਿਊਟੀ ਚੈੱਕ ਕਰਨੀ ਆ। ਸਭ ਤੋਂ ਵੱਧ ਜਿਹੜੀ ਕੰਟੀਨਿਊਟੀ ਆ ਰਨਿੰਗ ਸਟਾਰਟਿੰਗ 'ਚ ਹੁੰਦੀ ਆ, ਸਭ ਤੋਂ ਘੱਟ ਕਾਮਨ ਤੇ ਸਰ ਇੱਕ ਰਨਿੰਗ ਦੇ ਸਿੰਗਲ ਡੋਰ ਫ੍ਰਿਜ ਹੁੰਦੀ ਹੈਗੀ ਆਪਣੀ ਡਾਇਰੈਕਟ ਕੂਲ, ਇਹ 'ਚ ਜ਼ਿਆਦਾਤਰ ਰਨਿੰਗ ਖੱਬੇ ਪਾਸੇ ਹੁੰਦੀ ਆ ਨਾ? ਨਹੀਂ, ਕੋਈ ਜ਼ਰੂਰੀ ਨਹੀਂ ਜੀ। ਅਲੱਗ-ਅਲੱਗ ਕੰਪਨੀਆਂ ਦੇ ਕੰਪਰੈਸ਼ਰ ਆਉਂਦੇ ਨੇ, ਅਲੱਗ-ਅਲੱਗ ਕੰਪਨੀਆਂ ਦੇ ਕੰਪਰੈਸ਼ਰ ਆਉਂਦੇ ਨੇ। ਉਹਦੇ ਵਿੱਚ ਆਪਾਂ ਇਸੇ ਤਰੀਕੇ ਨਾਲ ਕਾਮਨ ਰਨਿੰਗ ਸਟਾਰਟਿੰਗ ਨੂੰ ਜਿਹੜਾ ਚੈੱਕ ਕਰਕੇ ਦੇਖ ਸਕਦੇ ਹਾਂ। ਮੰਨ ਲਓ ਕੈਲਵੀਨੇਟਰ ਆ, ਕੈਲਵੀਨੇਟਰ ਦਾ ਕਾਮਨ ਆਮ ਤੌਰ ਤੇ ਜਿੱਥੇ ਓਵਰਲੋਡ ਲੱਗਿਆ ਉੱਪਰ ਹੀ ਲੱਗਿਆ ਹੁੰਦਾ। ਕਾਮਨ ਸਾਰਿਆਂ ਦਾ ਕਾਮਨ ਹੀ ਹੈ ਲਗਭਗ, ਉਹ ਤਾਂ ਜਿਹਦੇ ਟਰਮੀਨਲ ਪੁੱਠੇ ਹੋ ਜਾਂਦੇ ਨੇ ਉਹਦੀ ਕਾਮਨ ਹੇਠਾਂ ਚਲੀ ਜਾਂਦੀ। ਹਾਂ, ਜਿਹੜੀ ਜਿਵੇਂ ਅੱਗੇ ਪਹਿਲਾਂ ਸਲੋ ਸਪੀਡ ਦੀ ਮੋਟਰ ਆਉਂਦੀ ਸੀਗੀ, ਬਾਕਸ ਟਾਈਪ ਦੀ ਲਾਉਂਦੇ ਸੀ, ਉਹਨਾਂ ਚੇਂਜ ਹੋ ਜਾਂਦੇ ਸੀ। ਨਹੀਂ ਤਾਂ ਜਿੱਥੇ ਆਪਾਂ ਓਵਰਲੋਡ ਯੂਜ਼ ਕਰਦੇ ਹਾਂ ਕਾਮਨ ਪੁਆਇੰਟ ਹੁੰਦਾ। ਜੀ। ਹਾਂ, ਐਨੀ ਕੁਐਸਚਨ। ਔਰ ਕਿਸੇ ਬੱਚੇ ਦਾ ਹੋਰ ਕੋਈ ਕੁਐਸਚਨ ਕਲੀਅਰ ਕਰਨਾ ਚਾਹੇ ਤਾਂ ਕਰ ਸਕਦਾ। ਸਰ ਡਬਲ ਡੋਰ ਬਾਰੇ ਕੁਝ ਦੱਸ ਸਕਦੇ ਹੋ? ਸਰ ਦੱਸ ਸਕਦੇ ਹਾਂ, ਲੇਕਿਨ ਉਹ ਇੱਕ ਅਲੱਗ ਉਹ ਬਣੂਗਾ। ਡਬਲ ਡੋਰ ਤੇ ਇਹਦੇ 'ਚ ਡਾਇਰੈਕਟ ਕੂਲ ਦੇ ਵਿੱਚ ਇੱਕੋ ਹੀ ਚੀਜ਼ ਆ ਦੋਨੋਂ। ਇਹ ਬੇਸਿਕ ਆਪਾਂ ਜਿਹੜਾ ਹੈਗਾ ਸਿੰਗਲ ਡੋਰ, ਇਹ ਡਬਲ ਡੋਰ ਤੇ ਫਰੋਸਟ ਫ੍ਰੀ। ਠੀਕ ਹੈ, ਦੱਸਣ ਨੂੰ ਕੋਈ ਕੁਐਸਚਨ ਪੁੱਛਣਾ ਚਾਹੁੰਦਾ ਪੁੱਛ ਲਓ, ਨੋ ਪ੍ਰੋਬਲਮ। ਪਰੰਤੂ ਉਹ ਇੱਕ ਅਲੱਗ ਰਿਪੇਅਰ ਕਰ ਰਿਹਾ ਸੀਗਾ ਡਬਲ ਡੋਰ, ਤੇ ਮੈਨੂੰ ਪ੍ਰੋਬਲਮ ਆਈ ਹੈ ਕਿ ਅੰਦਰ ਉਹਦੇ ਇਵੈਪੋਰੇਟਰ ਤੇ ਬਹੁਤ ਬਰਫ਼ ਜੰਮੀ ਹੋਈ ਹੈਗੀ, ਤੇ ਪਿੱਛੇ ਜਿਹੜਾ ਪ੍ਰੈਸ਼ਰ ਹੈਗਾ ਆਪਣਾ ਪਿਨ ਬਾਲ ਤੋਂ ਪ੍ਰੈਸ਼ਰ ਚੈੱਕ ਕਰਦੇ ਆ ਉਹ ਬਿਲਕੁਲ ਜ਼ੀਰੋ ਹੈਗਾ। ਚੋਕ ਹੋਇਆ ਜੀ। ਉਹ ਚੋਕ ਹੋ ਗਿਆ ਸਰ? ਹਾਂ, ਚੋਕ ਹੋ ਗਿਆ ਜੀ। ਉਹ ਮੰਨ ਲਓ ਬਰਫ਼, ਹਾਂਜੀ, ਮਤਲਬ ਕਿੱਥੇ ਚੈੱਕ ਕਰਦੇ ਹੋ ਪ੍ਰੈਸ਼ਰ ਤੁਸੀਂ? ਜ਼ੀਰੋ ਸੈਕਸ਼ਨ ਵੱਲ? ਹਾਂ, ਸੈਕਸ਼ਨ ਵੱਲ ਆਪਣਾ ਬਾਲ ਨਹੀਂ ਲਾਇਆ ਹੁੰਦਾ। ਫ੍ਰਿਜ ਜਾਂ ਡਬਲ ਡੋਰ ਫ੍ਰਿਜ ਹੈ ਸਰ, ਸੈਮਸੰਗ ਦੀ ਫ੍ਰਿਜ ਹੈਗੀ। ਹਾਂਜੀ। ਉਹਦੇ ਇਵੈਪੋਰੇਟਰ ਤੇ ਅੰਦਰਲੀ ਸਾਈਡ ਬਹੁਤ ਬਰਫ਼ ਜੰਮੀ ਹੋਈ ਹੈਗੀ। ਹਾਂਜੀ। ਜਦੋਂ ਕੰਪਰੈਸ਼ਰ ਆਪਾਂ ਔਨ ਕਰ ਦਿੰਦੇ ਆ ਉਹਦਾ ਬੈਕ ਪ੍ਰੈਸ਼ਰ ਆਉਂਦਾ ਉਹ ਬਿਲਕੁਲ ਜ਼ੀਰੋ ਹੈਗਾ, ਜ਼ੀਰੋ ਹੋ ਜਾਂਦਾ। ਉਹਦੇ 'ਚ ਗੈਸ ਜਿਹੜੀ ਲੇਟੈਸਟ ਆਉਂਦੀ ਹਾਈਡਰੋਕਾਰਬਨ ਬਲੈਂਡ ਚਾਰਜ ਕੀਤੀ ਹੁੰਦੀ, ਉਹਦਾ ਪ੍ਰੈਸ਼ਰ ਜਿਹੜਾ ਜ਼ੀਰੋ ਚੱਲਦਾ ਜੀ। R134 ਹੈ ਜੀ ਉਹਦੇ ਅੰਦਰ। R134 ਨਾਰਮਲ ਆ। ਉਹਦਾ ਜਿਹੜਾ ਹੈਗਾ ਚੋਕ ਹੁੰਦਾ ਹੈ, ਤਾਂ ਕਰਕੇ ਉਹਦਾ ਬੈਕ ਪ੍ਰੈਸ਼ਰ ਜਿਹੜਾ ਹੈਗਾ ਘੱਟ ਸ਼ੋ ਹੁੰਦਾ ਹੋਊਗਾ। ਵੈਸੇ ਜੇ ਤਾਂ ਬਰਫ਼ ਜੰਮ ਰਹੀ ਆ ਫਿਰ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ। ਜੇ ਤਾਂ ਉਹਦੇ 'ਚ ਫਰੋਸਟਿੰਗ ਪੂਰੀ ਬਰਫ਼ ਪ੍ਰੋਪਰ ਜੰਮ ਰਹੀ ਆ ਫਿਰ ਤੁਸੀਂ ਉਹਦੇ ਬੈਕ ਪ੍ਰੈਸ਼ਰ ਘੱਟ ਰਿਹਾ, ਕੋਈ ਗੱਲ ਨਹੀਂ। ਜਿੰਨਾ ਟੈਂਪਰੇਚਰ ਫ੍ਰਿਜ ਦੇ ਵਿੱਚ ਡਾਊਨ ਆਊ ਉਨਾ ਹੀ ਬੈਕ ਪ੍ਰੈਸ਼ਰ ਘਟੂਗਾ। ਕਿਉਂਕਿ ਸਰ ਅੰਦਰ ਬਰਫ਼ ਨਹੀਂ ਜੰਮਦੀ ਹੈਗੀ, ਜੰਮਦੀ ਨਹੀਂ ਹੈ। ਇਵੈਪੋਰੇਟਰ ਜਿਹੜਾ ਮੇਨ ਇਵੈਪੋਰੇਟਰ ਕੋਇਲ ਹੁੰਦਾ ਨਾ, ਕੋਇਲ ਦੇ ਉੱਤੇ ਬਰਫ਼ ਜੰਮੀ ਹੋਈ ਹੈ। ਸਰ 5-10 ਮਿੰਟ ਨਾ ਠੰਡੀ ਕਰਨ ਲਈ ਰੱਖੋ ਨਾ, ਉਹ ਗਰਮ ਸਰ ਅਗਲਾ ਕਾਰਨ ਦੱਸਦਾ। ਇਹਦੇ ਬਹੁਤ ਕਾਰਨ ਹੁੰਦੇ ਨੇ, ਇੱਕ ਨਹੀਂ ਤੇ ਦੂਜਾ ਕੀ ਹੈ, ਜੇ ਕਈ ਵਾਰੀ ਜ਼ਿਆਦਾ ਫਰੋਸਟਿੰਗ ਜੰਮ ਜਾਂਦੀ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਡੀਫਰੋਸਟ ਕਰਨ ਦੀ ਲੋੜ ਪੈਂਦੀ ਆ, ਤਾਂ ਵੀ ਜਿਹੜੀ ਉਹ ਬਰਫ਼ ਹੈ ਇਨਸੂਲੇਸ਼ਨ ਦਾ ਕੰਮ ਕਰਨ ਲੱਗ ਜਾਂਦੀ ਆ। ਹਮੇਸ਼ਾ ਫ੍ਰਿਜ ਦੇ ਵਿੱਚ ਜ਼ਿਆਦਾ ਬਰਫ਼ ਨਹੀਂ ਜੰਮਣੀ ਚਾਹੀਦੀ। ਮੋਟੀ ਜ਼ਿਆਦਾ ਮੋਟੀ ਜੰਮੂਗੀ ਤਾਂ ਉਹ ਜਿਹੜੀ ਬਰਫ਼ ਦੀ ਤਹਿ ਆ ਉਹ ਇਨਸੂਲੇਸ਼ਨ ਦਾ ਕੰਮ ਕਰਨ ਲੱਗ ਜਾਂਦੀ ਆ। ਜਿਹੜਾ ਆਪਾਂ ਡੋਂਗੇ ਧਰੇ ਨੇ ਉਹਦੇ ਵਿੱਚ ਜਿਹੜੀ ਹੈਗੀ ਆ ਰੁਕਾਵਟ ਬਣ ਜਾਂਦੀ ਆ। ਇਸ ਕਰਕੇ ਆਪਾਂ ਕਹਿੰਦੇ ਆ ਜਦੋਂ 2 ਸੂਤ ਤੋਂ ਮੋਟੀ ਜਾਂ ਥੋੜੀ ਮੋਟੀ ਤਹਿ ਜੰਮਦੀ ਆ ਉਹਨੂੰ ਡੀਫਰੋਸਟ ਕਰ ਦਿਓ, ਤਾਂ ਉਹ ਵੀ ਕਈ ਵਾਰੀ ਰੁਕਾਵਟ ਬਣ ਜਾਂਦੀ ਆ, ਉਸ ਚੀਜ਼ ਦਾ ਕਾਰਨ ਬਣ ਜਾਂਦੀ ਆ ਵੀ ਬਰਫ਼ ਫ੍ਰਿਜ ਤਾਂ ਭਰ ਜਾਂਦਾ ਪੂਰੇ ਦਾ ਪੂਰਾ, ਆਪਣਾ ਫ੍ਰਿਜ ਪੂਰਾ ਬਰਫ਼ ਨਾਲ ਭਰ ਜਾਂਦਾ, ਪਰੰਤੂ ਡੋਂਗੇ 'ਚ ਬਰਫ਼ ਨਹੀਂ ਜੰਮਦੀ। ਉਹ ਇਹੀ ਕਾਰਨ ਹੁੰਦਾ ਵੀ ਉਹ ਵਿਚਾਰੇ ਜਿਹੜੀ ਹੈਗੀ ਆ ਤਹਿ ਬਣ ਜਾਂਦੀ ਆ ਮੋਟੀ, ਤੇ ਉਹ ਇਸ ਕਰਕੇ ਉਹਦੀ ਪ੍ਰੋਬਲਮ ਆਉਂਦੀ ਹੈ। ਉਹਦਾ ਰੀਜ਼ਨ ਸਰ ਇਹ ਵੀ ਹੋ ਸਕਦਾ ਫ੍ਰਿਜ ਚੋਕ ਹੋਵੇ? ਨਹੀਂ, ਜੇ ਬਰਫ਼ ਜੰਮ ਰਹੀ ਆ ਪੂਰੀ ਫਿਰ ਚੋਕ ਦੀ ਸੰਭਾਵਨਾ ਨਹੀਂ ਹੈਗੀ। ਜਦੋਂ ਪੂਰੀ ਵਾਰ ਫਿਰ ਸਰ ਬੈਕ ਪ੍ਰੈਸ਼ਰ ਜ਼ੀਰੋ ਚਲਾ ਗਿਆ ਨਾ, ਚੱਕਰ ਤਾਂ ਉਹ ਸੀਗਾ। ਬੈਕ ਪ੍ਰੈਸ਼ਰ ਦਾ 15 ਮਿੰਟ ਨਾ ਬੰਦ ਰੱਖੋ ਨਾ, ਫਿਰ ਠੀਕ ਹੋ ਜਾਏਗਾ। ਫੈਨ ਮੋਟਰ ਖਰਾਬ ਹੋ, ਫੈਨ ਮੋਟਰ ਸਰ ਇਹਨਾਂ ਨੇ ਕਿਹਾ ਡਬਲ ਡੋਰ। ਜੇ ਫਰੋਸਟ ਫ੍ਰੀ ਫ੍ਰਿਜ ਆ ਉਹਦਾ ਅਲੱਗ ਟੌਪਿਕ ਆ ਇੱਕ। ਹਾਂਜੀ ਹਾਂ, ਫਰੋਸਟ ਫ੍ਰੀ ਹੈ ਸਰ। ਫਿਰ ਤੁਸੀਂ ਡਬਲ ਡੋਰ ਕਿਹਾ ਮੈਨੂੰ,
ਨਾ ਕਿ ਫਰੋਸਟ। ਸਰ ਉਹਨੂੰ 5-10 ਮਿੰਟ ਬੰਦ ਰੱਖੋਗੇ ਨਾ ਠੀਕ ਹੋ ਜਾਣੀ ਹੈ। ਤੁਸੀਂ 5-10 ਮਿੰਟ ਬੰਦ ਕਰਕੇ ਵੇਖ ਲਓ, ਚੈੱਕ ਕਰਕੇ ਵੇਖ ਲਓ, ਠੀਕ ਹੋ ਜਾਣੀ ਹੈ। ਉਹਦੇ ਕਾਰਨ ਮੈਨੂੰ ਪਤਾ ਕਿ ਤੁਸੀਂ ਨਾ ਇੱਕ ਅਲੱਗ ਫ੍ਰਿਜ ਲੈ ਲਿਆ, ਉਹਦੇ ਕਾਰਨ ਹੋਰ ਨੇ। ਉਹਦੇ ਮੈਂ ਦੱਸਣਾ ਉਹ ਬਹੁਤ ਪ੍ਰੋਬਲਮ ਆਉਂਦੀ ਹੈ ਜੀ ਜਿਹੜੀ ਤੁਸੀਂ ਕਹਿ ਰਹੇ ਹੋ। ਕਲੀਅਰ ਆ ਉਹ ਮੈਂ ਸਿਰਫ ਓਨਲੀ ਡਬਲ ਡੋਰ ਫ੍ਰਿਜ ਦੀ ਗੱਲ ਕਰ ਰਿਹਾ ਸੀ, ਨਾ ਕਿ ਡਬਲ ਡੋਰ ਫਰੋਸਟ ਫ੍ਰੀ ਕਹਿ ਰਿਹਾ ਸੀਗਾ। ਸੌਰੀ ਸਰ, ਡਬਲ ਰੋਡ ਦੀ ਕਹਿਣ ਦੇ ਪ੍ਰੋਬਲਮ ਆ ਜਾਂਦੀ ਹੈ ਸਰ। ਸਰ 5-10 ਮਿੰਟ ਬਰਫ਼ ਜੰਮ ਰਹੀ ਹੈ, ਕੋਲਿਆਂ ਵਿੱਚ ਜੰਮ ਜਾਂਦੀ ਹੈ ਸਰ, ਉਹਨੂੰ 5-10 ਮਿੰਟ ਬੰਦ ਰੱਖੋ ਨਾ, ਫਿਰ ਜੰਮਣ ਠੀਕ ਹੋ ਜਾਂਦੀ ਹੈ। ਸਰ ਇੱਕ ਮਿੰਟ ਦਿਓ, ਇੱਕ ਅਲੱਗ ਟੌਪਿਕ ਮੈਂ ਕਲੀਅਰ ਕਰਦਾ ਤੁਹਾਡਾ। ਉਹ ਹਾਂਜੀ ਸਰ, ਉਹਦੇ ਵਿੱਚ ਕਲੀਅਰ ਆ ਵੀ ਉਹਦਾ ਟਾਈਮਰ ਖਰਾਬ ਆ ਜੀ। ਉਹ ਪਾਰਟੀ ਉਹਦੇ ਅਲੱਗ ਆ ਗਏ, ਉਹਦਾ ਟਾਈਮਰ ਖਰਾਬ ਆ, ਉਹਦਾ ਹੀਟਰ ਨਹੀਂ ਚੱਲਦਾ ਹੈਗਾ, ਹੀਟਰ ਆਨ ਨਹੀਂ ਹੁੰਦਾ। 101% ਟਾਈਮਰ ਚੇਂਜ ਕਰ ਦਿਓ। ਮੈਂ 30 ਸਾਲ ਤੋਂ ਓਨਲੀ ਸਪੈਸ਼ਲਿਸਟ ਪ੍ਰੈਕਟੀਕਲ ਕਰ ਰਿਹਾ, ਅੱਜ ਵੀ ਕਰ ਰਿਹਾ, ਤੇ ਪਹਿਲਾਂ ਵੀ ਅੱਜ 30 ਸਾਲ ਤੋਂ ਜੋਬ ਮਿਲਣ ਤੋਂ ਪਹਿਲਾਂ ਵੀ 10 ਸਾਲ ਤੋਂ ਕੰਮ ਕਰਦਾ ਸੀ। 20 ਈਅਰ ਮੈਨੂੰ ਜੋਬ ਦੇ ਵਿੱਚ ਹੋ ਗਏ, ਨਾਲ ਮੈਂ ਪ੍ਰਾਈਵੇਟ ਵੀ ਜਿਹੜਾ ਹੈਗਾ ਪ੍ਰੈਕਟਿਸ ਕਰਦਾ, ਤੇ ਉਹਦਾ ਹੈਗਾ ਟਾਈਮਰ ਖਰਾਬ। ਉਹ ਇੱਕ ਅਲੱਗ ਫ੍ਰਿਜ ਦੀ ਗੱਲ ਕਰ ਲਈ ਤੁਸੀਂ, ਮੈਂ ਤਾਂ ਉਸ ਦੂਜੇ ਪਾਸੇ ਲੈ ਗਿਆ ਸੀ ਵੀ ਉਹਦਾ ਮੈਨੂੰ ਪਤਾ ਹੈ ਕੰਪਲੇਂਟ ਬਹੁਤ ਜ਼ਿਆਦਾ ਆਉਂਦੀ ਆ ਵੀ ਉਹ ਪੂਰੇ ਦਾ ਪੂਰਾ ਭਰ ਜਾਂਦਾ, ਇੱਥੋਂ ਤੱਕ ਕਿ ਜਿਹੜਾ ਥੋੜਾ ਫੈਨ ਲੱਗਿਆ ਉਹ ਵੀ ਜੰਮ ਜਾਂਦਾ, ਉਹ ਵੀ ਘੁੰਮਣੋਂ ਹਟ ਜਾਂਦਾ। ਜੰਮਿਆ ਹੋਇਆ ਨਾ, ਚੁੱਪ ਕਰਕੇ ਉਹਨੂੰ ਇੱਕ ਵਾਰੀ ਬਰਫ਼ ਪਿਘਲਾ ਕੇ ਉਹਦਾ ਟਾਈਮਰ ਚੇਂਜ ਕਰ ਦਿਓ। ਉਹਦਾ ਟਾਈਮਰ ਜਿਹੜਾ ਹੈਗਾ ਉਹਨੇ ਟਾਈਮ ਤੇ ਜਾ ਕੇ ਜਿਹੜਾ ਹੀਟਰ ਨੇ ਕੰਮ ਕਰਨਾ, ਜਿਹੜਾ ਮਤਲਬ ਟਾਈਮ 8 ਘੰਟੇ ਬਾਅਦ ਦੁਬਾਰਾ ਜਿਹੜਾ ਹੀਟਰ ਆਨ ਹੁੰਦਾ ਉਹ ਹੋ ਨਹੀਂ ਰਿਹਾ ਹੈਗਾ। ਤੁਹਾਡੀ ਜਿਹੜੀ ਫਰਸਟਿੰਗ ਹੈ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਹੈ। ਟਾਈਮਰ ਚੇਂਜ ਕਰ ਦਿਓ, 101% ਤੁਹਾਡਾ ਫ੍ਰਿਜ ਹੋ ਜਾਊਗਾ। ਸਰ ਰੀਜ਼ਨ ਉਹਦਾ ਇਹ ਵੀ ਹੋ ਸਕਦਾ ਕਿ ਉਹਦਾ ਫਿਊਜ਼ ਜਿਹੜਾ ਥਰਮਲ ਫਿਊਜ਼ ਹੁੰਦਾ ਹੈ ਜਾਂ ਬਾਇਓਮੈਟਲ ਉਹ ਖਰਾਬ ਹੋਵੇ। ਸਰ ਵਾਯੂਮੰਡਲ ਚੈੱਕ ਕਰੋ ਤਾਂ ਵਾਯੂਮੰਡਲ ਕੰਟੀਨਿਊਟੀ ਚੈੱਕ ਕਰੋ। ਚੈੱਕ ਕਰਨਾ ਚਾਹੀਦਾ। ਉਹ ਚੀਜ਼ਾਂ ਨਾਲ ਦੀ ਨਾਲ ਚੈੱਕ ਕਰਨੀਆਂ ਪੈਂਦੀਆਂ ਨੇ ਜੀ, ਹੀਟਰ ਹੋਇਆ ਜਾਂ ਹੋਇਆ। ਜ਼ਿਆਦਾਤਰ ਫਾਲਟ ਮੈਂ ਤੁਹਾਨੂੰ ਦੱਸਦਾ 99% ਟਾਈਮਰ ਉਹਦੀ ਹੀਟਰ ਵਾਲੀ ਵਾਇਰ ਖਰਾਬ ਹੈ ਸਰ ਉਹਦੀ ਹੀਟਰ ਵਾਲੀ ਵਾਇਰ ਖਰਾਬ ਹੈ, ਟਾਈਮਰ ਦੀ ਪ੍ਰੋਬਲਮ ਠੀਕ ਹੈ, ਸਭ ਕੁਝ ਠੀਕ ਹੈ, ਉਹਦੀ ਹੀਟਰ ਦੀ ਵਾਈਂਡਿੰਗ ਹੈ, ਵਾਈਂਡਿੰਗ ਵਿੱਚ ਨੁਕਸ ਪੈ ਗਿਆ ਸਰ ਵਾਯੂਮੰਡਲ ਇਹਦਾ ਅਸਲੀ ਨੁਕਸ ਇਹ ਹੈ ਜੀ, ਉਹਦਾ ਹੀਟਰ ਨਹੀਂ ਆਨ ਹੋ ਰਿਹਾ ਹੈਗਾ। ਕਾਰਨ ਕੀ ਹੈ? ਉਹਦੀ ਵਾਇਰ ਤੇ ਵਾਈਂਡਿੰਗ ਵਿੱਚ ਪ੍ਰੋਬਲਮ ਆ ਗਈ, ਉਹਦੀ ਵਾਇਰ ਦੇ ਵਿੱਚ ਪ੍ਰੋਬਲਮ ਆ ਗਈ। ਆਪਣਾ ਟਾਈਮਰ ਵੀ ਸਹੀ ਹੈ ਤੇ ਹੀਟਰ ਵੀ ਸਹੀ ਹੈ, ਬਾਕੀ ਸਾਰਾ ਸਿਸਟਮ ਸਹੀ ਹੈ। ਸਰ ਇਕੱਲੀ ਵਾਇਰਿੰਗ ਦੇ ਵਿੱਚ ਪ੍ਰੋਬਲਮ ਹੈ, ਵਾਇਰ ਚੇਂਜ ਕਰ ਦਿਓ, ਤੁਹਾਡਾ ਕੰਮ ਸਹੀ ਹੋ ਜਾਊਗਾ ਸਾਰਾ ਟੋਟਲੀ। ਬਾਹਲੇ ਡਾਕਟਰ ਮਰੀਜ਼ ਮਾਰਦੇ ਨੇ, ਆਪਣੇ ਲੱਗ ਜਾਊਗਾ। ਹੈਲੋ ਸਰ ਹਾਂਜੀ ਕੰਟੀਨਿਊਟੀ ਓਕੇ ਹੈ ਜੀ ਉਹਦੀ ਹੀਟਰ ਦੀ? ਹੀਟਰ ਦੀ ਕੰਟੀਨਿਊਟੀ ਵੀ ਓਕੇ ਆਊਗੀ। ਮੈਂ ਕਿਹਾ ਜੀ ਇੱਕ ਮਿੰਟ ਜੀ, ਹੀਟਰ ਦੀ ਕੰਟੀਨਿਊਟੀ ਇੱਕ ਮਿੰਟ ਜੀ, ਮੈਂ ਕਿਹਾ ਜੀ ਹੀਟਰ ਦੀ ਕੰਟੀਨਿਊਟੀ ਵੀ ਓਕੇ ਆਊਗੀ, ਟਾਈਮਰ ਵੀ ਓਕੇ ਆਊਗਾ। ਸਿਰਫ ਵਾਇਰਿੰਗ ਫਾਲਟ ਆ ਉਹਦਾ, ਵਾਇਰਿੰਗ ਫਾਲਟ ਰਿਮੂਵ ਕਰੋ। ਕੋਈ ਵਾਇਰ ਦੇ ਵਿੱਚ ਪ੍ਰੋਬਲਮ ਆ ਗਈ, ਕੋਈ ਬਾਹਰ ਅੰਦਰੋਂ ਵਾਇਰ ਮੱਚ ਗਈ ਜਾਂ ਖੜ ਗਈ, ਉਹਨੂੰ ਚੇਂਜ ਕਰੋਗੇ ਤੁਹਾਡਾ ਕੰਮ ਓਕੇ ਹੋ ਜਾਊਗਾ। ਮੈਂ ਹੀਟਰ ਦੀ ਗੱਲ ਕਹਿ ਰਹੇ ਹੋ ਤੁਸੀਂ? ਹੀਟਰ ਦੀ ਵਾਇਰਿੰਗ ਦੀ ਪ੍ਰੋਬਲਮ ਹੈ ਕੋਈ, ਜਿਹੜੀ ਹੀਟਰ ਵਿੱਚ ਹੀਟਰ ਦਾ ਜੋ ਹੀਟਰ ਕਹਿੰਦਾ ਓਕੇ ਹੈ, ਇਹ ਨਾ ਹੀਟਰ ਓਕੇ ਹੈ, ਲੇਕਿਨ ਹੀਟਰ ਵਾਲੀ ਵਾਇਰ ਖਰਾਬ ਹੋ ਸਕਦੀ ਹੈ। ਜਿਹੜੀ ਅੰਦਰੋਂ ਟਾਈਮਰ ਦੇ ਵਿੱਚੋਂ ਤਾਰ ਆ ਰਹੀ ਹੈ ਉਹ ਖਰਾਬ ਹੋ ਸਕਦੀ ਹੈ ਤੁਹਾਡੀ। ਯੈਸ ਸਰ, ਇਹ ਤਾਂ ਇੱਕ ਉਹ ਕਰ ਸਕਦੇ ਆ ਆਪਾਂ, ਅਗਰ ਡਾਇਰੈਕਟ ਉਹਨੂੰ ਸਪਲਾਈ ਦੇ ਦਈਏ ਜਿਹੜੀ ਹੀਟਰ ਵਾਲੀ ਵਾਇਰ। ਨਹੀਂ, ਹੀਟਰ 8 ਘੰਟੇ ਬਾਅਦ ਆਨ ਹੁੰਦਾ ਹੈ, ਡਾਇਰੈਕਟ ਸਪਲਾਈ ਦੇ ਕੇ ਕਿਵੇਂ ਕਰੋਗੇ? ਹੀਟਰ 8 ਘੰਟੇ ਬਾਅਦ ਆਨ ਹੋਣਾ ਜ਼ਰੂਰੀ ਹੈ। ਇਹ 8 ਘੰਟੇ ਬਾਅਦ ਹੀਟਰ ਆਨ ਨਹੀਂ ਹੋਊਗਾ, ਤੁਹਾਡਾ ਜਿਹੜੇ ਫ੍ਰਿਜ ਦੇ ਵਿੱਚੋਂ ਬਰਫ਼ ਗਿਰੀ ਖੁਰਨੀ ਨਹੀਂ ਹੈਗੀ, ਉਹ ਉੱਥੇ ਜੰਮੀ ਜਾਊਗੀ, ਅੰਦਰਲਾ ਐਟਮੋਸਫੀਅਰ ਅਬਜ਼ੌਰਬ ਕਰੀ ਉਹ ਹਵਾ ਨੂੰ, ਖਰਾਬ ਕਰ ਦੂ ਸਮਾਨ ਨੂੰ। ਓਕੇ ਹੈ ਜੀ, ਓਕੇ ਹੈ, ਉਹ ਤਾਂ ਠੀਕ ਹੈਗਾ, ਪਰ ਮੈਂ ਉਹ ਗੱਲ ਕਹਿ ਰਿਹਾ ਮੈਨੂੰ ਪਤਾ ਨਹੀਂ, ਮੈਂ ਤਾਂ ਤੈਨੂੰ ਪਹਿਲੀ ਵਾਰ ਫੜਾਏ ਸੀ, ਪਹਿਲੀ ਵਾਰ। ਐਕਚੁਅਲੀ ਪ੍ਰੋਬਲਮ ਤੁਹਾਨੂੰ ਦੱਸੀ ਆ, ਪ੍ਰੋਬਲਮ ਹੀਟਰ ਦੀ ਪ੍ਰੋਬਲਮ ਹੈ, ਹੀਟਰ ਦੀ ਵਾਇਰ ਦੇ ਵਿੱਚ ਪ੍ਰੋਬਲਮ ਹੈ। ਤੁਸੀਂ ਹੀਟਰ ਵੀ ਠੀਕ ਹੈ, ਟਾਈਮਰ ਵੀ ਠੀਕ ਹੈ, ਤਾਂ ਵਾਇਰਿੰਗ ਚੈੱਕ ਕਰੋ, ਵਾਇਰਿੰਗ ਪ੍ਰੋਬਲਮ ਹੈ। ਹੀਟਰ ਤੁਹਾਡਾ ਪ੍ਰੋਪਰ 8 ਘੰਟਿਆਂ ਬਾਅਦ ਆਨ ਨਹੀਂ ਹੋ ਰਿਹਾ। ਜੇ ਹੀਟਰ ਆਨ ਨਹੀਂ ਹੋਊਗਾ ਤਾਂ ਤੁਹਾਡੀ ਕੂਲਿੰਗ ਇਫੈਕਟ ਮਿਲਦਾ ਹੀ ਨਹੀਂ, ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾਈ। ਹਾਂ ਇਹ ਤਾਂ ਹੈ ਸਰ, ਜਦੋਂ ਹੀਟਰ ਬਸ ਇਹੀ ਪ੍ਰੋਬਲਮ ਹੀ ਤੁਹਾਡੀ ਇਹ ਹੈ, ਪ੍ਰੋਬਲਮ ਹੀ ਇਹੀ ਆ, ਵਾਇਰ ਦੀ ਪ੍ਰੋਬਲਮ ਹੈ। ਵਾਇਰ ਸੂਟ ਆਊਟ ਕਰੋ, ਇਹ ਫ੍ਰਿਜ ਦਾ ਫਾਲਟ ਉਹੀ ਕੱਢ ਕੇ ਹਟਿਆ ਸੀ। ਬਿੱਲ ਤਾਂ ਮੇਰਾ ਵੱਧਦਾ ਸੀ, ਮੇਨ ਫੰਕਸ਼ਨ ਕੀ ਆ ਵੀ ਉਹਦਾ ਹੀਟਰ ਆਨ ਨਹੀਂ ਹੋ ਰਿਹਾ ਟਾਈਮ ਨਾਲ, ਹੀਟਰ ਨਹੀਂ ਆਨ ਹੋ ਰਿਹਾ ਮੱਖ ਕਰਕੇ ਉਹਦੀ ਫਰੋਸਟਿੰਗ ਜ਼ਿਆਦਾ ਜੰਮ ਜਾਂਦੀ ਆ, ਤੇ ਉਹ ਹਵਾ ਦਾ ਸਰਕੂਲੇਸ਼ਨ ਰੁਕ ਜਾਂਦਾ ਉਹਦੇ ਵਿੱਚ। ਬਸ ਆਪ ਹੈਲੋ ਹਾਂਜੀ ਸਰ ਬੋਲੀਏ ਸਰ। ਇੱਕ ਇਹਦੇ ਅੰਦਰ ਹੋਰ ਮੈਨੂੰ ਜਿੱਥੇ ਤੱਕ ਰੀਜ਼ਨ ਲੱਗ ਰਿਹਾ ਹੈਗਾ, ਜਿੱਦਾਂ ਹੁਣ ਟਾਈਮਰ ਵੱਲੋਂ ਵੀ ਓਕੇ ਹੈ, ਹੀਟਰ ਵੀ ਓਕੇ, ਆਪਣਾ ਇਮੇਜਿਨ ਕਰ ਲਈ ਆਪਾਂ, ਠੀਕ ਹੈ ਜੀ। ਹਾਂਜੀ ਟਾਈਮਰ ਓਕੇ, ਆਪਣਾ ਹੀਟਰ ਓਕੇ ਹੈ। ਅਗਰ ਬਾਇਓਮੈਟਲ ਰਾਹੀਂ ਜਿਹੜੀ ਸਪਲਾਈ ਹੀਟਰ ਨੂੰ ਜਾਂਦੀ ਹੈ, ਅਗਰ ਬਾਇਓਮੈਟਲ ਤੋਂ ਜਾਂ ਥਰਮਲ ਫਿਊਜ਼ ਤੋਂ ਕਿਤੋਂ ਪ੍ਰੋਬਲਮ ਹੋ ਗਈ ਤਾਂ ਉਹਦੇ ਉਹ ਤਾਂ ਕੰਟੀਨਿਊਟੀ ਲੈ ਕੇ ਦੇਖ ਸਕਦੇ ਹੋ, ਤਾਂ ਨਾਰਮਲ ਆ। ਤੁਸੀਂ ਕੰਟੀਨਿਊਟੀ ਸਰ ਚੈੱਕ ਕਰਨ ਲਈ ਬਾਇਓਮੈਟਲ ਔਰ ਥਰਮਲ ਫਿਊਜ਼ ਨੂੰ ਬਰਫ਼ ਤੇ ਦਬਾਉਣਾ ਪੈਣਾ ਹੈ ਨਾ?
ਦੇਖੋ ਜੀ ਤਾਂ ਹੁਣ ਪ੍ਰੈਕਟੀਕਲ ਕਰੇ ਤਾਂ ਸਰ ਮੌਕੇ ਤੇ ਪਤਾ ਲੱਗਦਾ ਵੀ ਕਿਹੜੀ ਚੀਜ਼ ਕਿੱਥੇ ਫਾਲਟ ਪਿਆ। ਪਰ ਮੇਰੀ ਜਜਮੈਂਟ ਆ ਵੀ ਤੁਸੀਂ ਬੇਸ਼ੱਕ ਕਹਿ ਰਹੇ ਹੋ ਐਂ ਨਹੀਂ ਚੈੱਕ ਹੁੰਦਾ ਟਾਈਮਰ ਨੂੰ ਇੱਕ ਵਾਰੀ ਰਿਪਲੇਸ ਕਰਕੇ ਦੇਖ ਲਓ 99% ਤਾਂ ਸਰ ਮੇਰੇ ਕੋਲ ਹੈ, ਮੈਂ ਰਿਪਲੇਸ ਕਰ ਦਿੰਦਾ, ਉਹ ਤਾਂ ਠੀਕ ਹੈ। ਬਾਇਓਮੈਟ੍ਰਿਕ ਉਹ ਹੋਊਗਾ ਜੀ 100% ਤੁਹਾਡਾ ਨਾ ਮਸਲਾ ਹੱਲ ਹੋਊਗਾ ਜੀ। ਤੁਸੀਂ ਟਾਈਮਰ ਚੇਂਜ ਕਰਕੇ ਦੇਖ ਲਓ, ਲਾ ਕੇ ਇੱਕ ਵਾਰ ਇੱਕ ਦਿਨ ਤੇ ਲਾ ਕੇ ਦੇਖ ਲਓ, ਨਹੀਂ ਤਾਂ ਦੁਬਾਰਾ ਲਾ ਦਿਓ ਜੇ ਤੁਹਾਨੂੰ ਕੋਈ ਡਾਊਟ ਹੋ। 100% ਤੁਹਾਡਾ ਟਾਈਮਰ ਨਾਲ ਚੇਂਜ ਹੋ ਜਾਊਗਾ, ਸਹੀ ਹੋ ਜਾਊਗਾ। ਉਹ ਤਾਂ ਹੈ ਸਰ, ਉਹ ਤਾਂ ਹੈ। ਠੀਕ ਹੈ ਸਰ, ਥੈਂਕ ਯੂ ਜੀ। ਥੈਂਕ ਯੂ। ਹੋਰ ਦੱਸੋ ਸਰ, ਕੋਈ ਕੁਐਸਚਨ ਹੈ? ਇੰਨੇ ਕੁਐਸਚਨ ਤੇ ਸਰ ਹੈਲੋ। ਹਾਂਜੀ ਸਰ ਬੋਲੀਏ। ਸਰ ਮੇਰਾ ਨਾ ਤਕਰੀਬਨ ਅੱਧੇ ਘੰਟੇ ਦਾ ਲੈਕਚਰ ਇਹ ਰਹਿ ਗਿਆ ਸੀ, ਇਹਦੀ ਰਿਕਾਰਡਿੰਗ ਮੈਨੂੰ ਐਕਸਟਰਾ ਮਿਲ ਸਕਦੀ ਹੈ ਪਰਸਨਲੀ? ਰਿਕਾਰਡ ਸਰ ਮੈਂ ਤਾਂ ਕੀਤਾ ਨਹੀਂ ਹੈਗਾ। ਰਿਕਾਰਡਿੰਗ ਵੈਸੇ ਸਰ ਸਕਰੀਨ ਤੇ ਮੈਂ ਕਿਹਾ ਸ਼ੋ ਕਰ ਰਿਹਾ ਸੀਗਾ ਰਿਕਾਰਡਿੰਗ ਦੀ। ਹਾਂ ਜੇ ਮੈਂ ਕੋਈ ਹੋਈ ਮੈਂ ਚੈੱਕ ਕਰਦਾ, ਫਿਰ ਮੈਂ ਦੇ ਦੂੰਗਾ ਜੀ ਤੁਹਾਨੂੰ। ਹਾਂ ਸਰ ਚੈੱਕ ਕਰ ਲਿਓ ਪਲੀਜ਼, ਅਗਰ ਹੋਈ ਤਾਂ। ਅਜੇ ਸਰ ਮੈਂ ਜਿਹੜਾ ਪਿਛਲੇ ਟੌਪਿਕ ਮੇਨ ਕਲੀਅਰ ਕਰਨੇ ਚਾਹੁੰਦਾ ਸੀ, ਮੈਨੂੰ ਟਾਈਮ ਨਹੀਂ ਮਿਲਿਆ ਫਾਲਟ ਫਾਈਂਡਿੰਗ ਦਾ। ਉਹਨੂੰ ਬਹੁਤ ਵਧੀਆ ਢੰਗ ਨਾਲ ਮੈਂ ਚਾਹੁੰਦਾ ਸੀ, ਕਿਉਂਕਿ ਮੈਂ ਪ੍ਰੈਕਟੀਕਲ ਕਰਦਾ ਸਪੈਸ਼ਲ ਇਸ ਕੰਮ ਦਾ। ਸਰ ਮੈਂ ਤੁਹਾਨੂੰ ਟਾਈਮ ਥੋੜਾ ਰਹਿਣ ਕਰਕੇ ਉਹ ਮੈਨੂੰ ਨਾ ਮਤਲਬ ਜਿਵੇਂ ਕੱਲਾ ਮੈਂ ਟੌਪ ਨੂੰ ਲੈਣਾ ਸੀਗਾ। ਜਿਹੜੀ ਇਹਦੀ ਰਿਕਾਰਡਿੰਗ ਲੈਣੀ ਹੈ ਉਹ ਨਿੰਮੀ ਤੋਂ ਜਾ ਕੇ ਲੈ ਸਕਦੇ ਹੋ, ਨਿੰਮੀ ਤੋਂ ਪਤਾ ਕਰ ਲਓ, ਨਿੰਮੀ ਤੋਂ ਮਿਲੇਗੀ। ਆਪਣੇ ਕੋਲੇ ਰਿਕਾਰਡਿੰਗ ਨਹੀਂ ਹੁੰਦੀ ਹੈ ਜੀ। ਨਿੰਮੀ ਤੋਂ ਸਰ ਕਿੱਦਾਂ, ਮਤਲਬ ਕੰਟੈਕਟ ਨੰਬਰ ਜਾਂ ਕਿੱਦਾਂ? ਲਾਲੜੂ ਵਾਲਿਆਂ ਨਾਲ ਕੰਟੈਕਟ ਕਰਕੇ ਦੇਖ ਲਓ ਜੀ ਤੁਸੀਂ, ਸਾਨੂੰ ਇਹਦੇ ਬਾਰੇ ਕੋਈ ਨਹੀਂ ਪਤਾ। ਕਿਹਨਾਂ ਨਾਲ ਸਰ? ਲਾਲੜੂ ਸਾਡਾ ਸੈਂਟਰ ਹੈ ਜੀ ਮੇਨ। ਲਾਲੜੂ? ਹਾਂਜੀ ਹਾਂਜੀ ਜੀ ਸਰ ਅਗਲਾ ਟੌਪਿਕ ਮੈਂ ਸਰ ਇਹਦੀ ਜਿਹੜੀ ਰਿਕਾਰਡਿੰਗ ਉਹਦੇ ਉੱਤੇ ਪਈ ਹੋਏਗੀ, ਉਹ ਅਗਲੇ ਹਫਤੇ ਉੱਤੇ ਅਪਲੋਡ ਹੋ ਜਾਏਗੀ, ਉਹ ਦੇਖ ਲਿਓ। ਨੈਕਸਟ ਵੀਕ ਨਿੰਮੀ ਦੇ ਚੈਨਲ ਤੇ ਚੜ ਜਾਏਗੀ। ਪੁਰਾਣੀਆਂ ਵੀਡੀਓ ਨੂੰ ਵੀ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਹੈ, YouTube ਤੇ ਮਿਲਦੀਆਂ ਨਹੀਂ ਹੈਗੀਆਂ ਉਹ। ਸਰ YouTube ਤੇ ਨਿੰਮੀ ਦੇ ਚੈਨਲ ਤੇ ਸਰ ਸਾਰੀਆਂ ਰਿਕਾਰਡਿੰਗਸ ਪਈਆਂ ਨੇ, ਜਿਹੜੀਆਂ ਕਲਾਸਾਂ ਹੁੰਦੀਆਂ ਉਹ ਤੁਸੀਂ ਚੈੱਕ ਕਰ ਲਿਓ। ਨੈਕਸਟ ਵੀਕ ਇਹ ਅਪਲੋਡ ਹੋ ਜਾਏਗੀ, ਉੱਥੇ ਤੁਸੀਂ ਦੇਖ ਸਕਦੇ ਹੋ। ਕਿਹੜੇ ਚੈਨਲ ਤੇ ਕਹਿ ਰਹੇ ਹੋ ਸਰ? ਸਰ ਨਿੰਮੀ ਚੈਨਲ ਤੇ। ਨਿੰਮੀ ਦੇ ਚੈਨਲ ਤੇ? ਜਿੱਥੋਂ ਸਰ YouTube ਦੇ ਨਿੰਮੀ ਚੈਨਲ ਤੇ ਅਪਲੋਡ ਹੋ ਜਾਂਦੀਆਂ ਨੇ ਸਾਰੀਆਂ, ਇੱਥੇ ਅਪਲੋਡ ਹੋ ਜਾਏਗੀ ਸਰ। ਉੱਥੋਂ ਨੈਕਸਟ ਵੀਕ ਤੁਸੀਂ ਨਾ, ਕਿਉਂਕਿ ਉਹਦੇ ਤੇ ਮਿਲ ਨਹੀਂ ਰਹੀ ਸੀ ਮੈਨੂੰ ਕੁਝ ਵੀਡੀਓ, ਮੈਂ ਤਾਂ ਕਰਕੇ ਦੁਬਾਰਾ ਸਰ ਬਾਕੀ ਇਸ ਤਰ੍ਹਾਂ ਕਰੀਏ, ਜੇ ਕੋਈ ਕੁਐਰੀ ਹੈ ਤਾਂ ਇਹਨਾਂ ਨੂੰ ਤੁਸੀਂ ਮੇਲ ਪਾ ਦਿਓ, ਤੁਹਾਨੂੰ ਮੇਲ ਤੇ ਰਿਵਰਟ ਕਰ ਦੇਣਗੇ ਸਰ। WhatsApp ਕਰ ਦਿਓ। ਹਾਂਜੀ ਠੀਕ ਹੈ ਠੀਕ ਹੈ। ਮੇਲ ਤੇ ਤੁਹਾਨੂੰ ਰਿਵਰਟ ਕਰ ਦੇਣਗੇ ਸਰ। ਠੀਕ ਹੈ, ਕਰ ਦਾਂਗੇ। ਚਲੋ ਸਰ, ਫਰੋਸਟ ਫ੍ਰੀ ਹੋਊਗਾ ਸਰ ਜੀ। ਓਕੇ ਸਰ। ਫਰੋਸਟ ਫ੍ਰੀ ਹਾਂਜੀ ਸਰ ਮੇਰੀ ਰਿਕੁਐਸਟ ਇਹ ਹੈ ਕਿ ਸਰ ਮੱਖਾ ਸਰ ਜੀ ਦਾ ਇੱਕ ਲੈਕਚਰ ਹੋਰ ਲਗਵਾ ਲਿਆ ਜਾਵੇ ਜੀ। ਥੈਂਕ ਯੂ ਸਰ, ਥੈਂਕ ਯੂ। ਓਕੇ ਸਰ, ਥੈਂਕ ਯੂ ਜੀ। ਫਰੋਸਟ ਫ੍ਰੀ ਤੇ ਹੀ ਹੋਊਗਾ, ਫਰੋਸਟ ਫ੍ਰੀ ਤੇ ਪੂਰੀ ਡਿਟੇਲ ਚ ਹੋਊ। ਨੈਕਸਟ ਵੀਕ ਹੋਏਗਾ ਸਰ, ਉਹ ਦੇਖ ਲਿਓ ਮੱਖਾ ਸਰ ਦਾ ਲੈਕਚਰ। ਨੈਕਸਟ ਵੀਕ ਫਿਰ ਲੈਕਚਰ ਹੋਣਾ ਇਹਨਾਂ ਦਾ। ਠੀਕ ਹੈ ਸਰ, ਦੇਖ ਲਿਓ। ਓਕੇ ਸਰ। ਓਕੇ ਸਰ। ਓਕੇ ਸਰ, ਥੈਂਕਸ ਆਲ ਸਟਾਫ ਤੇ ਸਟੂਡੈਂਟਸ ਦਾ ਧੰਨਵਾਦ ਜੀ। ਥੈਂਕ ਯੂ ਜੀ।